जे तेन असीं राज भाग दे सकते हाँ तो पर जे असीं अनकंट्रोल हो गया तू ये मत सोची भी तेरा तख्ता भी पलट सकते हैं। ये तो एक कल्ले पंजाब की गल नहीं, ये कल्ले कल्ले इस देश के सूबे में इन्हां दे यही हाल करांगे, इन्हां नूं मिट्टी रोड़ देंगे। ये अन्नदाते आ, इन्हां ने भगती करके पत्थरां 'च रब पा लिया सीगा। मोदी तू की चीज़ आ? इंडिया के लोगों ने मोदी साहब नूं 5 साल लई मुल्क चलाउण वास्ते दिता ना कि उन्हां दा ओह अपना आ। ये कौम हटण वाली मैडम जी है नहीं गी। इन्हों तुसीं मार दो, टैंक उत्थे चढ़ा के उत्थे भावें मिलिट्री ला दो, उन्होंने नहीं मनना। क्योंकि ये चाहता है कि अमेरिका जैसा, लंदन जैसा, यूएस जैसा बना दे। तो ये ख्याल निकाल ले खुद जब जैसा है तो हिंदुस्तान भी वैसा ही रहेगा। ये 4 घंटे की जितनी तकलीफ सहणगे तो जो 4 महीने तो बैठे ने उन्हों का भी दर्द समझा जाए ना। तो मोदी सरकार तो कहते जी बहुत जी सुनवाई करते हैं, हर गरीबों की सुनवाई करते हैं, तो साडी जी जनता बैठी कि शहनशाह है भी तो गरीब है। तुसीं तो साडे कोल थाली भी खो रहे रोटी की। हक है उन्होंने, हक उन्होंने दिता जाए। हाले समझ नहीं आ रही जनता नूं। जनता थोड़ी रोटी छीन रही थाली चों। हाले तो प्याज ही देख लो जिन्होंने 50 रुपए किलो करता। गौरमेंट नूं पता सी बई ये होएगा ते टिकटां क्यों दित्ती गई जनता नूं? मोदी सरकार बीजेपी सरकार, बीजेपी सरकार, सेंटर सरकार, मोदी तेरी धक्केशाही नहीं चलेगी। मोदी कारोबार क्या मुर्दाबाद, मोदी तेरी धक्केशाही नहीं चलेगी, नहीं चलेगी, नहीं चलेगी। मोदी तेरी धक्केशाही नहीं चलेगी, नहीं चलेगी, नहीं चलेगी। मोदी सरकार मुर्दाबाद, मुर्दाबाद, मुर्दाबाद। सत श्री अकाल, तुसीं देख रहे हो पंजाब मेल यूएसटी टीवी चैनल। मैं हाँ अंशु ढड्डा। जिवें कि किसानां वालों कहा गया सी कि 18 फरवरी नूं 12 तो 4 जिहड़ा पूरे देश भर विच रेलों का चक्का जाम किया जाएगा। जो सही तहत तुसीं मेरे पिछे देख सकते हो, जलंधर शहर दे विच किसानां वालों जिहड़ा रेलवे का चक्का जाम किया जा रहा है। हालांकि जिहड़े किसान ने, किसानां वालों कहा गया सीगा कि उन्हां वालों किसी भी यात्री नूं परेशानी नहीं होण दित्ती जाएगी। तो इस दे नाल ही रेलवे प्रशासन ने जिहड़ा गड्डियां सुचारू ढंग नाल चलाउण दे लई उन्हां वालों कहा गया है कि गड्डियां जिहड़ियां चलदियां रहणगीਆਂ। ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸਾਨ ਜਥੇਬੰਦੀਆਂ ਕੀ ਕਹਿੰਦੀਆਂ ਨੇ। ਇਹਨਾਂ ਦੀ ਲਗਾਤਾਰ ਮੰਗ ਹੈ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਐਮਐਸਪੀ ਨੂੰ ਕਾਨੂੰਨੀ ਅਦਾਰੇ ਵਿੱਚ ਲੈ ਕੇ ਆਇਆ ਜਾ ਸਕੇ। ਅੱਜ ਤੁਹਾਡੇ ਵੱਲੋਂ ਜਿਹੜਾ ਹੈ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਖਿਲਾਫ, ਜਿਹੜੀ ਆਪਣੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਤੁਸੀਂ ਅੱਜ ਦੇਸ਼ ਭਰ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ। ਕੀ ਕਹਿਣਾ ਚਾਹੁੰਦੇ ਹੋ? ਪੁੱਤਰ ਜੀ, ਜੋ ਸਾਡੇ ਸੰਯੁਕਤ ਮੋਰਚੇ ਵੱਲੋਂ ਕਾਲ ਆ ਜੋ 12 ਤੋਂ 4 ਵਜੇ ਤੱਕ ਦੀ, ਉਹਦੇ ਮੁਤਾਬਕ ਅਸੀਂ ਇਹ ਚੱਕਾ ਰੇਲ ਦਾ ਜਾਮ ਕੀਤਾ। ਇਹ ਕੋਈ ਸਾਡਾ ਆਪਣਾ ਪ੍ਰੋਗਰਾਮ ਨਹੀਂਗਾ। ਜੋ ਸਾਡੀਆਂ 31 ਜਥੇਬੰਦੀਆਂ ਦਿੱਲੀ ਦੇ 4 ਚੁਫੇਰੇ ਬੈਠ ਕੇ ਜੋ ਘਰਾਓ ਕਰ ਰਹੀਆਂ, ਉਹਨਾਂ ਦੇ ਹੁਕਮ ਦੇ ਮੁਤਾਬਕ ਜੋ ਕਾਲ ਆਉਂਦੀ ਆ, ਉਹਦੇ ਮੁਤਾਬਕ ਸਾਡੇ ਦੇਸ਼ ਵਾਸੀ ਜਿਹੜੇ ਨੇ, ਕਿਸਾਨ ਨੇ, ਮਜ਼ਦੂਰ ਨੇ, ਵਪਾਰੀ ਨੇ, ਹਰ ਵਰਗ, ਕਿਉਂਕਿ ਕਾਲੇ ਕਾਨੂੰਨ ਸਾਡੇ ਇਕੱਲਿਆਂ ਲਈ ਨਹੀਂਗੇ, ਇਹਦੇ ਨਾਲ ਹਰ ਵਰਗ ਤਬਾਹ ਹੋਊਗਾ। ਇਸ ਕਰਕੇ ਅਸੀਂ 12 ਤੋਂ 4 ਦਾ ਸਾਡਾ ਟਾਈਮ ਆ। 4 ਵਜੇ ਅਸੀਂ ਛੱਡ ਦਿਆਂਗੇ।
ਤੇ ਇਸ ਕਰਕੇ ਇਹ ਰੇਲ ਨੂੰ ਅਸੀਂ 12 ਵਜੇ ਪੂਰੇ ਰੋਕਿਆ। ਪੂਰੇ ਆਪਣੀ ਡਿਸਪਲਿਨ ਦੇ ਵਿੱਚ ਰਹਿ ਕੇ ਕਰ ਰਹੇ ਹਾਂ। ਕੋਈ ਕਿਸੇ ਦਾ ਕੋਈ ਜਿਹੜੀ ਆਪਣੇ ਸਰਕਾਰੀ ਇਹਨਾਂ ਦੀ ਸੰਪਤੀ ਆ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। ਵਧੀਆ ਤਰੀਕੇ ਨਾਲ ਚੱਕਾ ਜਾਮ ਕਰਕੇ ਆਪਣਾ ਪ੍ਰੋਟੈਸਟ ਕਰਕੇ ਸਰ ਮੋਦੀ ਸਰਕਾਰ ਨੂੰ ਇੱਕੋ ਗੱਲ ਦੱਸਣੀ ਚਾਹੁੰਦੇ ਆ ਵੀ ਤੈਨੂੰ ਅਸੀਂ ਦੇਸ਼ ਵਾਸੀ ਆ, ਜੇ ਤੈਨੂੰ ਅਸੀਂ ਰਾਜ ਭਾਗ ਦੇ ਸਕਦੇ ਆ ਤੇ ਪਰ ਜੇ ਅਸੀਂ ਅਨਕੰਟਰੋਲ ਹੋ ਗਏ ਤੂੰ ਇਹ ਮਤ ਸੋਚੀ ਵੀ ਤੇਰਾ ਤਖਤਾ ਵੀ ਪਲਟ ਸਕਦੇ ਆ। ਤੂੰ ਇਸ ਗੱਲ ਦਾ ਦੇਸ਼ ਦਾ ਰਾਜਾ ਆ, ਰਾਜਾ ਅਸੀਂ ਬਣਾਇਆ, ਤੂੰ ਕੋਈ ਆਪਣੇ ਆਪਣੀ ਹਵਾ 'ਚ ਨਹੀਂ ਬਣ ਗਿਆ। ਇਸ ਕਰਕੇ ਤੈਨੂੰ ਸਾਡੇ ਨਾਲ ਸਹਿਮਤੀ ਕਰਕੇ ਚੱਲਣਾ ਪਊਗਾ ਰਾਜ ਭਾਗ ਚਲਾਉਣੇ ਦਾ। ਇਹਨੂੰ ਜੋ ਮਰਜ਼ੀ ਸਾਡੇ ਖਿਲਾਫ ਜਿੱਦਾਂ ਦੇ ਮਰਜ਼ੀ ਕਾਨੂੰਨ ਲਿਆ ਕੇ ਤੂੰ ਸਾਡੇ ਪਾਸ ਕਰਕੇ ਸਾਡੇ ਬੱਚਿਆਂ ਦਾ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰ ਦੇਵੇਂ, ਅਸੀਂ ਇਹ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਾਂਗੇ। ਸਾਡੇ ਦਾ ਇਤਿਹਾਸ ਆ, ਅਸੀਂ ਤਾਂ ਪਹਿਲਾਂ ਵੀ ਗੱਡੀਆਂ ਰੋਕੀਆਂ ਆ। ਸਾਡੇ ਯੋਧਿਆਂ ਨੇ ਖੂਨ ਦੇ ਮੋਹਰੇ ਲੰਮੇ ਪੈ ਕੇ ਖੂਨ ਦੇ ਨਾਲ ਚੱਕੇ ਜਾਮ ਕੀਤੇ ਆ। ਅੱਜ ਵੀ ਅਸੀਂ ਉਸੇ ਤਰੀਕੇ ਨਾਲ ਜਦੋਂ 12 ਵਜੇ ਆ ਅਸੀਂ ਆਣ ਕੇ ਗੱਡੀ ਦੇ ਮੋਹਰੇ ਖੜ ਗਏ ਆ। ਗੱਡੀ ਪੰਜਾ ਸਾਹਿਬ ਦਾ ਸਾਡਾ ਸਾਕਾ ਆ। ਇਸ ਕਰਕੇ ਅਸੀਂ ਕਦੀ ਵੀ ਇਸ ਨੂੰ ਭੁੱਲਾਂਗੇ ਨਹੀਂ, ਤਾਂ ਕਿ ਜਦੋਂ 12 ਵਜੇ ਆ ਅਸੀਂ ਉਸ ਟਾਈਮ 12 ਵਜੇ ਗੱਡੀ ਜਾਮ ਕੀਤੀ ਆ। ਇਹਨੂੰ ਚੱਲਣ ਨਹੀਂ ਦਿਆਂਗੇ। ਸਟਾਰਟ ਸੀ ਟ੍ਰੇਨ ਚੱਲ ਰਹੀ ਸੀ, ਪਰ ਉਹਨੂੰ ਆਪਣੇ ਡਰਾਈਵਰ ਨੂੰ ਦੱਸਤਾ ਵੀ ਸ਼ੱਕ ਦੇ ਉੱਤੇ ਚਾੜ ਦੇ, ਤੂੰ ਜੋ ਮਰਜ਼ੀ ਕਰ, ਅਸੀਂ ਨਹੀਂ ਮੋਹਰੇ ਹਿੱਲਾਂਗੇ। ਅਸੀਂ 12 ਤੋਂ 1 ਮਿੰਟ ਵੀ 1 ਮਿੰਟ ਨਾ ਪਹਿਲਾਂ ਰੋਕੀ ਨਾ ਬਾਅਦ 'ਚ ਰੋਕੀ, 12 ਦਿੱਤੇ ਟਾਈਮ ਦੇ ਮੁਤਾਬਕ ਰੋਕਿਆ। ਰੇਲਵੇ ਪ੍ਰਸ਼ਾਸਨ ਵੱਲੋਂ ਜਦੋਂ ਤੁਹਾਡੇ ਵੱਲੋਂ ਕਿਹਾ ਗਿਆ ਸੀਗਾ, ਕਾਲ ਦਿੱਤੀ ਗਈ ਸੀਗੀ ਰੇਲ ਰੋਕੋ ਚੱਕਾ ਜਾਮ ਦੀ, ਪਰ ਰੇਲਵੇ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਜਿਹੜੀ ਰੇਲ ਗੱਡੀਆਂ ਚਲਾਵਾਂਗੇ। ਹਾਂ, ਉਹਨਾਂ ਨੇ ਚਲੋ ਦੇਖੋ ਉਹ ਮੋਦੀ ਸਰਕਾਰ ਦੇ ਕਹਿਣ ਦੇਖੋ ਉਹਨਾਂ ਦਾ ਜਿਹੜਾ ਡਿਊਟੀ ਆ ਨਾ, ਜੇ ਸਰਕਾਰ ਨਹੀਂ ਰੱਦ ਕੀਤੀਆਂ ਤੇ ਫਿਰ ਕੋਈ ਸਾਨੂੰ ਇਤਰਾਜ਼ ਥੋੜੀ ਆ। ਅਸੀਂ ਉਹਨਾਂ ਨੇ ਚਲਾਉਣੀਆਂ ਸੀ, ਅਸੀਂ ਰੋਕਣੀਆਂ ਸੀ, ਅਸੀਂ ਰੋਕ ਕੇ ਦਿਖਾ ਦਿਆਂ ਖੜੀ ਆ। ਚਲਾ ਲਵੇ ਪ੍ਰਸ਼ਾਸਨ, ਚਲਾ ਲਵੇ ਮੋਦੀ, ਇਹ ਮੋਦੀ ਦੇ ਕਹਿਣੇ ਮੁਤਾਬਕ ਥੋੜ੍ਹੇ ਚੱਲਣੀਆਂ। ਇਹ ਤਾਂ ਅਸੀਂ ਦੇਖਾਂਗੇ ਜਦੋਂ ਛੱਡਾਂਗੇ ਉਦੋਂ ਚੱਲੂਗੀ। ਸਾਡਾ 4 ਵਜੇ ਤੱਕ ਟਾਈਮ ਆ, 4 ਵਜੇ ਹੀ ਗੱਡੀ ਚੱਲੂਗੀ। ਉੱਦਾਂ ਪਹਿਲਾਂ ਕਿਸੇ ਵੀ ਸਟੇਸ਼ਨ ਤੋਂ ਗੱਡੀ 1 ਇੰਚ ਵੀ ਚੱਲ ਨਹੀਂ ਸਕਦੀ, ਕਿਉਂਕਿ ਸਾਡੇ ਇਸ ਦੇਸ਼ ਦੇ ਵਿੱਚ ਸਾਡੇ ਖਿਲਾਫ ਕਾਨੂੰਨ ਕਾਲੇ ਬਣਾਏ ਆ। ਇਹ ਕਾਨੂੰਨ ਰੱਦ ਕਰਾਉਣ ਲਈ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਉਹਨਾਂ ਚਿਰ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਪ੍ਰਦਰਸ਼ਨ ਦਿਨ ਪਰ ਦਿਨ ਵੱਧਦਾ ਜਾਊਗਾ। ਹਾਂ, ਇਸ ਕਰਕੇ ਇਹ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਚੱਲ ਰਿਹਾ, ਸ਼ਾਂਤੀਪੂਰਵਕ ਚੱਲੂਗਾ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕੱਲ ਨਗਰ ਨਿਗਮ ਚੋਣਾਂ ਦਾ ਰਿਜ਼ਲਟ ਆਇਆ, ਉਹਦੇ ਵਿੱਚ ਬੀਜੇਪੀ ਜਿਹੜੀ ਹੈ ਉਹਨਾਂ ਨੂੰ ਕੋਈ ਵੀ ਜਿਹੜੀ ਬਹੁਤ ਘੱਟ ਸੀਟਾਂ ਮਿਲੀਆਂ ਨੇ। ਘੱਟ ਕੀ ਕਹਾਂਗੇ ਕਿ ਆਪਾਂ 1-2% ਸੀਟਾਂ ਜਿਹੜੀਆਂ ਉਹਨਾਂ ਨੂੰ ਮਿਲੀਆਂ। ਇਹ ਤੁਹਾਨੂੰ ਲੱਗਦਾ ਹੈ ਕਿ ਇਹ ਕਿਸਾਨ ਅੰਦੋਲਨ ਦਾ ਹੀ ਸੀਟਾਂ ਨਿਕਲ ਰਿਹਾ? ਇਹ ਤਾਂ ਉਹੀ ਗੱਲ ਕਰਦੇ, ਪਹਿਲਾਂ ਹਰਿਆਣੇ ਜਿਮਨੀ ਚੋਣ ਹੋਈ ਆ, ਉੱਥੇ ਸਾਡੇ ਕਿਸਾਨਾਂ ਨੇ ਇਹਨਾਂ ਦੀ ਜਿਮਨੀ ਚੋਣ ਹਰਾਈ ਆ, ਕਿਉਂਕਿ ਸਰਕਾਰ ਕਦੀ ਹਾਰਦੀ ਨਹੀਂ ਗੀ। ਉਹ ਜਿਮਨੀ ਚੋਣ ਵੀ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪੰਜਾਬ ਦੇ ਵਿੱਚ ਇਹ ਤਾਂ ਇਕੱਲੇ ਪੰਜਾਬ ਦੀ ਗੱਲ ਨਹੀਂ, ਇਹ ਇਕੱਲੇ ਇਸ ਦੇਸ਼ ਦੇ ਸੂਬੇ ਵਿੱਚ ਇਹਨਾਂ ਦੇ ਇਹੀ ਹਾਲ ਕਰਾਂਗੇ। ਇਹਨਾਂ ਨੂੰ ਮਿੱਟੀ 'ਚ ਰੋਲ ਦਿਆਂਗੇ, ਇਹ ਕੱਖਾਂ ਤੋਂ ਹਲਕੇ ਕਰ ਦਿਆਂਗੇ। ਜਿਹੜੇ ਅੱਜ ਦੇਸ਼ ਦੇ ਰਾਜੇ ਬਣੇ ਫਿਰਦੇ ਆ, ਇਹਨਾਂ ਨੂੰ ਸੁਧਰ ਜਾਣਾ ਚਾਹੀਦਾ। ਇਹ ਅੰਨਦਾਤੇ ਆ, ਇਹਨਾਂ ਨੇ ਭਗਤੀ ਕਰਕੇ ਪੱਥਰਾਂ 'ਚ ਰੱਬ ਪਾ ਲਿਆ ਸੀਗਾ। ਮੋਦੀ ਤੂੰ ਕੀ ਚੀਜ਼ ਆ? ਤੈਨੂੰ ਅਸੀਂ ਪ੍ਰਧਾਨ ਮੰਤਰੀ ਬਣਾਇਆ ਤੇ ਤੂੰ ਸਾਡੇ ਉੱਤੇ ਅੱਜ ਕਾਨੂੰਨ ਉਹ ਲਾਗੂ ਕਰੀ ਜਾਂਦਾ ਜਿਨ੍ਹਾਂ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਤਬਾਹ ਹੋ ਜਾਣ। ਕਦੀ ਵੀ ਕੀਮਤ ਵਿੱਚ ਇਹ ਕਾਨੂੰਨ ਅਸੀਂ ਦੇਸ਼ ਵਿੱਚ ਆਪਣੇ ਪਾਸ ਨਹੀਂ ਹੋਣ ਦਿਆਂਗੇ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਇਸ ਵੇਲੇ ਕਿਸਾਨ ਅੰਦੋਲਨ ਦੇ ਵਿੱਚ 200 ਤੋਂ ਵੱਧ ਸ਼ਹੀਦ ਹੋ ਚੁੱਕੇ ਨੇ, ਤੇ ਪਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਦਾ ਸੰਸਦ ਦੇ ਵਿੱਚ ਕਹਿਣਾ ਹੈ ਕਿ ਸਾਡੇ ਕੋਲ ਡਾਟਾ ਹੀ ਨਹੀਂ ਹੈਗਾ ਕਿ ਕਿੰਨੇ ਕਿਸਾਨ ਸ਼ਹੀਦ ਹੋ ਗਏ। ਇਹ ਉਹਨਾਂ ਦੀ ਬਹੁਤ ਭੁੱਲ ਆ, ਇਹ ਭੁੱਲ ਦਾ ਉਹਨਾਂ ਨੂੰ ਖਮਾਜਾ ਭੁਗਤਣਾ ਪਊਗਾ। ਤੇ ਇਸ ਕਰਕੇ ਜਿਹੜੇ ਸਾਡੇ ਸ਼ਹੀਦ ਹੋਏ ਆ ਅਸੀਂ ਉਹਨਾਂ ਨੂੰ ਸ਼ਹਾਦੀਆਂ ਵੀ ਭੇਟ ਕਰਦੇ ਹਾਂ, ਤਾਂ ਉਹਨਾਂ ਸ਼ਹੀਦਾਂ ਦਾ ਦਰਜਾ ਵੀ ਦੇਵਾਂਗੇ। ਇਹ ਮੋਦੀ ਨੂੰ ਵੀ ਦੇਣਾ ਪਊਗਾ। ਇਹਦੇ ਨੱਕ 'ਚ ਦਮ ਕਰ ਦਿਆਂਗੇ। ਇਹ ਕਾਨੂੰਨ ਜਿਹੜੇ ਆ ਰੱਦ ਕਰਾ ਕੇ ਛੱਡਾਂਗੇ ਤੇ ਮੋਦੀ ਨੂੰ ਇਹ ਮੰਨਣਾ ਪਊਗਾ, ਇਹ ਜਿੰਨਾ ਮਰਜ਼ੀ ਇੱਜ਼ਤ ਕਰ ਲਵੇ। 26 ਤਰੀਕ ਦੀ ਜਿਹੜੀ ਹਿੰਸਾ ਵਾਲੀ ਘਟਨਾ ਹੋਈ ਸੀਗੀ, ਉਸ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਦਿੱਲੀ ਪੁਲਿਸ ਨੇ ਪੰਜਾਬ ਦੇ ਵਿੱਚ ਆ ਕੇ ਲਗਾਤਾਰ ਕੀਤੀਆਂ, ਤੇ ਇਸ ਵੇਲੇ ਹੁਣ ਤੱਕ ਜਿਹੜੇ 16 ਕਿਸਾਨ ਨੇ ਉਹ ਹਲੇ ਤੱਕ ਲਾਪਤਾ ਨੇ। ਸਰਕਾਰ ਉਹਨਾਂ ਦੀ ਸਾਰ ਨਹੀਂ ਲੈ ਰਹੀ ਹੈ। ਸਰਕਾਰ ਨਹੀਂ ਲੈ ਰਿਹਾ, ਸਾਡੇ ਜਥੇਬੰਦੀਆਂ ਉਹਨਾਂ ਦੀ ਸਾਰ ਲੈ ਰਹੇ ਆ, ਔਰ ਜਥੇਬੰਦੀਆਂ ਆਪਣੇ ਵਕੀਲ ਕਰਕੇ ਖੜੇ ਕੀਤੇ ਹੋ, ਉਹਨਾਂ ਦੀ ਪੂਰੀ ਮਦਦ ਕਰਾਂਗੇ। ਉਹਨਾਂ ਦਾ ਇੱਕ ਵੀ ਪੈਸਾ ਨਹੀਂ ਖਰਚ ਹੋਣ ਦੇਵਾਂਗੇ। ਜਥੇਬੰਦੀਆਂ ਵੱਲੋਂ ਇਹ ਐਲਾਨ ਆ ਵੀ ਇੱਕ ਬੰਦੇ ਦਾ ਮੁਆਵਜ਼ਾ ਵੀ ਦੇਵਾਂਗੇ, ਦਵਾਵਾਂਗੇ ਵੀ, ਤੇ ਉਹਨਾਂ ਦੇ ਜਿਹੜੇ ਬੱਚੇ ਸਾਡੇ ਸ਼ਹੀਦ ਹੋਏ ਆ ਉਹਨਾਂ ਦਾ ਮੁਆਵਜ਼ਾ ਵੀ ਦਵਾਵਾਂਗੇ। ਜਿਸ ਤਰ੍ਹਾਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਇੰਨੀਆਂ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਪਰ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਨੇ ਉਹਨਾਂ ਵੱਲੋਂ ਸੰਸਦ 'ਚ ਬਿਆਨ ਦਿੱਤਾ ਗਿਆ ਕਿ ਸਾਨੂੰ ਤੇ ਕੁਝ ਸਮਝ ਨਹੀਂ ਆ ਰਿਹਾ ਕਿ ਇਹਦੇ ਵਿੱਚ ਕਾਲਾ ਕੀ ਹੈ। ਇਸ ਤਰ੍ਹਾਂ ਜਿਹੜੀ ਬਿਆਨਬਾਜ਼ੀ ਉਹਨਾਂ ਵੱਲੋਂ ਕੀਤੀ ਗਈ ਹੈ। ਬੇਟਾ ਸਾਰੀ ਦਾਲ ਹੀ ਕਾਲੀ ਆ, ਸਾਰੀ ਦਾਲ ਹੀ ਕਾਲੀ ਆ। ਜਦੋਂ ਉਹ ਆਪ ਮੰਨ ਗਏ ਆ, ਕੱਲੇ ਆ ਜਿਹੜਾ ਪੁਆਇੰਟ ਆ, ਸਾਡੇ ਕਿਸਾਨ ਜਿਹੜੇ ਉੱਥੇ ਮੀਟਿੰਗ ਜਾਂਦੇ ਆ ਪ੍ਰਧਾਨ, ਉਹਨਾਂ ਨੇ ਕੱਲਾ ਪੁਆਇੰਟ ਡਿਸਕਸ ਕੀਤਾ ਔਰ ਉਹ ਮੰਨ ਗਏ ਹਾਂਜੀ ਆ ਵੀ ਗਲਤ ਹੈ, ਆ ਵੀ ਆ। ਹੁਣ ਤਾਂ ਪ੍ਰੈਸਟੀਜ ਇਸ਼ੂ ਲੈ ਕੇ ਬੈਠੇ ਆ, ਇਹਨਾਂ ਨੂੰ ਰੀਪੀਲ ਕਰਨ। ਪ੍ਰੈਸਟੀਜ ਇਸ਼ੂ ਲੈ ਕੇ ਬੈਠੇ ਆ ਵੀ ਅਸੀਂ ਇਹਨਾਂ ਨੂੰ 2 ਸਾਲ ਲਈ ਰੋਕ ਦਿੰਦੇ ਆ, ਅਸੀਂ ਇੱਦਾਂ ਕਰ ਲੈਂਦੇ। ਅਗਰ ਤੁਸੀਂ 2 ਸਾਲ ਲਈ ਰੋਕ ਰਹੇ, ਇਟ ਮੀਨ ਕਿ ਉਹਦੇ ਵਿੱਚ ਕਹਿੰਦੇ ਨਾ ਦਾਲ ਦੇ ਸਾਰੀ ਦਾਲ ਹੀ ਕਾਲੀ ਆ। ਉਹ ਸਾਰੇ ਕਾਨੂੰਨ ਤੁਸੀਂ ਇਹਨਾਂ ਨੂੰ ਰੀਪੀਲ ਕਰੋ, ਨਵੇਂ ਸਿਰੇ
ਰਹੇ ਹੋ ਕਿਸਾਨਾਂ ਨੂੰ ਨਾਲ ਬਿਠਾਓ, ਕਿਸਾਨਾਂ ਦੇ ਜਿਹੜੇ ਹਿੱਤ 'ਚ ਹੋਣ ਉਹ ਤੁਸੀਂ ਕਾਨੂੰਨ ਬਣਾਓ। ਇਹ ਕਿਸਾਨਾਂ ਦੇ ਅਗੇਂਸਟ ਹੈ। ਮੈਂ ਤੁਹਾਨੂੰ ਦੱਸਦਾ ਆ ਪੰਜਾਬ ਜਿਹੜੀ ਸਟੇਟ ਹੈ ਇਹ ਐਗਰੀਕਲਚਰ ਸਟੇਟ ਹੈ, ਭਾਵੇਂ ਲਹਿੰਦਾ ਪੰਜਾਬ ਆ ਭਾਵੇਂ ਚੜ੍ਹਦਾ ਪੰਜਾਬ ਹੈ। ਹਰਿਆਣਾ ਆ ਇਹਦੇ ਵਿੱਚੋਂ ਅਲੱਗ ਹੋਇਆ। ਪੰਜਾਬ ਹਰਿਆਣਾ ਦੇ ਵਿੱਚ ਮੰਡੀ ਸਿਸਟਮ ਜਿਹੜਾ ਆ ਸਰਕਾਰੀ ਬਹੁਤ ਵਧੀਆ, ਇੱਕ ਇੱਕ ਦਾਣਾ ਸਰਕਾਰਾਂ ਆਪਣਾ ਫਰਜ਼ ਸਮਝ ਕੇ ਖਰੀਦੀਆਂ। ਉਹਨੂੰ ਜਿਹੜੀ FCI ਆ ਉਹ ਕੇਂਦਰੀ ਪੂਲ ਦੇ ਵਿੱਚ ਜਿਹੜਾ ਜਾਂਦਾ ਇੱਕ ਇੱਕ ਦਾਣਾ। ਔਰ ਅਗਰ ਤੁਸੀਂ FCI ਤੋੜ ਦਿਓਗੇ ਮੁਲਾਜ਼ਮ ਵੀ ਬੇਰੁਜ਼ਗਾਰ ਹੋ ਜਾਊਗਾ ਔਰ ਉਹ ਜਿਹੜੀ ਕਿ ਸਾਡੀ ਜਿਣਸ ਆ ਉਹ ਹੱਥ ਖੜੇ ਕਰ ਜਾਊਗੀ, ਤੋੜ ਦੇਣੀ ਇਹਨਾਂ ਨੇ FCI। ਤੇ ਜਦੋਂ ਉਹਨਾਂ ਦੇ ਕੋਲ ਜਾਊਗਾ ਅਡਾਨੀਆਂ ਕੋ, ਉਹ ਆਪਣਾ ਇਹਨੂੰ ਸਟਾਕ ਕਰਨਗੇ, ਭੰਡਾਰ ਕਰਨਗੇ, ਆਪਣੀ ਮਰਜ਼ੀ ਨਾਲ ਸਾਲ ਬਾਅਦ ਡਬਲ ਰੇਟ ਕਰਕੇ ਵੇਚਣਗੇ। ਇਸ ਕਰਕੇ ਇਹ ਜਿਹੜੇ ਕਾਨੂੰਨ ਆ ਇਹ ਮੋਦੀ ਸਾਹਿਬ ਨੂੰ ਚਾਹੀਦਾ ਸੀ ਪਹਿਲੀਆਂ ਸਰਕਾਰਾਂ ਦੇ ਟਾਈਮ ਤੇ ਜਿਹੜੇ ਸੈਂਟਰਲ ਅਦਾਰੇ ਘਾਟੇ 'ਚ ਗਏ ਆ, ਚਾਹੇ ਉਹ BSNL ਹੈ, FCI ਆ, ਕੋਲ ਇੰਡੀਆ ਆ, 에ਅਰ ਇੰਡੀਆ ਆ, ਹੋਰ ਬਹੁਤ ਸਾਰੇ ਜਿਹੜੇ ਅਦਾਰੇ ਗਏ ਆ। ਇਹ ਜੇ ਉਦੋਂ ਪਹਿਲੀਆਂ ਸਰਕਾਰਾਂ ਦੇ ਟਾਈਮ ਘਾਟੇ 'ਚ ਸੀ ਤੇ ਮੋਦੀ ਸਾਹਿਬ ਤੁਹਾਡੀਆਂ ਸਰਕਾਰਾਂ 'ਚ ਪ੍ਰੋਫਿਟ 'ਚ ਕਿਉਂ ਨਹੀਂ ਆਏ? ਤੁਸੀਂ ਦੇਖੋ ਇਹਨਾਂ ਨੇ ਰੇਲਾਂ ਵੀ ਅਡਾਨੀ ਨੂੰ ਦੇ ਦਿੱਤੀਆਂ, ਰੇਲਾਂ। ਔਰ ਮੇਰਾ ਟਰਾਂਸਪੋਰਟ ਦਾ ਬਿਜ਼ਨਸ ਹੈ, ਉੱਥੇ ਜਿੱਥੇ ਇਹਨਾਂ ਨੇ ਸਾਈਲੋ ਬਣਾਏ ਆ ਉੱਥੇ ਰੇਲ ਇਹਨਾਂ ਨੇ ਟਰੈਕ ਇਹਨਾਂ ਨੂੰ ਬਣਾ ਕੇ ਦੇਣਾ। ਉੱਥੋਂ ਹੁਣ ਅਸੀਂ ਟਰੱਕਾਂ ਨਾਲ ਢੋਨੇ ਆ ਮਾਲ, ਫਿਰ ਇਹ ਰੇਲਾਂ 'ਤੇ ਲੈ ਕੇ ਜਾਊਗੇ। ਲੇਬਰ ਵੀ ਆਪਣੀ ਲੈ ਕੇ ਆਊਗੇ ਉਧਰੋਂ ਗੁਜਰਾਤੀ ਮਹਾਰਾਸ਼ਟਰ ਦੀ, ਸਾਡੀ ਲੇਬਰ ਬੇਕਾਰ ਹੋ ਜਾਊਗੀ, ਸਾਡੇ ਟਰੱਕ ਖੜ ਜਾਣਗੇ, ਅਸੀਂ ਭੁੱਖੇ ਮਰਾਂਗੇ। ਇਸ ਲਈ ਇਹ ਇੱਕ ਆਪਣੇ ਮਿੱਤਰਾਂ ਨੂੰ ਫਾਇਦੇ ਪਹੁੰਚਾਉਣ ਲਈ ਮੋਦੀ ਸਾਹਿਬ ਯਾਰੀ ਪਗਾ ਰਹੇ ਆ, ਕਿਉਂਕਿ ਉਹਨਾਂ ਦਾ ਇਹਨਾਂ ਨੇ ਪਲੇਨ ਜਿਹੜਾ ਇਲੈਕਸ਼ਨ 'ਚ ਵਰਤਿਆ, ਹਜ਼ਾਰਾਂ ਕਰੋੜ ਉਹਨਾਂ ਨੇ ਇਹਨਾਂ ਨੂੰ ਇਲੈਕਸ਼ਨ 'ਚ ਫੰਡ ਦਿੱਤਾ ਅਡਾਨੀਆਂ ਅੰਬਾਨੀਆਂ ਨੇ। ਤੁਸੀਂ ਸਾਡਾ ਗਲਾ ਕੱਟ ਕੇ ਤਾਂ ਨਾ ਉਹਨਾਂ ਨੂੰ ਫਾਇਦੇ ਦਿਓ। ਸਾਡਾ ਦਾ ਮਤਲਬ ਕੀ ਹੈ? ਮਤਲਬ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਕਾਰਪੋਰੇਟਸ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਦੇਣ ਲਈ ਕਰ ਰਹੀ ਹੈ ਕੇਂਦਰ ਸਰਕਾਰ ਜਿਹੜੀ ਆ। ਮੋਦੀ ਸਾਹਿਬ ਦੇਖੋ, ਮੋਦੀ ਸਾਹਿਬ ਜਿਹੜਾ CM ਹੁੰਦਾ ਜਾਂ PM ਹੁੰਦਾ, ਕੀੜੀ ਵੀ ਇੱਕ ਜਾਂਦੀ ਉਹਨਾਂ ਨੂੰ ਪਤਾ ਹੁੰਦਾ। 200 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਆ, ਤੁਸੀਂ ਕਹਿੰਦੇ ਮੈਨੂੰ ਪਤਾ ਨਹੀਂ। ਵਟ ਨੌਨਸੈਂਸ। ਜਿਹੜਾ ਮੁਲਕ ਦਾ ਰਾਜਾ ਆ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਮੋਦੀ ਸਾਹਿਬ ਦਿਓ। ਇਹਨਾਂ ਨੂੰ ਤੁਸੀਂ ਪ੍ਰੈਸਟੀਜ ਇਸ਼ੂ ਨਾ ਲਓ। ਅਗਰ ਕਾਨੂੰਨ ਤੁਸੀਂ ਗਲਤ ਬਣਾਤੇ ਆ, ਤੁਸੀਂ ਕਹੋ ਕਿਸਾਨ ਭਰਾਓ ਅਗਰ ਇਹ ਰੱਦ ਆ ਤੁਹਾਡੇ ਹੱਕ 'ਚ ਨਹੀਂ, ਮੈਂ ਇਹਨਾਂ ਨੂੰ ਰੱਦ ਕਰ ਦਿੰਦਾ, ਆਓ ਆਪਾਂ ਰਲ ਕੇ ਬਣਾ ਲਈਏ। ਮੋਦੀ ਸਾਹਿਬ ਦਾ ਕੱਦ ਜਿਹੜਾ ਬਹੁਤ ਉੱਚਾ ਹੋ ਜਾਊਗਾ, ਅਸੀਂ ਇਹਨਾਂ ਦੀ ਜੈ ਜੈਕਾਰ ਕਰਾਂਗੇ। ਸਾਡੀ ਪਾਰਟੀ ਦਾ, ਮੋਦੀ ਸਾਹਿਬ ਦੀ ਪਾਰਟੀ ਨਾਲ BJP ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅਲਾਇੰਸ ਸੀ। ਬਾਦਲ ਸਾਹਿਬ ਨੇ ਵੀ, ਸਰ ਸੁਖਬੀਰ ਸਿੰਘ ਬਾਦਲ ਨੇ, ਬੀਬਾ ਹਰਸਿਮਰਤ ਕੌਰ ਬਾਦਲ ਨੇ ਜਦੋਂ ਦੇਖਿਆ ਵੀ ਇਹ ਨਹੀਂ ਗੱਲ ਮੰਨ ਰਹੇ, ਕਿਸਾਨਾਂ ਦੇ ਅਗੇਂਸਟ ਮਜ਼ਦੂਰਾਂ ਦੇ ਜਾ ਰਹੀ ਆ, ਉਹਨਾਂ ਨੇ ਜਿਹੜੀ ਵਜ਼ੀਰੀ ਕੁਇਟ ਕਰਤੀ ਆਪਣੀ, ਉਹ ਠੋਕਰ ਮਾਰ ਕੇ ਵਜ਼ੀਰੀ ਨੂੰ ਵਾਪਸ ਆ ਗਏ। ਸਾਡੀ ਪਾਰਟੀ ਜਿਹੜੀ ਆ ਅਕਾਲੀ ਦਲ ਵੀ ਕਿਸਾਨਾਂ ਦੇ ਨਾਲ ਖੜੀ ਆ। ਔਰ ਮੋਦੀ ਸਾਹਿਬ ਦੇ ਮੂੰਹ ਤੇ ਕਿੰਨੀ ਵੱਡੀ ਚਪੇੜ ਲੋਕਾਂ ਨੇ ਪੰਜਾਬ ਦਿਆਂ ਨੇ ਮਾਰੀ ਆ। ਤੁਸੀਂ ਦੇਖੋ ਇਹਨਾਂ ਦੀ ਪਾਰਟੀ ਮਿਊਨਿਸਪਲ ਕੌਂਸਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਆ ਚੋਣਾਂ ਆ, ਉਹਦੇ ਵਿੱਚ ਆਜ਼ਾਦ ਕਾਫੀ ਜਿੱਤ ਗਏ ਆ ਤੇ ਇਹਨਾਂ ਦੀ ਜਿਹੜੀ ਪਾਰਟੀ ਆ ਉਹਨਾਂ ਨੂੰ ਤੁੱਛ ਸੀਟਾਂ ਮਿਲੀਆਂ। ਲੋਕਾਂ ਨੇ ਤਾਜ਼ੀ ਇਹਨਾਂ ਦੇ ਮੂੰਹ ਤੇ ਚਪੇੜ ਮਾਰਤੀ ਹੈ। ਔਰ ਇੱਕ ਮੋਦੀ ਗਵਰਨਮੈਂਟ ਨੇ ਦੇਖੋ ਡਿੱਗਾ ਖੋਤੀ ਤੋਂ ਗੁੱਸਾ ਘੁਮਿਆਰ ਤੇ, ਕਿਸਾਨ ਮਜ਼ਦੂਰਾਂ ਨੇ ਤੁਹਾਡਾ ਹੁਣ ਨੱਕ 'ਚ ਦਮ ਕੀਤਾ। ਔਰ ਸਾਡਾ ਮੱਕਾ ਨਨਕਾਣਾ ਸਾਹਿਬ, ਉੱਥੇ 100 ਸਾਲਾ ਸ਼ਹੀਦੀ ਪੁਰਬ ਮਨਾਉਣ ਲਈ ਜਿਹੜਾ ਜਥਾ ਚੱਲਿਆ ਸੀ, ਉਹ ਵੀ ਇਹਨਾਂ ਨੇ ਉੱਥੇ ਜਥਾ ਬੰਦ ਕਰ ਦਿੱਤਾ ਭੇਜਣਾ। ਮੈਂ 1 ਸਾਲ ਪਹਿਲੋਂ ਕਰਤਾਰਪੁਰ ਸਾਹਿਬ, ਮੇਰਾ ਸਾਥੀ ਬਿਕਰਮਜੀਤ ਸਿੰਘ ਔਲਖ, ਅਸੀਂ ਗਏ ਆ, ਬੜਾ ਮਾਣ ਤਾਣ ਕੀਤਾ ਉੱਥੋਂ ਦੇ ਲੋਕਾਂ ਨੇ। ਔਰ ਜਿਹੜੀ ਮੋਦੀ ਸਾਹਿਬ ਗੱਲ ਕਰਦੇ ਆ ਨਾ ਵੀ ਲਓ ਜੀ ਉੱਥੇ ਇਹ ਜਾ ਕੇ ਖਾਲਿਸਤਾਨੀ ਬਣ ਜਾਂਦੇ, ਸਾਨੂੰ ਇੱਕ ਵੀ ਬੰਦਾ ਇੱਦਾਂ ਦਾ ਨਹੀਂ ਮਿਲਿਆ ਜਿਹਨੇ ਕੋਈ ਖਾਲਿਸਤਾਨ ਦੀ ਉੱਥੇ ਗੱਲ ਕੀਤੀ ਹੋਵੇ। ਇਹ ਬੜਾਵਾ ਦੇ ਰਹੇ ਮੋਦੀ ਸਾਹਿਬ ਜਾਣਬੁੱਝ ਕੇ। ਇਹਨਾਂ ਨੇ ਹੁਣ ਸਾਡੇ ਤੇ ਡਬਲ ਅਟੈਕ ਕੀਤਾ, ਸਾਡੀ ਧਾਰਮਿਕ ਜਿਹੜੀ ਠੇਸ ਪਹੁੰਚਾਈ ਆ ਜਥਾ ਇਹਨਾਂ ਨੇ ਰੋਕ ਲਾ ਕੇ। ਅਸੀਂ ਉੱਥੇ ਜਾ ਕੇ ਇਹ ਨਨਕਾਣਾ ਸਾਹਿਬ ਜਿੰਨੇ ਚੱਲੇ ਸੀਗੇ ਜਥੇ ਦੇ ਵਿੱਚ ਲੋਕ, ਉਹਨਾਂ ਨੇ ਸ਼ਹੀਦਾਂ ਦੀ ਯਾਦ ਮਨਾਉਣੀ ਸੀ, ਇਹਨਾਂ ਨੇ ਸ਼ਹੀਦਾਂ ਦੀ ਯਾਦ ਮਨਾਉਣ ਲਈ ਜਿਹੜਾ ਜਥਾ ਰੋਕਿਆ। ਔਰ ਉਹ ਜਿਹੜੇ ਸ਼ਹੀਦ ਆ ਨਨਕਾਣਾ ਸਾਹਿਬ ਦੇ ਸ਼ਹੀਦ, ਕਿਸਾਨ ਸ਼ਹੀਦ, ਮੋਦੀ ਸਾਹਿਬ ਤੁਹਾਨੂੰ ਨੀਂਦ ਨਹੀਂ ਆਉਣ ਦੇਣਗੇ। ਤੁਸੀਂ ਸੁੱਖ ਦੀ ਚੈਨ ਦੀ ਨੀਂਦ ਨਹੀਂ ਸੌਵੋਗੇ। ਪ੍ਰੈਸਟੀਜ ਇਸ਼ੂ ਨੂੰ ਛੱਡ ਕੇ
ਇਹਨਾਂ ਨੂੰ ਰੀਪੀਲ ਕਰ ਦਿਓ ਕਾਲੇ ਕਾਨੂੰਨਾਂ ਨੂੰ। ਤੁਹਾਡੀ ਜੈ ਜੈਕਾਰ, ਅਸੀਂ ਤੁਹਾਡੀ ਪਿੱਠ ਤੇ ਫੇਰ ਖੜ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਅੱਜ ਕਿਸਾਨਾਂ ਵੱਲੋਂ ਜਿਹੜਾ ਰੇਲ ਰੋਕੋ ਜਿਹੜਾ ਚੱਕਾ ਜਾਮ ਦੀ ਜਿਹੜੀ ਇਹ ਰਣਨੀਤੀ ਉਲੀਕੀ ਗਈ ਸੀ, ਉਹਨਾਂ ਵੱਲੋਂ ਐਲਾਨ ਕੀਤਾ ਸੀ, ਤੁਸੀਂ ਉਹਨਾਂ ਦਾ ਸਮਰਥਨ ਕਰ ਰਹੇ ਹੋ। ਮੈਡਮ ਇਸ ਤਰ੍ਹਾਂ ਹੈ ਵੀ ਪੁਰਅਮਨ ਸੰਘਰਸ਼ ਚੱਲ ਰਿਹਾ। ਮਾਸਟਰ ਜੀ, ਪੁਰਅਮਨ ਤਰੀਕੇ ਦੇ ਨਾਲ ਅਸੀਂ ਸੰਘਰਸ਼ ਐਸਾ ਕਰ ਰਹੇ ਕਿ ਸਰਕਾਰ ਨੂੰ ਜਗਾਉਣ ਲਈ। ਸਰਕਾਰ ਮੰਨ ਨਹੀਂ ਰਹੀ, ਸਰਕਾਰ ਸਮਝ ਨਹੀਂ ਰਹੀ। ਅਸੀਂ ਕੋਈ ਹਿੰਸਕ ਨਹੀਂ ਇੱਕ ਅੰਦੋਲਨ ਨੂੰ ਕੀਤਾ, ਪੁਰਅਮਨ ਤਰੀਕੇ ਨਾਲ ਚੱਲ ਰਿਹਾ ਆ। ਤੋ ਇਸ ਕਰਕੇ ਜਿੱਦਾਂ ਸਾਡਾ ਸਟੈਪ ਬਾਈ ਸਟੈਪ ਇਹ ਚਾਹੋ, ਇਸ ਕਰਕੇ ਪੁਰਅਮਨ ਰੇਲਾਂ ਰੋਕੀਆਂ 4 ਘੰਟੇ ਲਈ। ਸਾਨੂੰ ਅਫਸੋਸ ਹੈ ਕਿ ਜਿਹੜੇ ਮੁਸਾਫਰ ਵੀਰ ਹੈ ਉਹਨਾਂ ਨੂੰ ਕਾਫੀ ਦਿੱਕਤ ਆਏਗੀ, ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ। ਪਰ ਸਾਡੀ ਮਜਬੂਰੀ ਆ ਕਿ ਸਰਕਾਰ ਨੂੰ ਕਿੱਦਾਂ ਜਗਾਈਏ, ਇਸ ਕਰਕੇ ਅਸੀਂ ਪੁਰਅਮਨ ਤਰੀਕੇ ਨਾਲ ਰੇਲਾਂ ਰੋਕੀਆਂ 4 ਘੰਟੇ ਲਈ। ਕਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਲਗਾਤਾਰ ਕਿਸਾਨ ਅੰਦੋਲਨ ਨੂੰ ਇੱਕ ਅਲੱਗ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਦੇਸ਼ ਦੀਆਂ ਸਰਕਾਰਾਂ ਵੱਲੋਂ। ਸਾਡੇ ਜਿਹੜੇ ਦੇਸ਼ ਦਾ ਨੈਸ਼ਨਲ ਮੀਡੀਆ ਉਹ ਇਸ ਨੂੰ ਇੱਕ ਅਲੱਗ ਤਰ੍ਹਾਂ ਨਾਲ ਪੋਰਟਰੇ ਕਰ ਰਿਹਾ ਕਿਸਾਨ ਅੰਦੋਲਨ ਨੂੰ, ਇੱਕ ਹਿੰਸਕ ਛਵੀ ਦਿਖਾਉਣਾ ਚਾਹ ਰਿਹਾ ਕਿਸਾਨ ਅੰਦੋਲਨ ਦੀ। ਕਿਸ ਤਰ੍ਹਾਂ ਦੇਖ ਰਹੇ ਹੋ ਉਸ ਚੀਜ਼ ਨੂੰ? ਦੇਖੋ, ਜਦੋਂ ਵੀ ਸੰਘਰਸ਼ ਹੁੰਦੇ ਆ ਨਾ, 2 ਰੂਪ ਦਿਖਦੇ ਆ। ਇੱਕ ਮੋਦੀ ਰੂਪ ਦਿਖਦਾ ਹੈ, ਇੱਕ ਸਾਡਾ ਰੂਪ ਦਿਖਦਾ ਹੈ। ਸਾਡਾ ਰੂਪ ਹੈਗਾ ਸ਼ਾਂਤਮਈ, ਉਹਨਾਂ ਦਾ ਹੈਗਾ ਭੜਕਾਊ ਮੀਡੀਆ। ਭੜਕਾਉਣਾ ਮੋਦੀ ਨੂੰ ਭੜਕਾਉਣ ਲਈ, ਸਿਰਫ ਉਹਨੂੰ ਭੜਕਾਉਣ ਲਈ ਇਹ ਇਦਾਂ ਦੇ ਬਿਆਨਬਾਜ਼ੀਆਂ ਜਿਹੜੀਆਂ ਉੱਥੇ ਕਰਦੇ ਨੇ, ਪਰ ਟੇਬਲ ਟਾਕ ਨਹੀਂ ਕਰਦੇ। ਉਹਨਾਂ ਨੂੰ ਪੁੱਛੋ ਕਿ ਟੇਬਲ ਟਾਕ ਤੇ ਆ ਕੇ ਸਾਡੇ ਨਾਲ ਗੱਲਬਾਤ ਕਰਨ। ਅਸੀਂ ਕਿਹੜੀਆਂ ਮੰਗਾਂ ਲੈ ਕੇ ਆਏ ਹੋਏ ਆ? ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਬੇਨਤੀਆਂ ਮੰਨਣ। ਆਹ 3 ਘੰਟੇ ਦਾ ਜਿਹੜਾ ਅੱਜ ਅਸੀਂ ਜਿਹੜਾ ਰੱਖਿਆ ਹੋਇਆ ਮੀਟਿੰਗ, ਤੇ ਉਹ ਸਾਰੇ ਸਾਈਕਲ ਸਭਾ ਵੱਲੋਂ, ਅਸੀਂ ਰਾਮਾ ਮੰਡੀ ਸਾਈਕਲ ਸਭਾ ਵੱਲੋਂ, ਸਾਡੇ ਪ੍ਰਧਾਨ ਸਾਹਿਬ ਵੀ ਆਏ ਹੋਏ ਨੇ, ਤੇ ਬਾਕੀ ਆਪਾਂ ਸੁਸਾਇਟੀਆਂ ਵੱਲੋਂ ਇੰਨੀ ਕੁ ਬੇਨਤੀ ਕਰਨ ਚਾਹੁੰਦੇ, ਜਿੰਨੇ ਕਾਲੇ ਕਾਨੂੰਨ ਆ ਉਹ ਜਲਦ ਰੱਦ ਕਰਾਏ ਜਾਣ, ਕਿਉਂਕਿ ਸਾਡਾ ਵੀ ਕੋਈ ਖੂਨ ਹੈ, ਅਸੀਂ ਇਨਸਾਨ ਆ। ਸਾਡੀ ਪਰਖ ਨਾ ਕਰੋ, ਸਾਡੀ ਪਰਖ ਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਕਿਸਾਨਾਂ ਵੱਲੋਂ ਰੇਲਵੇ ਲਈ ਜਿਹੜਾ ਚੱਕਾ ਜਾਮ ਦੀ ਐਲਾਨ ਕੀਤਾ ਗਿਆ ਸੀ, ਇਸ ਨੂੰ ਵੱਖ-ਵੱਖ ਜਥੇਬੰਦੀਆਂ ਦਾ ਜਿਹੜਾ ਸਮਰਥਨ ਮਿਲ ਰਿਹਾ। ਅੱਜ ਸਾਡੇ ਨਾਲ ਸਾਈਕਲ ਯੂਨੀਅਨ ਦੇ ਪ੍ਰਧਾਨ ਵੀ ਨੇ। ਹਾਂਜੀ ਸਰ, ਤੁਸੀਂ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਰੇਲ ਰੋਕੋ ਨੂੰ ਸਮਰਥਨ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਨਹੀਂ ਚਾਹੁੰਦੇ ਕਿ ਆਮ ਪਬਲਿਕ ਪਰੇਸ਼ਾਨ ਹੋਵੇ। 3 ਮਹੀਨੇ ਤੋਂ ਸਾਡੇ ਕਿਸਾਨ ਵੀਰ ਠੰਡ ਦੇ ਵਿੱਚ, ਧੁੰਦ ਦੇ ਵਿੱਚ ਸੜਕਾਂ 'ਤੇ ਲੰਮੇ ਪਏ ਹੈ। ਸਰਕਾਰ ਬਿਲਕੁਲ ਅਵੇਸਲੀ ਹੋ ਚੁੱਕੀ ਹੈ। ਅਸੀਂ ਪਹਿਲਾਂ ਰੇਲਾਂ ਰੋਕੀਆਂ ਸੀ, ਅਸੀਂ ਛੱਡ ਦਿੱਤੀਆਂ ਸੀ, ਕਿਉਂਕਿ ਸਾਡੇ ਵੀਰ ਨੇ, ਸਾਡੀਆਂ ਭੈਣਾਂ ਨੇ ਜਿਹੜੇ ਟ੍ਰੇਨਾਂ ਵਿੱਚ ਨੇ। ਪਰ ਜਦੋਂ ਅਸੀਂ ਪਰੇਸ਼ਾਨ ਹੁੰਦੇ ਆ, ਸਾਨੂੰ ਮਜਬੂਰ ਹੋਣਾ ਪੈਂਦਾ ਹੈ, ਕਿਉਂਕਿ ਹੁਣ ਸਰਕਾਰ ਨੇ ਐਲਾਨ ਕਰ ਦਿੱਤਾ ਅਸੀਂ ਤੁਹਾਡੀ ਗੱਲ ਨਹੀਂ ਮੰਨਣੀ। ਸਾਨੂੰ ਕੋਈ ਨਾ ਕੋਈ ਉਂਗਲ ਟੇਢੀ ਕਰਨੀ ਪੈਣੀ ਹੈ। ਇਹ ਉਂਗਲ ਟੇਢੀ ਕਰਨ ਦਾ ਇੱਕ ਨਮੂਨਾ ਹੈ। ਅੱਜ 4 ਘੰਟੇ ਵਾਸਤੇ ਰੋਕੀ ਹੈ। ਜੇ ਸਾਨੂੰ ਮਜਬੂਰ ਹੋਣਾ ਪਿਆ ਤੇ ਅਸੀਂ ਹੋ ਸਕਦਾ ਅਣਮਿੱਥੇ ਸਮੇਂ ਲਈ ਵੀ ਟ੍ਰੇਨਾਂ ਰੋਕੀਏ। ਕਿਉਂ? ਜਦੋਂ ਅਸੀਂ ਆਪ ਪਰੇਸ਼ਾਨ ਹੋਵਾਂਗੇ, ਅਸੀਂ ਸਰਕਾਰ ਨੂੰ ਪਰੇਸ਼ਾਨ ਕਰਾਂਗੇ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ, ਤੁਸੀਂ ਪੰਜਾਬ ਦੇ ਲੋਕਾਂ ਦਾ ਹਾਲ ਦੇਖ ਲਿਆ। ਪੰਜਾਬ ਦੇ ਲੋਕਾਂ ਦੇ ਖੂਨ ਦੇ ਵਿੱਚ ਇਨਸਾਫ ਹੈ। ਤੁਹਾਡੇ ਉਮੀਦਵਾਰਾਂ ਦਾ ਉਹ ਹਾਲ ਹੋਇਆ ਜਿਹੜਾ ਕਿਸੇ ਨੇ ਸੋਚਿਆ ਨਹੀਂ ਸੀ। ਨੋਟਾਂ ਨੂੰ ਵੋਟਾਂ ਵੱਧ ਪੈ ਗਈਆਂ ਬੀਜੇਪੀ ਦੇ ਕੈਂਡੀਡੇਟ ਨਾਲੋਂ। ਇਸ ਤੋਂ ਵੱਡੀ ਸ਼ਰਮ ਦੀ ਕੀ ਗੱਲ ਹੋ ਸਕਦੀ ਹੈ ਕਿ ਕੇਂਦਰ ਸਰਕਾਰ ਹੋਵੇ, ਆਪਣੀ ਕੇਂਦਰ ਸਰਕਾਰ ਹੋਵੇ, ਔਰ ਉਹਦੇ ਕੈਂਡੀਡੇਟ ਨੂੰ ਵੋਟਾਂ ਨੋਟਾਂ ਤੋਂ ਵੀ ਘੱਟ ਪੈਣ। ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋ ਸਕਦੀ ਹੈ? ਪਰ ਕਿਉਂਕਿ ਪੰਜਾਬ ਦੇ ਲੋਕਾਂ ਦੇ ਖੂਨ ਦੇ ਵਿੱਚ ਇਨਸਾਫ ਹੈ, ਉਹਨਾਂ ਨੇ ਇਨਸਾਫ ਨੂੰ ਵੋਟਾਂ ਪਾਣੀਆਂ। ਇਹਨਾਂ ਵਾਸਤੇ ਹੋਰ ਸ਼ਰਮ ਦੀ ਕੀ ਗੱਲ ਹੋ ਸਕਦੀ ਹੈ? ਇਹਨਾਂ ਦਾ ਕੇਂਦਰੀ ਕੈਬਨਿਟ ਮਿਨਿਸਟਰ ਸਾਬਕਾ ਤੀਕਸ਼ਣ ਸੂਦ, ਉਹਦੀ ਪਤਨੀ ਹਰ ਗਈ 250 ਵੋਟ ਦੇ ਆਪਣੇ ਘਰ ਵਾਲੇ ਵਾਰਡ ਵਿੱਚੋਂ। ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋ ਸਕਦੀ ਕੋਈ? ਇਹ ਕਿਹੜੇ ਭੁਲੇਖੇ 'ਚ ਬੈਠੇ ਆ? ਇਹ ਸਾਨੂੰ ਕਹਿੰਦੇ ਸੀ ਅਸੀਂ ਅੱਧੀਆਂ ਸੀਟਾਂ ਲੜਨੀਆਂ, ਅੱਧੀਆਂ ਤੁਸੀਂ ਲੜੋ, ਅਸੀਂ ਲੜਾਂਗੇ। ਇਹਨਾਂ ਦੀ ਔਕਾਤ 2% ਤੇ ਆ ਗਈ ਹੈ। ਇਹਨਾਂ ਨੂੰ 2% ਵੋਟਾਂ ਪਈਆਂ ਪੰਜਾਬ ਦੇ ਵਿੱਚੋਂ। ਅਸੀਂ ਮੋਦੀ ਸਾਹਿਬ ਫਿਰ ਬੇਨਤੀ ਕਰਦੇ ਹਾਂ, ਜਿਹੜਾ ਆਲੇ ਵਾਲੇ ਤੁਹਾਡੇ ਨੰਬਰ ਰਚਿਆ ਅਡਾਨੀਆਂ ਨੇ, ਉਸ ਤੋਂ ਬਾਹਰ ਨਿਕਲੋ, ਆਮ ਲੋਕਾਂ ਦੇ ਵਿੱਚ ਵਿਚਰੋ। ਅੱਜ ਦੇਖੋ ਆਮ ਲੋਕ ਕੀ ਤੁਹਾਨੂੰ ਕਹਿੰਦੇ ਆ, 2 ਬੰਦਿਆਂ ਨੇ ਵੋਟਾਂ ਨਹੀਂ ਪਾਣੀਆਂ, ਵੋਟਾਂ ਆਮ ਲੋਕਾਂ ਨੇ ਪਾਣੀਆਂ। ਅੱਜ ਜੋ ਪੰਜਾਬ 'ਚ ਹਾਲ ਹੋਇਆ, ਇਹ ਸਾਰੇ ਇੰਡੀਆ 'ਚ ਇਹੀ ਹਾਲ ਹੋਣਾ ਹੈ, ਔਰ ਤੁਹਾਨੂੰ ਮੂੰਹ ਗਿਰਨਾ ਪੈਣਾ। ਉਸ ਤੋਂ ਪਹਿਲਾਂ ਆਪਣੇ ਕੰਧ 'ਤੇ ਲਿਖਿਆ ਵਿਚਾਰੋ। ਜਿਹੜੇ 3 ਕਾਲੇ ਕਾਨੂੰਨ ਹੈ ਵਾਪਸ ਲਓ, ਝੂਠ ਨਾ ਬੋਲੋ। ਇੱਕ ਪਾਸੇ ਕਹਿੰਦੇ ਸੀ ਇਹਨੂੰ ਆਪਾਂ ਰੈਕਟੀਫਾਈ ਕਰ ਦਿੰਦੇ ਆ, ਸੁਧਾਰ ਕਰ ਲੈਂਦੇ ਆ। ਜੇ ਤੁਹਾਡੇ ਕਾਨੂੰਨ ਠੀਕ ਸੁਧਾਰ ਸੀ ਕਿਉਂ ਕਰਨਾ? ਇਹਦਾ ਮਤਲਬ ਦਾਲ 'ਚ ਕਾਲਾ ਹੈਗਾ, ਇਹ ਆਪ ਮੰਨਦੇ ਆ। ਪਰ ਜਿਹੜੀ ਸਾਡੀ ਸਭ ਤੋਂ ਵੱਡਾ ਸਾਡਾ ਇਨਸਾਫ ਦਾ ਮੰਦਰ ਹੈ, ਉੱਥੇ ਝੂਠ ਬੋਲਦੇ ਆ। ਸੋ ਇਹਨਾਂ ਝੂਠਿਆਂ ਨੂੰ ਪੰਜਾਬ ਵਾਲਿਆਂ ਲੋਕਾਂ ਨੇ ਇਹਨਾਂ ਦੇ ਮੂੰਹ 'ਤੇ ਚਪੇੜ ਮਾਰੀ ਹੈ ਜਿਹੜੀ ਵੋਟਾਂ ਦੇ ਵਿੱਚ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ, ਜਲਦ ਤੋਂ ਜਲਦ ਇਹ 3 ਕਾਲੇ ਕਾਨੂੰਨ ਵਾਪਸ ਲਓ।
ਇਹ ਕਿਸਾਨ ਵਿਚਾਰੇ ਮਿਹਨਤੀ ਬੰਦੇ ਨੇ, ਇਹ ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਨੇ। ਇਹ ਕਿੱਥੇ ਰੁਲਦੇ ਪਏ? ਉੱਥੇ ਆਣ ਆਪਣੇ ਖੇਤਾਂ 'ਚ ਕੰਮ ਕਰਨ, ਆਪਣੀਆਂ ਫਸਲਾਂ ਬੀਜਣ, ਆਪਣੇ ਘਰ ਰੋਟੀ ਪਾਣੀ ਚਲਾਉਣ। ਸਾਨੂੰ ਕੋਈ ਸ਼ੌਂਕ ਨਹੀਂ ਕਿਸਾਨਾਂ ਨੂੰ ਕਿ ਉੱਥੇ ਜਾ ਕੇ ਇਹ ਕੰਮ ਕਰਨ। ਤੇ ਅਸੀਂ ਬੇਨਤੀ ਕਰਦੇ ਹਾਂ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨੂੰ ਬਣਦਾ ਹੱਕ ਦੇ ਕੇ ਵਾਪਸ ਭੇਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ, ਇੱਕ ਪਾਸੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹ ਕਹਿੰਦੇ ਨੇ ਕਿ ਅਸੀਂ ਕਿਸਾਨ ਜਥੇਬੰਦੀਆਂ ਤੋਂ ਸਿਰਫ ਇੱਕ ਕਾਲ ਦੀ ਦੂਰੀ ਤੇ ਹਾਂ, ਪਰ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਉਹ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਅੰਦੋਲਨ ਜੀਵੀ ਪਰਜੀਵੀ ਨਾਮ ਦੇ ਰਹੇ ਨੇ। ਦੇਖੋ ਜੀ, ਮੋਦੀ ਸਾਹਿਬ ਸਾਰੇ ਆਮ ਝੂਠ ਬੋਲਦੇ ਨੇ। ਉਹ ਕਿਸਾਨਾਂ ਦੀ ਗੱਲ ਹੀ ਨਹੀਂ ਸੁਣਦੇ, ਆਪ ਤਾਂ ਮੀਟਿੰਗ ਵਿੱਚ ਆਉਂਦੇ ਹੀ ਨਹੀਂ। ਉਹਨਾਂ ਦੇ ਮੰਤਰੀ ਆਉਂਦੇ ਆ, 200 ਤੋਂ ਵੱਧ ਬੰਦਾ ਕਿਸਾਨ ਸ਼ਹੀਦ ਹੋ ਗਿਆ ਤੇ ਉਹਨਾਂ ਦੇ ਬਾਰੇ ਕਹਿੰਦੇ ਸਾਨੂੰ ਪਤਾ ਹੀ ਕੁਝ ਨਹੀਂ ਹੈ। ਤੇ ਜੇ ਇਹਨਾਂ ਨੂੰ ਪਤਾ ਨਹੀਂ ਤੇ ਫਿਰ ਕਿਸ ਚੀਜ਼ ਦੇ ਮੰਤਰੀ ਨੇ? ਦੇਖੋ, ਕਿਸਾਨਾਂ ਦਾ ਕਾਨੂੰਨ ਤੁਸੀਂ ਕਹਿੰਦੇ ਇਹਨਾਂ ਦੇ ਫਾਇਦੇ ਵਾਸਤੇ ਲਿਆਂਦਾ, ਜੇ ਉਹਨਾਂ ਨੂੰ ਉਸ ਵਿੱਚ ਫਾਇਦਾ ਨਹੀਂ ਉਹ ਕਹਿੰਦੇ ਵਾਪਸ ਲੈ ਲਓ। ਤੇ ਪਬਲਿਕ ਨੇ ਤੁਹਾਨੂੰ ਜਿਤਾਇਆ ਤੇ ਪਬਲਿਕ ਦੀ ਤੁਸੀਂ ਗੱਲ ਨਹੀਂ ਸੁਣਦੇ, ਤੁਸੀਂ ਅੰਦਰੋਂ ਬਾਹਰ ਨਹੀਂ ਨਿਕਲਦੇ, WhatsApp 'ਚ ਗੱਲਾਂ ਕਰੀ ਜਾਂਦੇ ਹੋ। ਮੰਤਰੀ ਨੂੰ ਤੋਮਰ ਸਾਹਿਬ ਨੂੰ ਭੇਜ ਦਿੰਦੇ, ਉਹਨਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ। ਨਾ ਇਹਨਾਂ ਨੂੰ ਕਿਸਾਨੀ ਦਾ ਪਤਾ, ਨਾ ਇਹਨਾਂ ਨੂੰ ਪਤਾ ਵੀ ਕਿੰਨਾ ਗੰਨਾ ਬੀਜਣਾ, ਨਾ ਇਹਨਾਂ ਨੂੰ ਪਤਾ ਕਿੰਨੀ ਖਾਦ ਪਾਉਣੀ ਹੈ, ਕਿਸੇ ਦਾ ਉਹਨਾਂ ਨੂੰ ਪਤਾ ਨਹੀਂ ਹੈ। ਇਹ ਕਿਸਾਨਾਂ ਨੂੰ ਨਜਾਇਜ਼ ਤੰਗ ਕਰ ਰਹੇ ਨੇ। ਇਸ ਕਾਰਨ ਕਿਸਾਨ ਸ਼ਹੀਦੀਆਂ ਵੀ ਪਾ ਰਹੇ ਨੇ, 200 ਤੋਂ ਵੱਧ ਬੰਦਾ ਸ਼ਹੀਦ ਵੀ ਹੋ ਗਿਆ ਹੈ। ਤੇ ਇਹ ਕਿਸਾਨ ਜਿਹੜੇ ਨੇ ਵਾਪਸ ਮੁੜਨ ਵਾਲੇ ਨਹੀਂ ਹੈ। ਇਹ ਕਿਸਾਨ ਇੱਕ ਇਕੱਲਾ ਪੰਜਾਬ ਨਹੀਂ ਹੈ, ਹਿੰਦੁਸਤਾਨ ਜਿਹੜਾ ਹੈ ਕਿਸਾਨਾਂ ਦੇ ਨਾਲ ਹੈ। ਤੇ ਹੋਰ ਬਾਕੀ ਸਾਡੇ ਵੀਰ ਜੀ ਦੱਸ ਗਏ ਨੇ ਵੀ ਇਹਨਾਂ ਨੂੰ ਮੂੰਹ ਹਾਰ ਖਾਣੀ ਪੈਣੀ ਹੈ ਤੇ ਕੁਰਸੀ ਵੀ ਛੱਡਣੀ ਪੈਣੀ ਹੈ, ਸੱਤਾ ਛੱਡਣੀ ਪੈਣੀ ਇਹਨਾਂ ਨੂੰ। ਜਾਂ ਤੇ ਤਿੰਨੇ ਕਾਨੂੰਨ ਵਾਪਸ ਕਰਨ ਤੇ ਫਿਰ ਪਬਲਿਕ ਇਹਨਾਂ ਦੇ ਨਾਲ ਜੁੜ ਸਕਦੀ ਹੈ। ਤੇ ਸਾਰੀ ਪਬਲਿਕ ਇਹਨਾਂ ਦੇ ਨਾਲ ਹੈ। ਤਿੰਨੇ ਕਾਨੂੰਨ ਵਾਪਸ ਕਰਕੇ ਕਿਸਾਨਾਂ ਨੂੰ ਘਰ ਭੇਜਣ। ਉੱਥੇ ਬੀਬੀਆਂ, ਛੋਟੇ ਛੋਟੇ ਬੱਚੇ, ਬੁੱਢੇ ਬਜ਼ੁਰਗ ਕਿਸਾਨ ਜਿਹੜੇ ਨੇ ਕੁਰਬਾਨੀਆਂ ਦੇ ਰਹੇ ਨੇ ਤੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ। ਮੋਦੀ ਸਾਹਿਬ ਨੇ ਬਿਲਕੁਲ ਸ਼ਰਮ ਲਾਈ ਹੈ। ਛੇਗੇ ਛੜੇ ਮਲੰਗ ਮੋਦੀ ਸਾਹਿਬ, ਨਾ ਇਹਨਾਂ ਦਾ ਕੋਈ ਧੀ ਹੈ ਨਾ ਪੁੱਤ। ਤੁਹਾਨੂੰ ਪਤਾ ਨਹੀਂ ਸਰਕਾਰ ਚਲਾਉਣੀ ਕਿੱਦਾਂ। ਜੇ ਕਿਸੇ ਦੇ ਬੱਚੇ ਹੋਣ, ਕਿਸੇ ਦਾ ਪਰਿਵਾਰ ਹੋਵੇ, ਉਹਨੂੰ ਪਤਾ ਹੁੰਦਾ ਵੀ ਇਹ ਸਰਕਾਰ ਕਿੱਦਾਂ ਚਲਾਉਣੀ। ਪਰ ਬੱਚਿਆਂ ਦਾ ਦੁੱਖ ਹੁੰਦਾ ਹੈ, ਬਜ਼ੁਰਗਾਂ ਦਾ ਦੁੱਖ ਹੁੰਦਾ ਹੈ। ਇਹਦਾ ਸਕਾ ਭਾਈ ਸਾਹਿਬ ਜਿਹੜਾ ਹੈ ਉਹ ਅੰਦੋਲਨ ਦੇ ਵਿੱਚ ਆਣ ਕੇ ਬੈਠਦਾ ਹੈ। ਇਹਦੀ ਮਾਤਾ ਨੇ ਕਿਹਾ ਵੀ ਤੂੰ ਇਹ ਕੰਮ ਇਹਨਾਂ ਨੇ ਕਿਸਾਨਾਂ ਨੇ ਖਤਮ ਕਰ, ਇਹਨਾਂ ਨੇ ਜੋ ਬੰਦਾ ਇਹਨਾਂ ਨੂੰ ਦੇ। ਫਿਰ ਵੀ ਉਹ ਮਾਤਾ ਆਪਣੀ ਜਨਮ ਦੇਣ ਵਾਲੀ ਮਾਂ ਦੀ ਨਹੀਂ ਮੰਨਦਾ, ਆਪਣੇ ਭਰਾ ਦੀ ਨਹੀਂ ਮੰਨਦਾ, ਕਿਸੇ ਦੀ ਨਹੀਂ ਮੰਨਦਾ। ਇਹ ਵੇਖ ਚੁੱਕਾ ਹੈ ਅਡਵਾਨੀਆਂ ਬਾਨੀਆਂ ਕੋ, ਉਹਨਾਂ ਨੇ ਇਹਨੂੰ ਖਰੀਦ ਲਿਆ ਤੇ ਇਸ ਕਰਕੇ ਹਿੰਦੁਸਤਾਨ ਉਹਨਾਂ ਨੂੰ ਵੇਚਣਾ ਚਾਹੁੰਦਾ ਹੈ। ਰੇਲ ਗੱਡੀਆਂ ਵੇਚਤੀਆਂ, ਜਹਾਜ਼ ਅੱਡੇ ਵੇਚ ਦਿੱਤੇ ਆ, ਰੇਲਾਂ ਵੇਚਤੀਆਂ, ਹੁਣ ਗੈਸ ਏਜੰਸੀ ਵੇਚਤੀ ਹੈ, ਪੈਟਰੋਲ ਭਾਰਤ ਪੈਟਰੋਲ ਵੇਚ ਦਿੱਤਾ ਹੈ, ਹਰ ਚੀਜ਼ਾਂ ਉਹਨਾਂ ਨੇ ਵੇਚ ਦਿੱਤੀਆਂ। ਤੇ ਹੁਣ ਇਹ ਜਿਹੜਾ ਨੇ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਵੇਚਣੀਆਂ ਚਾਹੁੰਦੇ ਨੇ, ਕਿਸਾਨਾਂ ਨੂੰ ਬੇਘਰਾ ਬਣਾਉਣਾ ਚਾਹੁੰਦੇ ਨੇ, ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਨੇ। ਤੇ ਕਿਸਾਨ ਇਸ ਗੱਲ ਨੂੰ ਬਹਿਸ ਨਹੀਂ ਕਰਨਗੇ, ਬਰਦਾਸ਼ਤ ਨਹੀਂ ਕਰਨਗੇ। ਤੇ ਕਿਸਾਨ ਇਹਨਾਂ ਦੇ ਨਾਲ ਡਟ ਕੇ ਮੁਕਾਬਲਾ ਕਰਨਗੇ, ਭਾਵੇਂ ਉੱਥੇ ਸਾਲਾਂ ਵਿੱਚ ਉਹਨਾਂ ਨੂੰ ਬਹਿਣਾ ਪਵੇ। ਸਾਰਾ ਹਿੰਦੁਸਤਾਨ ਉਹਦੇ ਨਾਲ ਹੈ। ਜਿੰਨੇ ਵੀ ਜੋ ਕੋਈ ਹਰ ਇੱਕ ਮਹੱਲੇ ਦੇ ਵਿੱਚ, ਹਰ ਇੱਕ ਪੰਚਾਇਤਾਂ ਜਿਹੜੀਆਂ ਨੇ ਆਪਣੇ ਵੱਲੋਂ ਸੰਯੋਗ ਵਾਸਤੇ ਉੱਥੇ ਪਹੁੰਚ ਰਹੀਆਂ ਨੇ। ਉਹਨਾਂ ਨੂੰ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਲੰਗਰ ਛਕ ਰਹੇ ਨੇ, ਪਕਾ ਰਹੇ ਨੇ, ਖਾ ਰਹੇ ਨੇ। ਕੋਈ ਵੀ ਉੱਥੇ ਆਣ ਕੇ ਖਾ ਸਕਦਾ, ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਔਰ ਇੱਥੇ ਜਿਹੜੀ ਟ੍ਰੇਨ ਚੱਲ ਆਵਾਈ ਰੁਕੀ ਹੈ, ਇਹਦੇ ਵਿੱਚ ਪਬਲਿਕ ਬੈਠੀ ਹੈ ਨਾ, ਉਸ 'ਤੇ ਵੀ ਲੰਗਰ ਤਿਆਰ ਹੈ। ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਏਗੀ। ਜ਼ਿਮੀਂਦਾਰਾਂ ਵੱਲੋਂ ਲੰਗਰ ਤਿਆਰ ਹੈ, ਉੱਥੇ ਆਣ ਕੇ ਛਕ ਸਕਦੇ ਨੇ, ਪ੍ਰੇਮ ਨਾਲ ਬੈਠਣਗੇ। ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇਗੀ। ਜੋ ਕਿਸਾਨ ਜਥੇਬੰਦੀਆਂ ਦਾ ਹੁਕਮ ਹੈ ਉਹੀ ਮੰਨਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕੱਲ੍ਹ ਜਿਹੜੇ ਚੋਣ ਨਤੀਜੇ ਆਏ ਨੇ, ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਬੀਜੇਪੀ ਦੀ ਇੰਨੀ ਕਰਾਰੀ ਹਾਰ ਹੋਈ ਹੈ ਇਸ ਤੇ ਹੀ ਕਿਸਾਨ ਅੰਦੋਲਨ ਦਾ ਨਤੀਜਾ ਹੈ? ਹਾਂਜੀ ਬਿਲਕੁਲ ਜੀ, ਕਿਸਾਨ ਅੰਦੋਲਨ ਦਾ ਜਿਹੜਾ ਹੈਗਾ ਆ ਨਤੀਜਾ ਜਿਹੜਾ ਇਹ ਬੀਜੇਪੀ ਸਰਕਾਰ ਨੂੰ ਭੁਗਤਣਾ ਪਿਆ ਆ। ਤੇ ਬੀਜੇਪੀ ਸਰਕਾਰ ਜਿਹੜੀ ਆ ਉਹ ਅੱਗੋਂ ਵੀ ਇੱਕ ਜਿਹੜਾ ਇਹਨਾਂ ਨੇ ਕਿਸਾਨਾਂ ਦੇ ਨਾਲ ਆਪਣਾ ਬਿੱਲ ਜਿਹੜੇ ਆ ਉਹ ਕੀਤੇ ਆ, ਉਹ ਬਿਲਕੁਲ ਇਹਨਾਂ ਨੂੰ ਹਰ ਵਰਗ ਦੇ ਹਰ ਸਟੇਜ ਤੇ ਆ ਕੇ ਇਹਨਾਂ ਨੂੰ ਇਹ ਖਮਿਆਜਾ ਭੁਗਤਣਾ ਪਏਗਾ। ਹਾਂਜੀ, ਤੇ ਅਸੀਂ ਕਿਸਾਨ ਤਾਂ ਨਹੀਂ ਹੈਗੇ, ਪਰ ਦੁਕਾਨਦਾਰ ਹੋਣ ਦੇ ਨਾਤੇ ਸਾਨੂੰ ਇਹ ਬਹੁਤ ਦੁੱਖ ਆ। ਜਿਹੜਾ ਮਾਰਕੀਟਾਂ ਇਸ ਵੇਲੇ ਬਿਲਕੁਲ ਜ਼ਮੀਨ ਤੇ ਆ ਗਈਆਂ ਆ। ਜਿਹੜਾ ਪੰਜਾਬ ਦੇ ਵਿੱਚ ਅਸੀਂ ਤਕਰੀਬਨ ਦੇਖਦੇ ਆ ਕਿ ਜਦੋਂ ਅਸੀਂ ਆਪਣਾ ਸੂਰਤ, ਆਪਣਾ ਕੀ ਕਹਿੰਦੇ ਅਹਿਮਦਾਬਾਦ ਦੀ ਪਰਚੇਜਿੰਗ ਆ ਸਾਡੀ ਸਾਰੀ, ਜਦੋਂ ਅਸੀਂ ਉੱਥੇ ਵੀ ਜਾਂਦੇ ਆ ਅਸੀਂ ਦੇਖਦੇ ਆ ਕਿ ਜਿਹੜਾ ਵੀ ਹੈਗਾ ਵਪਾਰੀ ਵਰਗ ਇਸ ਮੋਦੀ ਦੇ ਆਉਣ ਦੇ ਨਾਲ ਬਹੁਤ ਦੁਖੀ ਆਪਣੇ ਆਪ ਨੂੰ ਮਹਿਸੂਸ ਕਰਦਾ। ਪਹਿਲਾਂ ਤਾਂ ਦੇਖੋ GST ਨੇ ਮਾਰ ਮਾਰੀ, ਉਸ ਤੋਂ ਬਾਅਦ ਆਪਣਾ ਨੋਟਬੰਦੀ ਨੇ ਮਾਰ ਮਾਰੀ ਕਿਸਾਨ ਆਪਣਾ ਵਪਾਰੀਆਂ ਨੂੰ। ਹੁਣ ਜਿਹੜਾ ਹੈਗਾ ਕਿਸਾਨ ਭਾਈਚਾਰੇ ਦੇ ਜਿਹੜੇ ਇਹਨਾਂ ਨੇ ਬਿੱਲ ਕੀਤੇ ਆ, ਇਹ ਬਹੁਤ ਹੀ ਅਸੀਂ ਗਲਤ ਮਹਿਸੂਸ ਕਰਦੇ ਆ। ਅਸੀਂ ਇੱਕ ਦੁਕਾਨਦਾਰ ਹੋਣ ਦੇ ਨਾਤੇ ਮੈਂ ਆਪਣਾ ਪੂਰਾ ਦੁਕਾਨਦਾਰ ਭਾਈਚਾਰਾ ਇੱਥੇ ਲੈ ਕੇ ਆਇਆ। ਉਹ ਆਪਣੀਆਂ ਦੁਕਾਨਾਂ ਛੱਡ ਕੇ ਆਪਣੇ ਸ਼ਟਰ ਥੱਲੇ ਕਰਕੇ ਦੁਕਾਨਾਂ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਅਸੀਂ ਇਹ ਚੀਜ਼ ਬਹੁਤ ਜ਼ਿਆਦਾ ਮਹਿਸੂਸ ਕਰਦੇ ਆ ਕਿ ਅਸੀਂ ਆਪਣਾ ਜਿਹੜਾ ਹੈਗਾ ਆ
ਸਾਡਾ ਵਪਾਰ ਉਹ ਇਸ ਬਿੱਲਾਂ ਕਰਕੇ ਜਿਹੜੇ ਕਿਸਾਨ ਭਾਈਚਾਰਾ ਜਿੰਨਾ ਵੀ ਪਿੰਡਾਂ ਦੇ ਵਿੱਚੋਂ ਆ ਉਹ ਸਾਰਾ ਦਿੱਲੀ ਜਾ ਕੇ ਬੈਠਾ ਹੋਇਆ। ਕਿਸਾਨ ਬਾਜ਼ਾਰ 'ਚ ਆਉਂਦੇ ਸੀ ਤੇ ਬਾਜ਼ਾਰ ਚਲਦੇ ਸੀ, ਪਰਚੇਜਿੰਗ ਕਰਦੇ ਸੀ। ਇਹਨਾਂ ਦਿਨਾਂ ਦੇ ਵਿੱਚ ਦੁਕਾਨਦਾਰਾਂ ਦੇ ਕੋਲ ਤਕਰੀਬਨ ਮੈਂ ਕਹਿ ਸਕਦਾ ਕਿ ਚਾਹ ਪੀਣ ਤੱਕ ਵੀ ਟਾਈਮ ਨਹੀਂ ਸੀ ਹੁੰਦਾ। ਮੈਂ ਤੁਹਾਨੂੰ ਸੱਚਾਈ ਜਿਹੜੀ ਗੱਲ ਦੱਸਾਂ, ਹੁਣ ਇਸ ਵੇਲੇ ਦੁਕਾਨਦਾਰ ਬਿਲਕੁਲ ਵਿਹਲੇ ਬਹਿ ਕੇ ਫ੍ਰੀ ਆਪਣੇ ਘਰਾਂ ਨੂੰ, ਉਹਨਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਵੀ ਜਿਹੜਾ ਹੈਗਾ ਆ, ਕਿਉਂਕਿ ਅੱਗੇ ਹੀ ਬਹੁਤ ਟੈਕਸਾਂ ਦੀ ਮਾਰ ਦੇ ਹੇਠ ਜਿਹੜੇ ਦੁਕਾਨਦਾਰ ਆ ਉਹ ਆਪਣਾ ਕੀ ਕਹਿੰਦੇ ਨੇ ਫਸੇ ਹੋਏ ਆ। ਜਿਹਦਾ ਇਨਕਮ ਟੈਕਸ ਹੋ ਗਿਆ, ਕਿਧਰੇ ਕੋਈ ਟੈਕਸ ਹੋ ਗਿਆ, ਇਹ ਟੈਕਸ ਦਾ ਬਹੁਤ ਜ਼ਿਆਦਾ ਗੌਰਮੈਂਟ ਲਾ ਕੇ ਬੈਠੀ ਆ। ਪਰ ਜਿੰਨੀ ਜਲਦੀ ਇਹ ਕਿਸਾਨਾਂ ਦਾ ਮਸਲਾ ਹੱਲ ਕਰੇਗੀ, ਦੁਕਾਨਦਾਰਾਂ ਦੇ ਵਿੱਚ ਵੀ ਆਪਣਾ ਬਾਜ਼ਾਰਾਂ ਦੇ ਵਿੱਚ ਵੀ ਖੁਸ਼ਹਾਲੀ ਪਰਤੇਗੀ। ਕਿਸਾਨ ਆਪਣੇ ਘਰਾਂ ਨੂੰ ਪਰਤਣਗੇ ਤੇ ਖੁਸ਼ਹਾਲੀ ਜਿਹੜੇ ਬਾਜ਼ਾਰਾਂ ਦੇ ਵਿੱਚ ਇਹ ਖੁਸ਼ਹਾਲੀ ਪਰਤੇਗੀ ਜੀ। ਕਿਆ ਤੁਸੀਂ ਦੇਖਿਆ ਕਿ ਜਿਹੜਾ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ, ਉਸ ਨੂੰ ਹਰੇਕ ਵਰਗ ਦਾ ਜਿਹੜਾ ਸਮਰਥਨ ਮਿਲ ਰਿਹਾ। ਮੇਰੇ ਨਾਲ ਇੱਥੇ ਜਿਹੜੇ ਨੇ ਵੱਖ-ਵੱਖ ਜਥੇਬੰਦੀਆਂ ਮੌਜੂਦ ਸਨ, ਜਿਹੜੇ ਕਿ ਇੱਕ ਸਾਈਕਲ ਯੂਨੀਅਨ ਤੋਂ ਸੀਗੇ, ਇੱਕ ਦੁਕਾਨਦਾਰ ਯੂਨੀਅਨ ਤੇ ਸੀਗੇ। ਉਹਨਾਂ ਵੱਲੋਂ ਜਿਹੜੇ ਲਗਾਤਾਰ ਜਿਹੜੇ ਕਿਸਾਨ ਆਪਣਾ ਜਿਹੜੇ ਹੱਕਾਂ ਵਾਸਤੇ ਲੜ ਰਹੇ ਨੇ, ਉਹਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਵਿੱਚ ਇਸ ਵੇਲੇ ਕਿੰਨਾ ਜ਼ਿਆਦਾ ਜਜ਼ਬਾ ਹੈ ਆਪਣੇ ਜਿਹੜੇ ਹੱਕ ਲੈਣ ਦੇ ਲਈ। ਉਹਨਾਂ ਵੱਲੋਂ ਲਗਾਤਾਰ ਜਿਹੜਾ ਹੈ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਕਿ ਜਿਹੜੇ ਤਿੰਨੇ ਖੇਤੀਬਾੜੀ ਕਾਨੂੰਨ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੇਂਦਰ ਸਰਕਾਰ ਰੱਦ ਕਰ ਦੇਵੇ ਤੇ MSP ਨੂੰ ਜਿਹੜਾ ਕਾਨੂੰਨ ਦੇ ਦਾਇਰੇ ਵਿੱਚ ਲੈ ਕੇ ਆਂਦਾ ਜਾਵੇ। ਅਮਰਜੋਤ ਜੀ, ਜਿਸ ਤਰ੍ਹਾਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਸਰਕਾਰ ਜਿਹੜੀ ਹੈ ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਹੈ, ਤੁਹਾਡੀ ਆਵਾਜ਼ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਅੱਜ ਤੁਹਾਡੇ ਵੱਲੋਂ ਜਿਹੜਾ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ, ਰੇਲਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਦੇਸ਼ ਭਰ ਵਿੱਚ, ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਕੇਂਦਰ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ, ਤੁਸੀਂ ਲੋਕਾਂ ਨੂੰ ਖੱਜਲ ਖਰਾਬ ਨਾ ਕਰੋ। ਹੁਣ ਕਿੰਨੇ ਯੰਤਰੀ ਆ, ਸਾਨੂੰ ਤਾਂ ਜੋ ਸੰਯੁਕਤ ਮੋਰਚੇ ਵੱਲੋਂ ਕਾਲ ਆ ਗਈ ਅਸੀਂ ਉਹਦੇ ਹਿਸਾਬ ਦੇ ਨਾਲ ਆਪਣਾ ਉਸ ਗੱਲ ਤੇ ਪਹਿਰਾ ਦੇਣਾ ਆ। ਅਸੀਂ ਇਸ ਵੇਲੇ ਜੋ 12 ਵਜੇ ਰੇਲਵੇ ਸਟੇਸ਼ਨ ਰਾਮਾ ਮੰਡੀ ਕੈਂਟ ਵਾਲਾ ਜੋ ਆ ਜਲੰਧਰ, ਉੱਥੇ ਅਸੀਂ 12 ਵਜੇ ਆਪਣੇ ਪੂਰੇ 12 ਵਜੇ ਟ੍ਰੇਨ ਰੋਕ ਦਿੱਤੀ। 4 ਵਜੇ ਤੱਕ ਅਸੀਂ ਇਹ ਟ੍ਰੇਨ ਰੋਕੀ ਜਾਊਗੀ। ਜੋ ਯਾਤਰੀ ਆ ਇਹ ਸਿਰਫ ਮੋਦੀ ਸਰਕਾਰ ਦੀ ਵਜ੍ਹਾ ਦੇ ਨਾਲ ਜੋ ਖੱਜਲ ਖਰਾਬ ਹੋ ਰਿਹਾ ਹੈ। ਮੋਦੀ ਸਾਹਿਬ ਨੂੰ ਅਸੀਂ ਇਹ ਗੱਲ ਕਹਿਣਾ ਚਾਹੁੰਦੇ, ਤੁਸੀਂ ਲੋਕਾਂ ਨੂੰ ਖੱਜਲ ਨਾ ਕਰੋ। ਜੋ ਕਾਲੇ ਕਾਨੂੰਨ ਵਾ, ਕਿਹਨੂੰ ਕਾਲੇ ਕਾਨੂੰਨ ਕਿਸਾਨਾਂ ਨੂੰ ਨਹੀਂ ਪਸੰਦ। ਲੱਖਾਂ ਦੇ ਹਿਸਾਬ ਦੇ ਨਾਲ ਜਾ ਕੇ ਆਪਣੇ ਬਾਰਡਰਾਂ ਤੇ ਜਾ ਕੇ ਬੈਠੇ ਆ, 2.5 ਮਹੀਨੇ ਦੇ ਕਰੀਬ ਹੋ ਗਏ ਆ। ਜੇ ਕਾਨੂੰਨ ਨਹੀਂ ਪਸੰਦ ਤਾਂ ਤਦੋਂ ਹੀ ਅਸੀਂ ਇਹਦਾ ਮੋਦੀ ਸਾਹਿਬ ਦਾ ਇੰਨਾ ਵਿਰੋਧ ਕਰ ਰਹੇ ਹਾਂ। ਅਸੀਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਜੋ ਲੋਕੀ ਖੱਜਲ ਖਵਾਰ ਹੋ ਰਹੇ ਉਹ ਨਾ ਹੋਣ, ਸਾਰੇ ਆਪਣੇ ਆਪਣੇ ਕੰਮਾਂ ਦੇ ਕਾਰਾਂ ਤੇ ਲੱਗਣ। ਇਸ ਕਰਕੇ ਜਿੰਨਾ ਚਿਰ ਕਾਲੇ ਕਾਨੂੰਨ ਨਹੀਂ ਰੱਦ ਹੁੰਦੇ ਉਹਨਾਂ ਚਿਰ ਇਹ ਰੇਲ ਰੋਕਣ ਵਾਲਾ ਜੋ ਹੋਰ ਚੱਕਾ ਜਾਮ ਵਾਲੇ ਇਹ ਸਾਰੇ ਜੋ ਸੰਯੁਕਤ ਮੋਰਚੇ ਵੱਲੋਂ ਸਾਨੂੰ ਕਾਲ ਆਊਗੀ, ਅਸੀਂ ਉਹਦੇ ਤੇ ਪੂਰਾ ਡਟ ਕੇ ਪਹਿਰਾ ਦੇਵਾਂਗੇ। ਅਸੀਂ ਮੋਦੀ ਸਰਕਾਰ ਦਾ ਪੂਰਾ ਡਟ ਕੇ ਵਿਰੋਧ ਕਰਾਂਗੇ। ਤੁਹਾਡੇ ਵੱਲੋਂ ਗੱਲ ਕੀਤੀ ਗਈ ਕਾਲੇ ਕਾਨੂੰਨਾਂ ਦੀ, ਪਰ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਨੇ, ਉਹਨਾਂ ਨਾਲ ਜਿਹੜੀ ਕਿਸਾਨ ਜਥੇਬੰਦੀਆਂ ਦੀ ਇੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ, 11 ਗੇੜ ਦੀ ਮੀਟਿੰਗ ਹੋ ਚੁੱਕੀ ਹੈ, ਪਰ ਉਹਨਾਂ ਨੇ ਹੱਲੇ ਵੀ ਇਹੀ ਕਿਹਾ ਕਿ ਸਾਨੂੰ ਕੁਝ ਵੀ ਕਾਲਾ ਨਜ਼ਰ ਨਹੀਂ ਆ ਰਿਹਾ, ਸਾਨੂੰ ਦੱਸਣ ਕਿਸਾਨ। ਇਸ ਤਰ੍ਹਾਂ ਜਿਹੜੀ ਬਿਆਨਬਾਜ਼ੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਦੇਖੋ ਉਹਨਾਂ ਨੂੰ ਕੀ ਪਤਾ ਕਿਹੜੇ ਏਸੀਆਂ ਦੇ ਵਿੱਚ ਸੌਣ ਵਾਲੇ ਆ, ਉਹਨਾਂ ਨੂੰ ਕੀ ਪਤਾ ਗਰਮੀਆਂ ਨੂੰ ਕਿੱਦਾਂ ਝੋਨਾ ਲੱਗਦਾ, ਕਿੱਦਾਂ ਝੋਨੇ ਕੱਦੂ ਕਰਕੇ ਵੱਟਾਂ ਲਿਪੀਆਂ ਜਾਂਦੀਆਂ, ਝੋਨਾ ਲੱਗਦਾ ਆ, ਕਿਸ ਹਿਸਾਬ ਨਾਲ ਕੰਮ ਹੁੰਦੇ ਆ, ਕਿਸ ਹਿਸਾਬ ਨਾਲ ਗਰਮੀਆਂ ਨੂੰ ਸਾਨੂੰ ਧੁੱਪੇ ਲੂ ਹੋਣਾ ਪੈਂਦਾ, ਜਾਂ ਸਿਆਲ ਨੂੰ ਕਿਸ ਹਿਸਾਬ ਨਾਲ ਕਦੋਂ ਕੋਰਾ ਪੈਂਦਾ ਆ, ਧੁੰਦਾਂ ਪੈਂਦੀਆਂ। ਅਸੀਂ ਰਾਤ ਨੂੰ 12 ਵਜੇ 2 ਵਜੇ ਰਾਤ ਨੂੰ ਬਿਜਲੀ ਆਉਂਦੀ ਆ, ਅਸੀਂ ਜਾ ਕੇ ਕਣਕਾਂ ਨੂੰ ਪਾਣੀ ਲਾਉਂਦੇ, ਸਾਡੀਆਂ ਲੱਤਾਂ ਠਰਦੀਆਂ। ਉਹ ਸਾਨੂੰ ਪਤਾ ਨਾ, ਇਹਨਾਂ ਨੂੰ ਏਸੀ ਦੇ ਵਿੱਚ ਬੈਠੇ ਨੂੰ ਜਾਂ ਸਿਆਲ ਨੂੰ ਹੀਟਾਂ ਲਾ ਕੇ ਅੰਦਰ ਬਹਿ ਜਾਂਦੇ ਆ। ਇਹਨਾਂ ਨੂੰ ਇਸ ਬਾਰੇ ਖੇਤੀ ਵਾਲੇ ਕੁਛ ਨਹੀਂ ਪਤਾ। ਇਸ ਕਰਕੇ ਇਹ ਸਾਨੂੰ ਪਤਾ ਨਾ ਕਾਲੇ ਕਾਨੂੰਨ ਵਾ, ਇਹ ਸਾਡੇ ਨਹੀਂ ਫਾਇਦੇਮੰਦ ਤਾਂ ਤਦ ਹੀ ਆ। ਇਹ ਕੋਈ ਇੱਕ ਅੱਧਾ ਵਿਰੋਧ ਨਹੀਂ ਕਰ ਰਿਹਾ, ਇਸ ਵੇਲੇ ਆਲਡ ਵਰਲਡ ਵਿਰੋਧ ਕਰ ਰਿਹਾ, ਇਕੱਲਾ ਪੰਜਾਬ ਨਹੀਂ ਕਰ ਰਿਹਾ। ਇਸ ਵੇਲੇ ਸਾਰਾ ਵਰਲਡ, ਬਾਹਰਲੇ ਦੇਸ਼ਾਂ ਪ੍ਰਦੇਸ਼ਾਂ ਵਾਲੇ ਵੀ ਲੋਕ ਇਹ ਕਾਨੂੰਨ ਦਾ ਵਿਰੋਧ ਕਰ ਰਹੇ ਆ। ਇਸ ਕਰਕੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਕੀ ਇਹਦੇ ਵਿੱਚ ਅੱਛਾ ਲੱਗਦਾ। ਭਲਾ ਅੰਦਰ ਬੈਠਣ ਵਾਲਿਆਂ ਨੂੰ ਮੈਂ ਤਾਂ ਇਹੀ ਕਹੂੰਗਾ ਜਿਹੜੇ ਅੰਦਰ ਬੈਠ ਕੇ ਗੱਲਾਂ ਕਰਨ ਵਾਲੇ ਆ, ਉਹਨਾਂ ਨੂੰ ਬਾਹਰ ਪਤਾ ਨਹੀਂ ਕੀ ਕਿੱਦਾਂ ਕੰਮ ਹੁੰਦੇ, ਖੇਤੀ ਕਿੱਦਾਂ ਹੁੰਦੀ ਆ। ਉਹ ਇਹਨਾਂ ਨੂੰ ਖੇਤੀ ਬਾਰੇ ਕੋਈ ਨੌਲੇਜ ਨਹੀਂ ਗੀ। ਇਸ ਕਰਕੇ ਇਹਨਾਂ ਨੂੰ ਕਹਿਣਾ ਚਾਹੁੰਦੇ ਇਹ ਸਾਡੇ ਲਈ, ਕਿਸਾਨਾਂ ਲਈ, ਸਾਰੇ ਭਾਰਤ ਲਈ ਇਹ ਕਾਨੂੰਨ ਫਾਇਦੇਮੰਦ ਨਹੀਂ ਹੈਗੇ, ਰੱਦ ਕੀਤੇ ਜਾਣ। ਕੋਈ BJP ਦੇ ਲੀਡਰ ਕਿਸਾਨਾਂ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰ ਰਹੇ। ਅਸੀਂ ਇੱਕ ਦਿਨ ਜੋ ਲੁਧਿਆਣੇ ਦੇ ਵਿੱਚ ਵੀ ਲੀਡਰ ਵੀ ਗਲਤ ਬਿਆਨਬਾਜ਼ੀ ਕਰ ਰਹੇ, ਉਹਨਾਂ ਦੀ ਵੀ ਅਸੀਂ ਇੱਕ ਦਿਨ 3-4 ਦਿਨ ਹੋ ਗਏ, ਅਸੀਂ ਲੁਧਿਆਣੇ ਦੇ ਵਿੱਚ ਵੀ ਇੱਕ ਟਰੈਕਟਰ ਮਾਰਚ ਕੱਢਿਆ ਸੀ। ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦੇ ਕੇ ਆਏ ਹਾਂ, ਜੇ ਤੁਸੀਂ ਇਹ ਆਪਣੀ ਭੈੜੀ ਬਿਆਨਬਾਜ਼ੀ ਬੰਦ ਨਹੀਂ ਕਰਦੇ ਤਾਂ ਅਸੀਂ ਤੁਹਾਡੇ ਘਰਾਂ ਦਾ ਵੀ ਘਿਰਾਓ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਕੀ ਨਾਮ ਤੁਹਾਡਾ? ਅਸ਼ੋਕ ਕੁਮਾਰ। ਅਸ਼ੋਕ ਕੁਮਾਰ ਜੀ, ਤੁਸੀਂ ਕਿੱਥੇ ਜਾ ਰਹੇ ਸੀਗੇ? ਮਾਤਾ ਵੈਸ਼ਨੋ ਦੇਵੀ ਜਾ ਰਹੇ ਹਾਂ ਜੀ। ਸਾਨੂੰ ਕਰੀਬਨ 1 ਘੰਟਾ ਹੋ ਗਿਆ ਇੱਥੇ ਟ੍ਰੇਨ ਰੁਕੀ ਹੋਈ ਹੈ ਜੀ। ਇਹ ਕਹਿ ਰਹੇ 4 ਵਜੇ ਤੋਂ ਪਹਿਲੇ ਜਾਣ ਨਹੀਂ ਦੇਣਾ। ਜਿਸ ਤਰ੍ਹਾਂ ਅੱਜ ਕਿਸਾਨਾਂ ਵੱਲੋਂ ਜਿਹੜਾ ਰੇਲ ਰੋਕੋ ਚੱਕਾ ਜਾਮ ਦੀ ਜਿਹੜੀ ਹੈ ਐਲਾਨ ਕੀਤਾ ਗਿਆ ਸੀਗਾ, ਜਿਹੜੇ ਕਿਸਾਨਾਂ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਯਾਤਰੀਆਂ ਨੂੰ ਪਰੇਸ਼ਾਨੀ ਨਹੀਂ ਆਵੇਗੀ, ਤੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਇੱਥੇ ਜਿਹੜੇ ਇਹ ਰੇਲ ਰੋਕੀ ਗਈ ਹੈ। ਨਹੀਂ ਮੈਡਮ, ਆਪਾਂ ਵੀ ਕਿਸਾਨ ਹੈਗੇ, ਲੇਕਿਨ ਆਪਾਂ ਇਸ ਹੱਕ 'ਚ ਨਹੀਂ ਹੈਗੇ ਕਿ ਯਾਤਰੀਆਂ ਨੂੰ ਪਰੇਸ਼ਾਨ ਕਰੀਏ। ਆਪਾਂ ਅੰਦੋਲਨ ਕਰ ਰਹੇ ਹਾਂ, ਉੱਥੇ ਬੈਠੇ ਹਾਂ। ਸਾਡੀ ਲੜਾਈ ਹੈ ਸਰਕਾਰ ਨਾਲ, ਨਾ ਕਿ ਯਾਤਰੀਆਂ ਨਾਲ, ਨਾ ਕਿ ਜਨਤਾ ਨਾਲ। ਜਨਤਾ ਪਰੇਸ਼ਾਨ ਨਹੀਂ ਹੋਣੀ ਚਾਹੀਦੀ। ਸਰਕਾਰ ਨਾਲ ਆਪਣੀ ਲੜਾਈ ਜਾਰੀ ਰੱਖੋ।
ਪਰ ਸਰਕਾਰ ਜਿਹੜੀ ਹੈ ਲਗਾਤਾਰ ਕਿਸਾਨਾਂ ਦੀ ਆਵਾਜ਼ ਨੂੰ ਅਣਗੌਲਾ ਕਰ ਰਹੀ ਹੈ। ਮੈਡਮ ਸਰਕਾਰ ਬਿਲਕੁਲ ਕਰ ਰਹੀ ਹੈ, ਲੇਕਿਨ ਕੁਝ ਗੱਲਾਂ ਇੱਦਾਂ ਜਿਹੜੀਆਂ ਸਰਕਾਰ ਮੰਨ ਵੀ ਰਹੀ ਹੈ ਤੇ ਆਪਾਂ ਲੋਕੀ ਨਹੀਂ ਮੰਨ ਰਹੇ। ਲੇਕਿਨ ਵਿੱਚ ਕਈ ਸੰਗਠਨ ਐਸੇ ਹੈ ਜਿਹੜੇ ਦੋਨੋਂ ਨੂੰ ਮਿਲਣ ਨਹੀਂ ਦੇ ਰਹੇ। ਜਿਸ ਦਿਨ ਦੋਨੋਂ ਸੰਗਠਨ ਪੂਰੇ ਮਿਲ ਜਾਣਗੇ, ਸਰਕਾਰ ਵੀ ਇਹ ਸੰਗਠਨ ਵੀ, ਉਸ ਦਿਨ ਇਹ ਹੱਲ ਜ਼ਰੂਰ ਨਿਕਲੂਗਾ। ਜਦੋਂ ਮੋਦੀ ਜੀ ਸਾਡੇ ਨਾਲ ਯੂਨੀਅਨ ਨਾਲ ਮਿਲਣਗੇ, ਉਸ ਦਿਨ 100 ਦੇ 100 ਹੱਲ ਨਿਕਲੂਗਾ ਇਹ ਗੱਲ ਦਾ। ਪਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਮੋਦੀ ਨੇ ਉਹ ਜਥੇਬੰਦੀਆਂ ਨਾਲ ਗੱਲ ਹੀ ਨਹੀਂ ਕਰ ਰਹੇ। ਨਹੀਂ ਮੈਡਮ, ਮੋਦੀ ਜੀ ਨੇ ਕਿਹਾ ਕਿ ਮੈਂ ਗੱਲ ਕਰਨ ਨੂੰ ਤਿਆਰ ਹਾਂ, ਲੇਕਿਨ ਯੂਨੀਅਨ ਹੀ ਇੰਨੀ ਹੈ। ਕਦੀ ਕੋਈ ਮਨਾ ਕਰ ਦਿੰਦਾ, ਕਦੀ ਕੋਈ ਮਨਾ ਕਰ ਦਿੰਦਾ ਹੈ। ਮੋਦੀ ਜੀ ਤਾਂ ਕਹਿੰਦੇ ਮੈਂ ਸਿਰਫ ਇੱਕ ਕੋਲ ਦੂਰ ਹੈਗਾ। ਆਪਾਂ ਵੀ ਕਿਸਾਨ ਹੈਗੇ ਮੈਡਮ, ਉਹ ਜਿੱਥੇ ਚੱਕਾ ਜਾਮ ਹੈ ਆਪਾਂ ਉੱਥੇ ਹੀ ਹੈਗੇ, ਸੋਨੀਪਤ ਤੋਂ ਹੈਗੇ ਆਪਾਂ। ਸਾਨੂੰ ਇਹ ਪਤਾ ਸਾਨੂੰ ਉੱਥੇ ਪਰੇਸ਼ਾਨੀ ਹੋ ਰਹੀ ਹੈ। ਆਪਾਂ ਇੱਧਰ ਆ, ਜਿੱਥੇ ਵੀ ਪਰੇਸ਼ਾਨੀ ਇੱਦਾਂ ਹੀ ਹੋ ਗਈ। ਤੇ ਆਪਾਂ ਤਾਂ ਇਹ ਕਹਿੰਦੇ ਜੀ ਯਾਤਰੀਆਂ ਨੂੰ ਪਰੇਸ਼ਾਨ ਨਾ ਕਰੋ। ਸਰਕਾਰ ਨਾਲ ਲੜਾਈ ਹੈ, ਸਰਕਾਰ ਨਾਲ ਹੱਕ ਦੀ ਲੜਾਈ ਲੜੋ, ਲੇਕਿਨ ਜਨਤਾ ਨੂੰ ਪਰੇਸ਼ਾਨ ਨਹੀਂ ਕਰੋ। ਹਾਂਜੀ ਸਰ, ਜਿਸ ਬੱਚੇ ਹੈਗੇ ਨਾਲ, ਟ੍ਰੇਨ 'ਚ 1 ਘੰਟਾ ਹੋ ਗਿਆ, ਟ੍ਰੇਨ ਰੁਕੀ ਹੈ, ਕਹਿੰਦੇ 4 ਵਜੇ ਤੋਂ ਪਹਿਲੇ ਜਾਣ ਨਹੀਂ ਦੇਣਾ। ਬੱਚੇ ਵੀ ਪਰੇਸ਼ਾਨ ਹੋ ਰਹੇ ਹੈ। ਜਿਸ ਤਰ੍ਹਾਂ ਅੱਜ ਕਿਸਾਨਾਂ ਵੱਲੋਂ ਰੇਲ ਰੋਕੋ ਚੱਕਾ ਜਾਮ ਦੀ ਜਿਹੜੀ ਹੈ ਐਲਾਨ ਕੀਤਾ ਗਿਆ ਸੀਗਾ, ਕਿ ਤੁਸੀਂ ਕਿਸਾਨ ਅੰਦੋਲਨ ਨੂੰ ਸਮਰਥਨ ਕਰ ਰਹੇ ਹੋ? नहीं ਅਸੀਂ समर्थन नहीं कर रहे। ਕੀ ਰੀਜ਼ਨ ਹੈ ਇਸ ਪਿੱਛੇ? भाई यही है जी, परेशान हो रहे हैं जाने के लिए, उससे उधर भी परेशान है, इधर भी परेशान है, हर जगह ये सब लोग परेशान हो रहे हैं। काम बिल्कुल ठप हो चुके हैं, बिल्कुल कोई काम नहीं रहा, बिल्कुल सब बिजनेस ठप हो चुके हैं मैडम इस टाइम। चाहे वो कोई भी बिजनेस है इस टाइम, कोई ना दुकानदारी है, ना दिल्ली से जो माल आते थे वो महंगे हो गए। अगे सारा ये बोझ जनता के उत्ते पै रहा है। ना किसानों को फर्क है, ना सरकार को फर्क है। ये सारा फर्क है इस देश की जनता को। ਜਿਹੜਾ गरीब आदमी है वो मर रहा। और ਸਾਡੇ ਨਾਲ ਇੱਥੇ ਕੁਝ ਯਾਤਰੀ ਮੌਜੂਦ ਨੇ ਜੋ ਕਹਿ ਰਹੇ ਨੇ ਕਿ ਜਿਹੜੇ ਸਰਕਾਰ ਤੇ ਸਰਕਾਰਾਂ ਨੂੰ ਜਿਹੜਾ ਹੈ ਕਿਸਾਨਾਂ ਨਾਲ ਜਿਹੜੀ ਹੈ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਇਹਦਾ ਹੱਲ ਕੱਢ ਲੈਣਾ ਚਾਹੀਦਾ ਹੈ, ਤਾਂ ਕਿ ਜਿਹੜੀ ਜਨਤਾ ਨੂੰ ਇਸ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੋਦੀ ਤੇਰੀ ਧੱਕੇਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। ਮੋਦੀ ਤੇਰੀ ਧੱਕੇਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਮੋਦੀ ਸਰਕਾਰ ਮਰਦਾਬਾਦ, ਮਰਦਾਬਾਦ, ਮਰਦਾਬਾਦ। ਔਰ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਅੱਜ ਸੰਯੁਕਤ ਮੋਰਚੇ ਵੱਲੋਂ ਕਿਸਾਨਾਂ ਵੱਲੋਂ ਜਿਹੜਾ ਰੇਲ ਰੋਕੋ ਚੱਕਾ ਜਾਮ ਦੀ ਜਿਹੜੀ ਪੂਰੇ ਦੇਸ਼ ਭਰ ਵਿੱਚ ਕਾਲ ਦਿੱਤੀ ਗਈ ਸੀਗੀ, ਕੀ ਕਹਿਣਾ ਚਾਹੁੰਦੇ ਹੋ? ਅੱਜ ਸੰਯੁਕਤ ਮੋਰਚੇ ਵੱਲੋਂ 4 ਘੰਟੇ ਦੀ ਕਾਲ ਸੀਗੀ ਰੇਲ ਰੋਕੋ ਦੀ, ਤੇ ਪੂਰੇ ਭਾਰਤ ਦੇ ਵਿੱਚ 4 ਘੰਟੇ ਰੇਲ ਰੋਕੋ ਜਿਹੜਾ ਰੇਲਾਂ ਦਾ ਚੱਕਾ ਜਾਮ ਹੋਇਆ। ਤੇ ਇਸ ਗੱਲ ਤੋਂ ਮੋਦੀ ਸਾਹਿਬ ਨੂੰ ਸੀਖ ਲੈਣੀ ਚਾਹੀਦੀ ਆ ਕਿ ਪੂਰਾ ਭਾਰਤ ਸਾਡੇ ਨਾਲ ਆ। ਪੂਰਾ ਭਾਰਤ ਆਪਾਂ ਇਸ ਕਰਕੇ ਕਹਿ ਸਕਦੇ ਕਿਉਂਕਿ ਪੂਰੇ ਭਾਰਤ ਵਿੱਚ ਆ, ਪਰ ਇਹ ਸਿਰਫ ਭਾਰਤ ਨਹੀਂ, ਬਾਹਰਲੇ ਲੋਕ ਵੀ, ਆਪਣੇ ਇੰਡੀਆ ਤੋਂ ਬਾਹਰਲੇ ਲੋਕ ਵੀ ਸਾਡੇ ਪੂਰਾ ਸਾਥ ਦੇ ਰਹੇ ਆ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਾਰੇ ਮੁਜ਼ਾਹਰੇ ਹੋ ਰਹੇ ਆ, ਪਰ ਇਹ ਮੋਦੀ ਸਾਹਿਬ ਨੂੰ ਅਕਲ ਨਹੀਂ ਆਉਣੀ ਮੈਨੂੰ ਲੱਗਦਾ ਹੱਲੇ। ਇਹ ਸਭ ਤੋਂ ਵੱਡਾ ਜਿਹੜਾ ਘਾਟਾ ਸਮਝਦੇ ਆ ਵੋਟਾਂ ਦਾ। ਵੋਟਾਂ ਦੇ ਵਿੱਚ ਵੀ ਇਹਨਾਂ ਦੇ ਮੂੰਹ 'ਤੇ ਚਪੇੜਾਂ ਪਈਆਂ। ਕੋਈ ਇਹਨਾਂ ਦਾ ਕੈਂਡੀਡੇਟ ਨਹੀਂ ਜਿੱਤ ਰਿਹਾ ਕਿਸੇ ਪ੍ਰਾਂਤ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਇਲੈਕਸ਼ਨ ਹੋਈ ਆ, ਹਰ ਪਾਸੇ ਇਹਨਾਂ ਨੇ ਹਾਰ ਦਾ ਮੂੰਹ ਦੇਖਿਆ। ਇਹਨਾਂ ਨੂੰ ਸੀਖ ਲੈਣੀ ਚਾਹੀਦੀ। ਹੱਲੇ ਵੀ ਅਸੀਂ ਤਾਂ ਅਪੀਲਾਂ ਪਹਿਲਾਂ ਤੋਂ ਕਰਦੇ ਹਾਂ। 8 ਮਹੀਨੇ ਹੋ ਗਏ ਸਾਡਾ ਅੰਦੋਲਨ ਚੱਲਦੇ ਨੂੰ। 8 ਮਹੀਨੇ ਤੋਂ ਅਸੀਂ ਅਪੀਲਾਂ ਕਰ ਰਹੇ ਹਾਂ ਇਹਨਾਂ ਨੂੰ ਕਿ ਮੋਦੀ ਸਾਹਿਬ ਇਹ ਬਿੱਲ ਵਾਪਸ ਲੈ ਲਓ, ਇਹ ਬਿੱਲ ਵਾਪਸ ਲੈ ਲਓ। ਇਹ ਸਾਡੇ ਲਈ ਘਾਤਕ ਆ, ਇਹ ਸਾਡੇ ਲਈ ਜਾਨਲੇਵਾ, ਇਹ ਸਾਡੇ ਲਈ ਫਾਂਸੀ ਦਾ ਫੰਦਾ। ਪਰ ਇਹਨਾਂ ਨੂੰ ਹੱਲੇ ਤੱਕ ਇਹ ਸਮਝ ਨਹੀਂ ਆਉਂਦੀ। ਹੱਲੇ ਤੱਕ ਇਹ ਸਾਨੂੰ ਇਹ ਫਾਇਦੇ ਗਿਣਾ ਰਹੇ ਆ। ਫਾਇਦੇ ਵੀ ਕਿਹੜੇ ਗਿਣਾ ਰਹੇ ਆ? ਬਾਰ-ਬਾਰ ਇਹਨਾਂ ਦੀ ਇੱਕ ਸਪੀਚ ਹੁੰਦੀ ਆ, MSP ਬੰਦ ਨਹੀਂ ਹੋਗੀ। ਸਮਝਦੇ ਹੋ? MSP ਬੰਦ ਨਹੀਂ ਹੋਗੀ, ਇਹ ਮੰਡੀ ਬੰਦ ਨਹੀਂ ਹੋਗੀ। ਇਹ ਸਾਨੂੰ ਕੀ ਦੇ ਰਿਹਾ? MSP ਪਹਿਲਾਂ ਵੀ ਸੀਗੀ। ਜਿਹੜਾ ਇਹ ਬਾਰ-ਬਾਰ ਸਾਨੂੰ ਇੱਕ ਦੱਸਦੇ ਆ ਤੁਸੀਂ ਕਿਤੇ ਵੀ ਜਾ ਕੇ ਫਸਲ ਵੇਚ ਸਕਦੇ ਹੋ। ਮੈਂ ਕਿਸਾਨ ਆ, ਮੈਂ ਖੇਤੀ ਕਰਦਾ, ਮੈਂ ਪਹਿਲਾਂ ਵੀ ਵੇਚ ਸਕਦਾ ਸੀ। ਮੈਂ ਤੁਹਾਨੂੰ ਸਪਸ਼ਟ ਕਰ ਦੇਵਾਂ, ਜਿਹੜੀ ਬਾਰ-ਬਾਰ ਇਹ ਗੱਲ ਕਰਦੇ ਆ ਤੁਸੀਂ ਕਿਤੇ ਵੀ ਫਸਲ ਵੇਚ ਸਕਦੇ ਹੋ, ਅਸੀਂ ਕਿੱਥੇ ਫਸਲ ਵੇਚੀਏ? ਮੈਂ ਪਹਿਲਾਂ ਵੀ ਵੇਚ ਸਕਦਾ ਸੀ ਮੰਡੀ ਤੋਂ ਬਾਹਰ, ਪਰ ਅਸੀਂ ਮੰਡੀ ਦੇ ਵਿੱਚ ਵੇਚ ਰਹੇ ਹਾਂ ਕਿਉਂਕਿ ਸਾਨੂੰ ਮੰਡੀ ਦੇ ਵਿੱਚ ਹੀ ਪੂਰਾ ਮੁੱਲ ਮਿਲ ਰਿਹਾ। ਜਿਹੜਾ ਇਹ ਪ੍ਰਾਈਵੇਟ ਸੈਕਟਰ ਲਿਆ ਰਿਹਾ, ਅੱਜ ਸਾਨੂੰ ਇਹ ਪੂਰਾ ਮੁੱਲ ਦੇ ਦੇਣਗੇ। ਜਦੋਂ ਇਹ ਮੰਡੀ ਬੰਦ ਕਰ ਦੋਗੇ ਸਾਨੂੰ ਕਿਤੇ ਭਰੋਸਾ? ਸਾਨੂੰ ਇਹ ਜਾਂ ਤਾਂ ਲਿਖਤੀ ਰੂਪ ਵਿੱਚ ਦੇਣ ਕਿ ਜਿਹੜਾ MSP ਆ, ਹੁਣ MSP ਖਤਮ ਨਹੀਂ ਕਰਾਂਗੇ। MSP ਤੁਹਾਨੂੰ ਪਤਾ ਜਿਹੜਾ ਮੱਕੀ ਦਾ ਰੇਟ ਆ MSP ਤੇ 1850 ਰੁਪਈਏ, ਸਾਨੂੰ ਮਿਲਿਆ ਕਿੰਨਾ? 700 800 ਤੋਂ ਉੱਪਰ ਕੋਈ ਨਹੀਂ ਗਿਆ। ਅਸੀਂ MSP ਨੂੰ ਕੀ ਕਰਨਾ?
ਪ੍ਰਾਈਵੇਟ ਸੈਕਟਰ ਦੇ ਵਿੱਚ ਸਾਡੇ ਨਾਲ ਆਹ ਹਾਲ ਹੁੰਦਾ, ਸਾਨੂੰ ਦਿਸ ਰਿਹਾ, ਸਾਨੂੰ ਦੀਦਾ ਆ, ਪਹਿਲਾਂ ਵੀ ਅਸੀਂ ਉਹਦੇ ਵਿੱਚ ਪ੍ਰਾਈਵੇਟ ਸੈਕਟਰ ਦੇਖ ਚੁੱਕੇ ਆ। ਇਹਨਾਂ ਨੂੰ ਪ੍ਰੋਬਲਮ ਇਹੀ ਆ ਕਿ ਇਹ ਪੜ੍ਹ ਕਿੱਦਾਂ ਗਏ, ਇਹ ਸਮਝ ਕਿੱਦਾਂ ਗਏ। ਇਹ ਸਾਨੂੰ ਬਾਰ-ਬਾਰ ਦੱਸ ਰਿਹਾ ਕਿ ਤੁਸੀਂ ਸਮਝੇ ਨਹੀਂ, ਅਸੀਂ ਸਮਝ ਗਏ, ਇਸ ਕਰਕੇ ਇਹਨਾਂ ਨੂੰ ਚੁੱਭਦੇ ਆ। ਇਸੇ ਕਰਕੇ ਸਾਨੂੰ ਇਹ ਦੱਸਦੇ ਆ ਕਿ ਤੁਸੀਂ ਅੱਤਵਾਦੀ ਹੋ। ਜਿਹੜਾ ਇਹਨਾਂ ਦੇ ਖਿਲਾਫ ਖੜ ਗਿਆ, ਜਦੋਂ ਪੂਰੇ ਇੰਡੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਕਿਤੇ ਕੋਈ ਕਾਲ ਪਿਆ, ਕੋਈ ਵਿਪਤਾ ਪਈ, ਸਾਡੇ ਖਾਲਸਾ ਏਡ ਵਾਲਿਆਂ ਨੇ ਸਾਡਾ ਨਾਂ ਉੱਚਾ ਕੀਤਾ। ਹਰ ਥਾਂ ਪਹੁੰਚੇ, ਹਰ ਥਾਂ ਜਾ ਕੇ ਉਹਨਾਂ ਨੇ ਲੋਕਾਂ ਦੀ ਸਹਾਇਤਾ ਕੀਤੀ। ਅੱਜ ਖਾਲਸਾ ਏਡ ਵਾਲੇ ਜੇ ਦਿੱਲੀ ਚਲੇ ਗਏ ਤਾਂ ਉਹ ਖਾਲਿਸਤਾਨੀ ਹੋ ਗਏ, ਉਹ ਪਹੁੰਚ ਗਏ ਉੱਤਰਾਖੰਡ, ਉਹ ਖਾਲਿਸਤਾਨੀ ਹੋ ਗਏ, ਉਹ ਪਾਕਿਸਤਾਨੀ ਹੋ ਗਏ। ਅੱਜ ਉਹਨਾਂ ਦੀ ਫੰਡਿੰਗ ਚਾਈਨਾ ਕਰਨ ਲੱਗ ਪਿਆ। ਜਦੋਂ ਹੁਣ ਉੱਤਰਾਖੰਡ ਦੇ ਵਿੱਚ ਬਾੜ ਆਈ ਆ, ਉੱਥੇ ਪਹੁੰਚੇ ਉਹ ਨਹੀਂ ਇਹਨਾਂ ਨੂੰ ਦੱਸਿਆ। ਜਦੋਂ ਇੱਥੇ ਕਿਤੇ ਵੀ ਕੋਈ ਵਿਪਤਾ ਪੈਂਦੀ ਸੀ, ਉੱਥੇ ਪਹੁੰਚਦੇ ਸੀ, ਲੰਗਰ ਲਾਉਂਦੇ ਸੀ, ਉਹ ਨਹੀਂ ਇਹਨਾਂ ਨੂੰ ਦੱਸਦਾ ਸੀ। ਜਦੋਂ ਉਹ ਸੀਰੀਆ ਦੇ ਵਿੱਚ ਕਿਤੇ ਵੀ, ਮੈਂ ਕਹਿੰਦਾ ਵਰਲਡ ਦੇ ਵਿੱਚ ਕਿਤੇ ਵੀ ਕੋਈ ਵਿਪਤਾ ਪਈ, ਉਹਨਾਂ ਨੇ ਜਾ ਕੇ ਸਾਡੀ ਕੌਮ ਦਾ ਸਿਰ ਉੱਚਾ ਕੀਤਾ। ਉਦੋਂ ਨਹੀਂ ਇਹਨਾਂ ਨੂੰ ਦੀਦਾ ਜੀ ਇਹ ਫੰਡਿੰਗ ਕਿੱਥੋਂ ਹੁੰਦੀ ਆ। ਅੱਜ ਇਹ ਸਾਨੂੰ ਫੰਡਿੰਗ ਦੱਸਦੇ ਆ। ਇਹ ਇਹਨਾਂ ਦੀਆਂ ਚਾਲਾਂ ਅਸੀਂ ਸਮਝ ਚੁੱਕੇ ਹਾਂ, ਅਸੀਂ ਜਾਣ ਚੁੱਕੇ ਹਾਂ। ਇਹ ਕੁਝ ਵੀ ਕਰ ਲੈਣ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਇਹ ਜੋ ਮਰਜ਼ੀ ਕਰ ਲੈਣ। ਹਰ ਸੈਕਟਰ ਨੂੰ ਪ੍ਰਾਈਵੇਟ ਕਰ ਰਹੇ ਆ। ਹਰ ਸੈਕਟਰ ਅੱਜ ਸਾਡਾ ਤੋੜ ਕੇ ਇਹ ਪ੍ਰਾਈਵੇਟ ਸੈਕਟਰ ਬਣਾ ਰਿਹਾ, ਪ੍ਰਾਈਵੇਟ ਲਿਮਟਿਡ ਕਰ ਰਿਹਾ। ਪਰ ਇਹ ਪੰਜਾਬ ਪ੍ਰਾਈਵੇਟ ਲਿਮਟਿਡ ਨਹੀਂ ਸੀਗਾ, ਨਾ ਹੈਗਾ, ਨਾ ਅਸੀਂ ਹੁਣ ਦੇਣਾ। ਇੱਥੇ ਕਿਉਂਕਿ ਜਾਗਦੇ ਆ ਬੰਦੇ, ਇੱਥੇ ਪੜ੍ਹੇ ਲਿਖੇ ਆ। ਜਾਗਦੀਆਂ ਜ਼ਮੀਰਾਂ ਵਾਲੇ ਪਹਿਲਾਂ ਵੀ ਸੀਗੇ, ਪਹਿਲਾਂ ਤੋਂ ਪੰਜਾਬ ਜਾਗਦੀ ਜ਼ਮੀਰ ਵਾਲਾ ਰਿਹਾ। ਜਦੋਂ ਪੂਰਾ ਹਿੰਦੁਸਤਾਨ ਗੁਲਾਮ ਸੀਗਾ, ਗੁਲਾਮ ਹੋ ਗਿਆ ਸੀ, ਤੁਹਾਨੂੰ ਪਤਾ 200 ਸਾਲ ਹਿੰਦੁਸਤਾਨ ਗੁਲਾਮ ਰਿਹਾ। ਪਰ ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਤੋਂ ਵੱਖਰਾ ਸੂਬਾ ਸੀ। ਪੰਜਾਬ ਸਭ ਤੋਂ ਘੱਟ ਗੁਲਾਮੀ ਝੇਲਣ ਵਾਲਾ ਪੰਜਾਬ ਆ। ਉਹਦਾ ਕਾਰਨ ਸੀਗਾ ਸਾਡਾ ਰਾਜਾ ਮਹਾਰਾਜਾ ਰਣਜੀਤ ਸਿੰਘ। ਉਹਦਾ ਜਿਹੜਾ ਰਾਜ ਸੀਗਾ ਉਹਦੇ ਵਿੱਚ ਹਰ ਬੰਦਾ ਪੜ੍ਹਿਆ ਸੀ। ਹਰ ਮੰਦਿਰ, ਹਰ ਗੁਰਦੁਆਰਾ ਨਹੀਂ ਸੀ ਧਰਮਸ਼ਾਲਾ, ਹਰ ਜਿਹੜੀ ਮਸਜਿਦ, ਉਹਨੂੰ ਬਣਾਉਣ ਦਾ ਅਧਿਕਾਰ ਤਾਂ ਸੀ ਕੌਮ ਨੂੰ ਜੇ ਉਹਦੇ ਨਾਲ ਸਕੂਲ ਖੁੱਲ੍ਹਾ ਹੋਊਗਾ। ਪਹਿਲਾਂ ਉਹ ਪੜ੍ਹਦੇ ਸੀ, ਫਿਰ ਉਹ ਧਰਮ ਦੀ ਗੱਲ ਕਰਦੇ ਸੀ, ਪੜ੍ਹ ਕੇ ਧਰਮ ਦੀ ਗੱਲ ਕਰਦੇ ਸੀ। ਅੱਜ ਕੱਲ੍ਹ ਜਿਹੜਾ ਹੁਣ ਇਹ ਪਹਿਲਾਂ ਗੋਰਿਆਂ ਨੇ ਸਾਡਾ ਇਹ ਘਾਣ ਕੀਤਾ, ਸਾਡੀ ਸਿੱਖਿਆ ਦਾ ਮਿਆਰ ਸਿੱਟਿਆ, ਤਾਂ ਅਸੀਂ ਗੁਲਾਮ ਹੋਏ। ਹੁਣ ਇਹ ਮੋਦੀ ਸਰਕਾਰ ਲੱਗੀ ਹੋ ਆ ਕਿ ਇਹ ਪੜ੍ਹ ਕਿੱਦਾਂ ਗਏ, ਇਹ ਚੰਗੀਆਂ ਗੱਡੀਆਂ 'ਚ ਕਿਵੇਂ ਘੁੰਮ ਰਹੇ ਆ, ਇਹ ਚੰਗੇ ਕੱਪੜੇ ਕਿਉਂ ਪਾਉਂਦੇ। ਅਸੀਂ ਕਿਉਂ ਨਾ ਕਰੀਏ? ਅਸੀਂ ਕਿਰਤੀ ਹਾਂ, ਅਸੀਂ ਕੰਮ ਕੀਤਾ, ਅਸੀਂ ਮਿਹਨਤ ਕੀਤੀ, ਅਸੀਂ ਮਿਹਨਤ ਕਰੀਏ, ਅਸੀਂ ਕੰਮ ਕਰੀਏ। ਉਹ ਨਹੀਂ ਇਹਨਾਂ ਨੂੰ ਦੱਸਦਾ। ਇੰਡੀਆ ਦਾ ਜਿਹੜਾ ਪੂਰਾ ਆਪਣੇ ਟੈਕਸ ਭਰ ਹੁੰਦਾ, ਇਨਕਮ ਟੈਕਸ 38% ਸਿਰਫ ਸਰਦਾਰ ਜਿਹਦੇ ਮਗਰ ਸਿੰਘ ਲੱਗਦਾ, 38% ਇਕੱਲੇ ਸਿੰਘ ਭਰਦੇ ਆ। ਉਹ ਨਹੀਂ ਇਹਨਾਂ ਨੂੰ ਦੱਸਦਾ। ਉਹ ਸਾਡੀ ਕਿਰਤ ਨਹੀਂ ਇਹਨਾਂ ਨੂੰ ਦੱਸਦੀ। ਜੇ ਅੱਜ ਅਸੀਂ ਆਪਣੀਆਂ ਚੰਗੀਆਂ ਗੱਡੀਆਂ 'ਚ ਘੁੰਮਦੇ, ਉਹ ਇਹਨਾਂ ਨੂੰ ਦੱਸਦਾ ਕਿ ਇਹਨਾਂ ਕੋਲ ਗੱਡੀਆਂ ਆ ਗਈਆਂ, ਇਹਨਾਂ ਕੋਲ ਚੰਗੇ ਕੱਪੜੇ ਆ ਗਏ, ਇਹ ਇੰਗਲਿਸ਼ ਬੋਲਦੇ। ਇਹਨਾਂ ਨੂੰ ਤਾਂ ਚੁੱਭਦਾ ਹੀ ਇਹ ਆ ਕਿ ਉਹ ਪੜ੍ਹ ਕਿਉਂ ਗਏ। ਜੇ ਅਸੀਂ ਅੱਜ ਨਾ ਪੜ੍ਹੇ ਹੁੰਦੇ, ਜੇ ਅਸੀਂ ਅਨਪੜ੍ਹ ਹੁੰਦੇ, ਤਾਂ ਅਸੀਂ ਬਾਕੀ ਸਟੇਟਾਂ ਵਾਂਗੂ ਅਸੀਂ ਵੀ ਚੁੱਪ ਕਰਕੇ ਬਹਿ ਜਾਂਦੇ। ਅੱਜ ਇਹਨਾਂ ਨੂੰ ਚੁੱਭਦਾ ਇਹ ਕਿ ਅਸੀਂ ਇਹ ਬਿੱਲ ਪੜ੍ਹ ਲਏ ਤੇ ਸਾਡੇ ਮੂਹਰੇ ਖੜੇ ਹੋ ਗਏ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਲਗਾਤਾਰ ਦਿੱਲੀ ਪੁਲਿਸ ਹੈ ਲਗਾਤਾਰ ਪੰਜਾਬ ਦੇ ਵਿੱਚ ਆ ਕੇ ਗ੍ਰਿਫਤਾਰੀਆਂ ਕਰ ਰਹੀ ਹੈ, ਕਿਸਾਨਾਂ ਨੂੰ ਸਮਨ ਭੇਜੇ ਜਾ ਰਹੇ ਨੇ। ਲਗਾਤਾਰ ਜਿਹੜੇ ਨੇ ਸਾਡੇ 26 ਦੀ ਹਿੰਸਾ ਦੇ ਵਿੱਚ 16 ਨੌਜਵਾਨ ਜਿਹੜੇ ਨੇ ਲਾਪਤਾ ਨੇ, ਹਾਲੇ ਤੱਕ ਨਹੀਂ ਲੱਭ ਰਹੇ। ਮੈਂ ਉਹਦਾ ਤੁਹਾਨੂੰ ਦੱਸਦਾ, ਜਿਹੜਾ ਨਾ ਸਿਆਸਤ ਦਾ ਮੂਲ ਆ, ਜਿੱਥੋਂ ਸਿਆਸਤ ਸ਼ੁਰੂ ਹੁੰਦੀ ਆ, ਇਹਨਾਂ ਨੇ ਟੀਚਾ ਰੱਖਿਆ ਹੁੰਦਾ ਸਾਮ ਦਾਮ ਦੰਡ ਭੇਦ। ਤੁਸੀਂ ਸਮਝਦੇ ਹੋ? ਪਹਿਲਾਂ ਇਹਨਾਂ ਨੇ ਸਮਝਾ ਲਿਆ, ਸਮਝੇ ਨਹੀਂ। ਕਿਉਂਕਿ ਸਮਝੇ ਕੀ ਨਹੀਂ, ਇਹ ਨਹੀਂ ਸਮਝੇ, ਸਾਨੂੰ ਇਹ ਥੋਪਣਾ ਚਾਹੁੰਦੇ ਸਾਡੇ ਉੱਤੇ। ਸਾਨੂੰ ਦੱਸਦੇ ਸੀ ਤੁਹਾਨੂੰ ਐਂ ਕਰ ਲਓ, ਤੁਹਾਡਾ ਅਸੀਂ ਵਿੱਚ ਸੁਧਾਰ ਕਰ ਦਿੰਦੇ ਹਾਂ। ਸਮਝੇ ਨਹੀਂ। ਫਿਰ ਇਹਨਾਂ ਨੇ ਦਾਮ ਲਾ ਕੇ ਦੇਖ ਲਿਆ, ਖਰੀਦਣ ਨੂੰ ਦੇਖ ਲਿਆ, ਖਰੀਦਣ ਤੁਰ ਪਏ। ਸਾਨੂੰ ਬੰਦੇ ਸਾਡੇ ਵਿਕੇ ਨਹੀਂ। ਹੁਣ ਇਹ ਦੰਡ ਮਤਲਬ ਕਿ ਸਾਡੇ ਬੰਦੇ ਚੱਕ ਰਹੇ ਆ ਕਿ ਸਾਨੂੰ ਡਰਾ ਰਹੇ ਆ। ਪਰ ਮੈਂ ਤੁਹਾਨੂੰ ਦੱਸ ਦੇਵਾਂ, ਅਸੀਂ ਡਰਨ ਵਾਲੇ ਨਹੀਂ। ਤੇ ਜੇ ਸਾਡਾ ਭੇਦ ਵੀ ਲੈ ਲੈਣ, ਇਹਨਾਂ ਨੇ ਭੇਦੀ ਵੀ ਸਾਡੇ ਵਿੱਚ ਛੱਡੇ ਹੋਏ ਆ, ਪਰ ਅਸੀਂ ਭੇਦੀਆਂ ਨੂੰ ਵੀ ਨਕਾਰਾ ਕਰ ਦਿੱਤਾ। ਅਸੀਂ ਹਰ ਤਰ੍ਹਾਂ ਇਹਨਾਂ ਦੇ ਮੂੰਹ ਤੇ ਚਪੇੜਾਂ ਪਹਿਲਾਂ ਤੋਂ ਵੀ ਪਈਆਂ, ਹੁਣ ਵੀ ਪੈ ਰਹੀਆਂ, ਵੋਟਾਂ ਦੇ ਵਿੱਚ ਵੀ ਪਈਆਂ। ਹਰ ਤਰ੍ਹਾਂ ਦਾ ਹਰ ਵਰਗ ਸਾਡੇ ਨਾਲ ਆ। ਇਹ ਜੋ ਮਰਜ਼ੀ ਕਰ ਲੈਣ, ਭਾਵੇਂ ਤੁਹਾਨੂੰ ਦੱਸਿਆ ਮੈਂ ਪੂਰਾ ਇੰਡੀਆ ਪ੍ਰਾਈਵੇਟ ਲਿਮਟਿਡ ਹੋਵੇ, ਪਰ ਪੰਜਾਬ ਨਾ ਪ੍ਰਾਈਵੇਟ ਲਿਮਟਿਡ ਹੋਇਆ, ਨਾ ਹੋਣਾ, ਨਾ ਇਹ ਜੋ ਮਰਜ਼ੀ ਕਰ ਲੈਣ। ਇਹ ਅਸੀਂ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਆ ਇੱਥੇ, ਇਹ ਲੋਕ ਹਲੇ ਜਾਗਦੇ ਆ, ਇਹ ਇਹਨਾਂ ਦੇ ਹੱਥ ਨਹੀਂ ਹੋਣੇ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਲਗਾਤਾਰ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਆਪਣੇ ਹੱਕਾਂ ਦੀ ਰਾਖੀ ਲਈ ਡਟੇ ਹੋਏ ਨੇ ਦਿੱਲੀ ਬਾਰਡਰ ਤੇ। ਉਹਨਾਂ ਨੂੰ ਲਗਾਤਾਰ ਜਿਹੜੀ ਸਰਕਾਰ ਹੈ ਇੱਕ ਅੱਤਵਾਦੀ ਕਰਾਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਕਦੇ ਉਹਨਾਂ ਨੂੰ ਮਾਓਵਾਦੀ ਕਿਹਾ ਜਾ ਰਿਹਾ ਹੈ, ਨਕਸਲਵਾਦੀ ਕਿਹਾ ਜਾ ਰਿਹਾ। ਇਸ ਤਰ੍ਹਾਂ ਦੀ ਜਿਹੜੀ ਨਿੰਦਣਯੋਗ ਸ਼ਬਦਾਵਲੀ ਵਰਤੀ ਜਾ ਰਹੀ ਹੈ ਸਾਡੇ ਦੇਸ਼ ਦੇ ਅੰਨਦਾਤਾ ਦੇ ਲਈ। ਜਦੋਂ ਸੰਘਰਸ਼ ਪੰਜਾਬ ਤੋਂ 25-26 ਨਵੰਬਰ ਨੂੰ ਦਿੱਲੀ ਨੂੰ ਜਾਣ ਲੱਗਿਆ ਸੀ, ਉਦੋਂ ਹਰਿਆਣੇ ਦਾ CM ਖੱਟਰ ਸਾਹਿਬ ਕਹਿੰਦੇ ਸੀ ਵੀ ਇਹ ਤਾਂ ਖਾਲਿਸਤਾਨੀ ਚੱਲੇ ਨੇ ਦਿੱਲੀ ਨੂੰ। ਤੇ ਹੁਣ ਸਾਰਾ ਹਰਿਆਣਾ ਆ ਗਿਆ। ਖੱਟਰ ਸਾਹਿਬ ਦਾ ਉੱਥੇ ਜਹਾਜ਼ ਨਹੀਂ ਉਤਰਨ ਦਿੰਦੇ ਹਰਿਆਣੇ 'ਚ। ਉਹ ਕਿਸਾਨ, ਉਹ ਤਾਂ ਨਹੀਂ ਅੱਤਵਾਦੀ, ਕੋਈ ਅੱਤਵਾਦੀ ਨਹੀਂ। ਨਾ ਇਸ ਮੁਲਕ ਦੀ ਕੋਈ ਅਖੰਡਤਾ ਨੂੰ ਖਤਰਾ ਹੈ,
ਦੇਖੋ ਇਹ ਸਭ ਇਹਨਾਂ ਦਾ ਮੁਲਕ ਆਜ਼ਾਦ ਕਰਾਇਆ, ਇਹਨਾਂ ਦਾ ਇਹ ਮੁਲਕ ਆ। ਭਾਵੇਂ ਤੁਸੀਂ ਧੱਕਾ ਕਰਦੇ ਹੋ ਪਰ ਮੁਲਕ ਇਹਨਾਂ ਦਾ ਹੀ ਆ ਇਹ। ਤੁਸੀਂ ਠੀਕ ਹੈ, ਤੁਸੀਂ ਪਾਵਰ 'ਚ ਹੋ, ਤੁਸੀਂ ਮੁਕੱਦਮੇ ਦਰਜ ਕਰ ਰਹੇ ਹੋ, ਤੁਸੀਂ ਉਹ ਪੁਲਿਸ ਭੇਜ ਕੇ ਉਹਨਾਂ ਨੂੰ ਡਰਾ ਰਹੇ ਹੋ, ਕਦੀ ਤੁਸੀਂ ਜੇਲ੍ਹਾਂ 'ਚ ਸਿੱਟ ਰਹੇ ਹੋ। ਇਹਦੇ ਨਾਲ ਇਹ ਡਰਨ ਵਾਲੇ ਹੈ ਨਹੀਂ ਗੇ। ਇਹਨਾਂ ਦੇ ਪੁਰਖਿਆਂ ਨੇ ਜੇਲ੍ਹਾਂ 'ਚ ਹੀ ਉਹ ਸ਼ਹੀਦੀਆਂ ਪ੍ਰਾਪਤ ਕਰ ਲਈਆਂ। ਤੁਸੀਂ ਦੇਖੋ ਇਤਿਹਾਸ ਪੜ੍ਹ ਕੇ, ਕਾਲੇ ਪਾਣੀ ਹੈ ਜੀ, ਫਿਰ ਇਹ ਬੱਬਰ ਅਕਾਲੀ ਲਹਿਰ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਸਾਨੂੰ ਚਾਹੇ ਤੁਸੀਂ ਨਾ ਛੱਡੋ, ਜਿੰਨਾ ਮਰਜ਼ੀ ਤਸ਼ੱਦਦ ਕਰੋ, ਪਰ ਅਸੀਂ ਮੁਲਕ ਆਜ਼ਾਦ ਕਰਾਉਣਾ ਹੈ। ਗੋਰਿਆਂ ਨੂੰ ਭਜਾਤਾ ਉਹਨਾਂ ਨੇ, ਤੇ ਉਹੀ ਨੀਤੀ ਇਹ ਵਰਤ ਰਹੇ ਨੇ। ਇਹ ਵੈਰੀ ਬੈਡ। ਦੇਖੋ ਇਹ ਲੋਕਤੰਤਰ ਆ ਸਾਡਾ ਮੁਲਕ ਤਾਂ ਦੁਨੀਆ ਦੇ ਵਿੱਚ ਬਹੁਤ ਵੱਡਾ ਇੱਕ ਮੰਨਿਆ ਜਾਂਦਾ ਨਾ, ਤੁਹਾਨੂੰ ਪਤਾ ਹੈ, ਲੋਕ ਚੁਣਦੇ ਨੇ ਉਹਨੂੰ। ਪਰ ਉਹ ਮਤਲਬ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਮਾਲਕ ਬਣ ਗਏ ਜੀ, ਹੁਣ ਵੀ ਤੁਸੀਂ ਸਾਨੂੰ ਚੁਣ ਲਿਆ ਤੇ ਜੇ ਅਸੀਂ ਦੂਜੀ ਵਾਰੀ ਆ ਗਏ ਤਾਂ ਹੁਣ ਅਸੀਂ ਮਾਲਕ ਬਣ ਗਏ। ਮਾਲਕ ਨਹੀਂ ਗਏ ਉਹ, ਉਹਨਾਂ ਨੂੰ ਸਿਰਫ ਪ੍ਰਬੰਧ ਦਿੱਤਾ ਲੋਕਾਂ ਨੇ। ਇੰਡੀਆ ਦੇ ਲੋਕਾਂ ਨੇ ਮੋਦੀ ਸਾਹਿਬ ਨੂੰ 5 ਸਾਲ ਲਈ ਮੁਲਕ ਚਲਾਉਣ ਵਾਸਤੇ ਦਿੱਤਾ ਆ, ਨਾ ਕਿ ਉਹਨਾਂ ਦਾ ਉਹ ਆਪਣਾ ਆ। ਇਸ ਕਰਕੇ ਅਸੀਂ ਤਾਂ ਵਾਰ-ਵਾਰ ਰਿਕੁਐਸਟ ਕਰਦੇ ਹਾਂ। ਦੇਖੋ ਇਹ ਜਿਹੜਾ ਭਾਈਚਾਰਾ ਆ, ਇਹ ਜਿਹੜਾ ਸਾਡੇ ਮੁਲਕ ਦਾ ਹੈਗਾ ਨਾ ਜੀ, ਰਾਸ਼ਟਰ, ਭਾਰਤ ਇੱਕ ਰਾਸ਼ਟਰ ਹੈ। ਸ਼ੁਰੂ ਤੋਂ ਅਸੀਂ ਤਾਂ ਸੁਣਦੇ ਆਏ ਹਾਂ, ਅਸੀਂ ਤਾਂ ਪੜ੍ਹੇ ਹਾਂ, ਜਿੰਨੇ ਸਾਨੂੰ ਪੜ੍ਹਾਇਆ ਵੀ ਇਹੀ ਆ। ਇਹ ਇੱਕ ਗੁਲਦਸਤਾ ਆ, ਇੱਥੇ ਹਰ ਇੱਕ ਧਰਮ ਦਾ ਬੰਦਾ ਆਪਣੇ ਧਰਮ ਮੁਤਾਬਕ ਆਜ਼ਾਦੀ ਨਾਲ ਆਪਣਾ ਧਰਮ ਗ੍ਰਹਿਣ ਕਰ ਸਕਦਾ। ਕੋਈ ਉਹਨੂੰ ਪ੍ਰੋਬਲਮ ਨਹੀਂ ਹੈਗੀ। ਕਿਸੇ ਨੇ ਤਬਦੀਲ ਕਰਨਾ ਉਹ ਵੀ ਕਰ ਸਕਦਾ। ਇਸ ਕਰਕੇ ਆ ਜਿਹੜਾ ਥੋਪਣ ਵਾਲਾ ਕੰਮ ਹੈ ਨਾ ਵੀ ਐਂ ਬਣ ਜਾਓ ਜੀ, ਨਹੀਂ ਤਾਂ ਐਂ ਕਰ ਦਿਆਂਗੇ, ਵੈਰੀ ਬੈਡ। ਇਹ ਲੋਕਾਂ ਦਾ ਭਾਈਚਾਰਾ ਤੋੜ ਕੇ, ਲੋਕਾਂ ਨੂੰ ਆਪਸ 'ਚ ਲੜਾ ਕੇ, ਤੇ ਇਹ ਬਹੁਤ ਮਾੜੀ ਗੱਲ ਹੈ। ਮੁਲਕ ਦੇ ਹਿੱਤਾਂ 'ਚ ਨਹੀਂ ਹੈਗੀ ਗੱਲ ਇਹ। ਜਿੱਥੇ ਲੋਕ ਹੀ ਨਹੀਂ ਸੁਖੀ ਹੈਗੇ, ਆਪਸ 'ਚ ਜੇ ਲੜੀ ਜਾਣਗੇ, ਤੁਸੀਂ ਮੰਨੋ 2 ਧਰਮਾਂ ਨੂੰ ਤੁਸੀਂ ਲੜਾ ਦਿਓ, ਉਹ ਲੜ ਕੇ ਮਰ ਜਾਣਗੇ, ਤੁਸੀਂ ਫਿਰ ਕਾਹਦੇ ਰਾਜੇ ਹੋਏ ਵੀ? ਇਹ ਤਾਂ ਬਹੁਤ ਮਾੜੀ ਗੱਲ ਹੈ। ਇਹਦਾ ਮਤਲਬ ਤੁਹਾਡੀ ਸੋਚ ਬਹੁਤ ਮਾੜੀ ਆ। ਇੱਦਾਂ ਨਹੀਂ, ਤੁਸੀਂ ਠੀਕ ਹੈ, ਜੇ ਤੁਹਾਡੇ 'ਚ ਕੁਝ ਚੰਗਾ ਆ ਤੁਸੀਂ ਦੱਸੋ, ਤੁਸੀਂ ਲੋਕਾਂ ਨੂੰ ਦੱਸੋ, ਆਪੇ ਉਹ ਤੁਹਾਡੇ ਵਾਲੇ ਪਾਸੇ ਆ ਜਾਣਗੇ। ਤੁਸੀਂ ਦਬਕੇ ਮਾਰਦੇ ਹੋ ਵੀ ਐਂ ਬਣ ਜਾਓ ਜੀ, ਫਲਾਨਾ ਹੋ ਜਾਓ। ਅਸੀਂ ਤਾਂ ਸੁਣਦੇ ਆ ਰਹੇ ਹਾਂ, 6 ਸਾਲ ਹੋ ਗਏ ਮੈਨੂੰ ਤਾਂ ਅਖਬਾਰਾਂ 'ਚ। ਮੇਰਾ ਖਿਆਲ ਇਹਨਾਂ ਦੇ ਕਿਸੇ ਪਾਰਲੀਮੈਂਟ ਮੈਂਬਰ ਦੀ ਜਾਂ ਕਿਸੇ ਲੀਡਰ ਦੀ ਆ ਹੀ ਜਾਂਦੀ ਹੈ ਵੀ 2035 ਤੱਕ ਐਂ ਬਣਾ ਦਾਂਗੇ, ਹਿੰਦੂ ਰਾਸ਼ਟਰ ਬਣਾ ਦਾਂਗੇ, ਫਲਾਨਾ ਕਰ ਦਾਂਗੇ। ਤੁਸੀਂ ਵੀ ਦੇਖਦੇ ਹੋ, ਪਰ ਵੈਰੀ ਬੈਡ। ਇੱਥੇ ਸਾਰੇ ਰਹਿੰਦੇ ਨੇ, ਇੱਥੇ 70-75 ਸਾਲ ਹੋ ਗਏ ਸਾਡੇ ਮੁਲਕ ਨੂੰ ਆਜ਼ਾਦ ਹੋਏ ਨੂੰ। ਸਾਰਾ ਭਾਈਚਾਰਾ, ਅਸੀਂ ਯੂਪੀ ਉੱਤਰਾਖੰਡ ਰਹਿੰਦੇ ਹਾਂ, ਬਿਲਕੁਲ ਬਹੁਤ ਬੜੀਆ ਪਿਆਰ ਨਾਲ ਰਹਿੰਦੇ। ਉੱਥੇ ਮੁਸਲਮਾਨ ਵੀ ਰਹਿੰਦੇ ਨੇ, ਉੱਥੇ ਹਿੰਦੂ ਵੀ ਰਹਿੰਦੇ ਨੇ, ਕੋਈ ਵੀ ਨਹੀਂ, ਈਸਾਈ ਵੀ ਰਹਿੰਦੇ ਨੇ। ਇਹ ਨੀਤੀਆਂ ਸਰਕਾਰ ਦੀਆਂ ਵਧੀਆ ਨਹੀਂ। ਅਸੀਂ ਰਿਕੁਐਸਟ ਕਰਦੇ ਹਾਂ ਮੋਦੀ ਸਾਹਿਬ, ਤੁਸੀਂ ਚੁਣੇ ਹੋਏ ਸਾਡੇ ਪ੍ਰਾਈਮ ਮਿਨਿਸਟਰ ਹੋ, ਸਤਿਕਾਰਯੋਗ ਹੋ, ਤੁਸੀਂ ਬੈਠ ਕੇ ਆਪਣੇ ਮੁਲਕ ਦੇ ਲੋਕਾਂ ਨਾਲ ਗੱਲ ਕਰੋ। ਮਨ ਕੀ ਬਾਤ ਤੁਸੀਂ ਰੇਡੀਓ 'ਤੇ ਕਰਦੇ ਹੋ, ਤੁਸੀਂ ਆਪਣੇ ਮਨ ਕੀ ਬਾਤ ਉੱਥੇ ਜਾ ਕੇ ਕਰ ਲਓ, ਨਾਲੇ ਉਹਨਾਂ ਦੀ ਸੁਣ ਲਓ। ਤੁਸੀਂ ਕਦੇ ਅੱਤਵਾਦੀ ਕਹੀ ਜਾਂਦੇ ਹੋ, ਕਦੇ ਦੇਖੋ ਜੇ ਇਹ ਨਾ ਹਟੇ ਨਾ ਇਹ ਗੱਲਾਂ ਕਹਿਣੋ, ਇਹ ਬਣ ਜ਼ਰੂਰ ਜਾਣਗੇ ਲੋਕ। ਕਿਉਂਕਿ ਤੁਸੀਂ ਦੇਖੋ ਜਦੋਂ ਤੁਸੀਂ ਤਸ਼ੱਦਦ ਕਰੀ ਜਾਓਗੇ ਤੇ ਫਿਰ ਉਹ ਲੋਕ ਵਿਚਾਰੇ ਕੀ ਕਰਨਗੇ ਦੱਸੋ ਮੈਨੂੰ। ਅੱਗੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਇਸੇ ਗੱਲ 'ਚ ਹੀ, ਸਰਕਾਰਾਂ ਦੀਆਂ ਗਲਤੀਆਂ ਨਾਲ। ਉਹਦੇ 'ਚ ਲੋਕਾਂ ਦੀ ਗਲਤੀ ਘੱਟ ਸੀ, ਸਰਕਾਰਾਂ ਦੀ ਜ਼ਿਆਦਾ ਸੀ। ਜਿੰਨਾ ਤੁਸੀਂ ਕਿਸੇ ਚੀਜ਼ ਨੂੰ ਨਾ ਦੇਖੋ ਪ੍ਰੈਸ਼ਰ ਨਾਲ ਦਬਾਓਗੇ ਵੀ ਨਹੀਂ ਜੀ ਅਸੀਂ ਤਾਂ ਜੋ ਅਸੀਂ ਕਹਿੰਦੇ ਉਹ ਕਰੋ, ਇੱਦਾਂ ਨਹੀਂ ਇੱਥੇ ਚੱਲਦਾ। ਇਹ ਇੰਡੀਆ ਆ, ਇਹ ਇੱਕ ਰਾਸ਼ਟਰ ਆ, ਇਹ ਸ਼ੁਰੂ ਤੋਂ ਚੱਲਦਾ ਆ। ਇੱਥੇ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਪੈਂਦੀ ਆ, ਤਾਨਾਸ਼ਾਹੀ ਇੱਥੇ ਨਹੀਂ ਚੱਲਦੀ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਇਸ ਵੇਲੇ 200 ਤੋਂ ਵੱਧ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋ ਚੁੱਕੇ ਨੇ, ਪਰ ਜਿਹੜੇ ਸਾਡੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਉਹਨਾਂ ਦਾ ਬਿਆਨ ਸ਼ਹੀਦਾਂ ਦੇ ਲੈ ਕੇ ਜਿਹੜਾ ਨਿੰਦਣਯੋਗ ਬਿਆਨ ਆਇਆ, ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਵੈਰੀ ਬੈਡ। ਦੇਖੋ ਜੀ ਇਹ ਮੰਤਰੀ, ਦੇਖੋ ਇਹਨਾਂ ਗੱਲਾਂ ਤੋਂ ਨਾ ਇਹਨਾਂ ਦਾ ਪਤਾ ਲੱਗ ਜਾਂਦਾ ਵੀ ਇਹ ਯੋਗਤਾ ਨਹੀਂ ਸੀ ਰੱਖਦੇ, ਇਹ ਗਲਤ ਚੁਣੇ ਗਏ। ਦੇਖੋ ਨਾ ਅਸੀਂ ਇੱਕ ਸਧਾਰਨ ਬੰਦੇ ਹਾਂ, ਆਪਣੀ ਭਾਸ਼ਾ 'ਤੇ ਕੰਟਰੋਲ ਰੱਖੋ। ਤੁਸੀਂ ਤੁਹਾਡੇ ਮੁਲਕ ਦੇ ਲੋਕ ਨੇ, ਉਹ ਅੰਦੋਲਨ ਕਰਦੇ ਆ, ਉਹਨਾਂ ਦੀ ਮੌਤ ਹੋਈ ਆ, ਤੁਸੀਂ ਜੇ ਉਹਨੂੰ ਮਾੜਾ ਨਹੀਂ ਨਾ ਕਹਿ ਸਕਦੇ ਤਾਂ ਤੁਸੀਂ ਇਹੋ ਜਿਹੀਆਂ ਭੈੜੀਆਂ ਗੱਲਾਂ ਵੀ ਨਾ ਕਰੋ ਜਿਹਦੇ ਨਾਲ ਹੋਰ ਲੋਕਾਂ ਦਾ ਮਨ ਦੁਖੇ। ਇਹ ਕੌਮ ਹਟਣ ਵਾਲੀ ਮੈਡਮ ਜੀ ਹੈ ਨਹੀਂ ਗੀ। ਇਹਨਾਂ ਨੂੰ ਤੁਸੀਂ ਮਾਰ ਦਿਓ, ਟੈਂਕ ਉੱਥੇ ਚੜ੍ਹਾ ਕੇ ਉੱਥੇ ਭਾਵੇਂ ਮਿਲਟਰੀ ਲਾ ਦਿਓ, ਉਹਨਾਂ ਨੇ ਨਹੀਂ ਮੰਨਣਾ। ਇਸ ਕਰਕੇ ਮਤਲਬ ਅਸੀਂ ਤਾਂ ਇਹੀ ਰਿਕੁਐਸਟ ਕਰਾਂਗੇ ਵੀ ਆਪਾਂ ਇਸ ਚੀਜ਼ ਨੂੰ ਕਿਉਂ ਉਧਰਲੇ ਪਾਸੇ ਜਾਣਾ। ਬੈਠ ਕੇ ਗੱਲ ਕਰਕੇ ਨਾਲ ਇਹ ਲਾਗੂ ਕਰਨ 3 ਕਾਨੂੰਨ ਫੇਰ ਕੀ ਹੋ ਚੱਲਿਆ। ਜੇ 1.5 ਸਾਲ ਲਈ ਕਹਿੰਦੇ ਨੇ ਤਾਂ ਹੁਣ 4 ਸਾਲ ਹੀ ਰਹਿ ਗਏ ਇਹਨਾਂ ਦੇ, ਸਾਲ ਤਾਂ ਲੰਘ ਗਿਆ ਤੇ ਉਹਨੂੰ 4 ਸਾਲ ਲਈ ਡਿਲੇ ਕਰ ਦਿਓ। ਕਿਉਂਕਿ ਵੀ ਚਲੋ ਭਾਈ 4 ਸਾਲ ਲਈ ਅਸੀਂ ਕਰਦੇ, ਅੱਗੇ ਜੇ ਚੁਣੇ ਗਏ ਫਿਰ ਵੇਖੀ ਜਾਊਗੀ। ਇਲੈਕਸ਼ਨ ਆ ਜਾਣੀ ਆ, ਇਲੈਕਸ਼ਨ ਹੀ ਇਸ ਚੀਜ਼ ਤੇ ਲੜਨਾ। ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਤੁਸੀਂ ਦੱਸ ਲਿਓ ਵੀ ਆਹ ਦੇਖੋ ਜੀ ਅਸੀਂ ਕਿੰਨੇ ਵਧੀਆ ਕਾਨੂੰਨ ਲਾਗੂ ਕਰਨੇ ਸੀਗੇ, ਤੁਹਾਡਾ ਫਾਇਦਾ ਹੋਣਾ ਸੀ। ਜੇ ਲੋਕ ਵੋਟਾਂ ਪਾ ਦੇਣਗੇ ਫਿਰ ਵੇਖੀ ਜਾਊਗੀ, ਸਮਾਂ ਲੰਘ ਜਾਊਗਾ। ਹੁਣ ਤਾਂ ਟਾਲੋ, ਹੁਣ ਤੁਸੀਂ ਦੇਖੋ ਨਾ ਕਿੰਨੀ ਦੁਨੀਆ ਪਰੇਸ਼ਾਨ ਆ। ਮੈਡਮ ਜੀ ਦੇਖੋ ਉਹ ਜਿਹੜੇ ਉੱਥੇ ਲੋਕ ਬੈਠੇ ਨੇ ਨਾ, 2-2 ਕਿੱਲੇ ਜ਼ਮੀਨਾਂ ਵਾਲੇ ਲੋਕ ਨੇ, 4-4 ਮੈਂਬਰ ਨੇ, ਉਹ ਵਿਚਾਰੇ 2-2 ਉੱਥੇ ਬੈਠੇ ਨੇ, 2-2 ਇੱਥੇ ਬੈਠੇ ਨੇ। ਮੇਰਾ ਇਹ ਨਹੀਂ ਹੁੰਦਾ ਵੀ ਸਾਨੂੰ ਰੋਟੀ ਬਾਹਰੋਂ ਮਿਲੀ ਜਾਂਦੀ ਹੈ, ਲੰਗਰ ਮਿਲੀ ਜਾਂਦਾ ਵੀ ਚਲੋ ਅਸੀਂ, ਤੁਸੀਂ ਦੇਖੋ ਆਪਾਂ ਘਰਾਂ ਤੋਂ ਜਾਂਦੇ ਹਾਂ, ਕਿੰਨਾ ਔਖਾ ਹੋ ਜਾਂਦਾ।
ਆਪਾਂ ਕਹਿੰਦੇ ਛੇਤੀ ਮੁੜ ਆਉਣਾ ਜੀ, ਮੈਂ ਘਰੇ ਸਰਨਾ ਨਹੀਂ ਭਾਵੇਂ ਵਿਹਲੇ ਵੀ ਹੋਈਏ। ਬਹੁਤ ਔਖਾ ਜੀ, ਬਹੁਤ ਔਖਾ। ਇਹ ਗੱਲਾਂ ਕਰਨੀਆਂ ਸੌਖੀਆਂ ਨੇ। ਇਹ ਤਾਂ ਸਾਡੀ ਕੌਮ ਨੂੰ ਇੱਕ ਗੁਰੂ ਨੇ ਸਾਡੇ ਨੇ ਸਿਧਾਂਤ ਦਿੱਤਾ। ਇਹ ਜਿਹੜਾ ਉਹ ਕਹਿੰਦਾ ਨਾ ਉੱਥੇ ਫਲਾਨੀ ਚੀਜ਼ ਖਾਂਦੇ ਨੇ, ਅਸੀਂ ਤਾਂ ਜਾਣ ਦੇਣ ਨੂੰ ਤਿਆਰ ਹਾਂ। ਅਸੀਂ ਭਾਵੇਂ ਘਰੇ ਬੈਠੇ ਹਾਂ, ਸਾਨੂੰ ਪੈਸੇ ਦੀ ਗੱਲ ਕਰਦੇ ਆ, ਅਸੀਂ ਆਪਣਾ ਸਾਰਾ ਕੁਝ ਵੇਚ ਕੇ ਲਾ ਸਕਦੇ ਹਾਂ। ਉਹ ਮਹਾਨ ਯੋਧੇ ਨੇ ਸਾਡੀ ਕੌਮ ਦੇ, ਜਿਹੜੇ ਸੰਘਰਸ਼ 'ਚ ਸਭ ਤੋਂ ਅੱਗੇ ਹੋ ਕੇ ਬੈਠੇ ਨੇ। ਤੇ ਇਸ ਕਰਕੇ ਅਸੀਂ ਤਾਂ ਵਾਰ-ਵਾਰ ਸਾਡੀ ਭਾਰਤ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਨਹੀਂ ਜੀ, ਇੱਦਾਂ ਨਹੀਂ, ਇਹ ਚੰਗੀਆਂ ਗੱਲਾਂ ਨਹੀਂ। ਮੋਦੀ ਸਾਹਿਬ ਦੀ ਨਾ ਸਗੋਂ ਇਹਦੇ ਵਿੱਚ ਉਹਨਾਂ ਨੂੰ बढ़त ਮਿਲਣੀ ਆ ਵੀ ਦੇਖੋ ਜੀ ਕਿੰਨਾ ਵਧੀਆ ਪ੍ਰਾਈਮ ਮਿਨਿਸਟਰ। ਸਿੱਖਾਂ 'ਚ ਤਾਂ ਖਾਸ ਕਰਕੇ ਬਣਨੀ ਆ ਨਾ, ਤੇ ਜਿਹਦੀ ਸਿੱਖਾਂ 'ਚ ਬਣ ਗਈ ਉਹ ਬੰਦਾ ਕਾਮਯਾਬ ਹੀ ਆ। ਤੁਸੀਂ ਦੇਖੋ ਵਰਲਡ ਦੇ ਸਿੱਖ ਬੈਠੇ ਨੇ, ਅਗਲੇ ਕਹਿਣਗੇ ਯਾਰ ਸਾਡੇ ਪ੍ਰਾਈਮ ਮਿਨਿਸਟਰ ਨੇ ਸਾਡੀ ਗੱਲ ਮੰਨ ਲਈ। ਇਸ ਕਰਕੇ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਵੀ ਉਹ ਇਸ ਚੀਜ਼ ਨੂੰ ਹੈ ਨਾ ਇੰਨਾ ਡਿਲੇ ਨਾ ਕਰਨ। ਤੇ ਆਹ ਜਿਹੜੇ ਪਰਚੇ ਦਰਜ ਕਰਦੇ ਅੰਦਰ ਦੇ ਦਿਓ, ਹਰਾਸ ਕਰਨਾ, ਡਰਾਉਣਾ, ਇਹ ਨਹੀਂ ਡਰਦੇ। ਹੁਣ ਤੁਸੀਂ ਦੇਖੋ 20-25 ਬੰਦੇ ਮਰ ਗਏ, ਉੱਥੋਂ ਦੁਨੀਆ ਆ ਗਈ? ਦੱਸੋ ਮੈਨੂੰ, ਆ ਗਈ ਕੋਈ ਦੁਨੀਆ? ਉੱਥੇ ਜਾਈ ਜਾਂਦੇ ਆ ਰੋਜ਼। ਮੈਂ ਦੇਖਦਾ ਟਰਾਲੀਆਂ ਬੱਸਾਂ ਭਰ ਕੇ ਜਾਈ ਜਾਂਦੇ ਆ, ਗੱਡੀਆਂ ਟ੍ਰੇਨਾਂ 'ਤੇ ਵੀ ਜਾਣ ਲੱਗੇ ਹੁਣ। ਇਸ ਕਰਕੇ ਇਹਨਾਂ ਦਾ ਜਜ਼ਬਾ ਇਹ ਗੁਰੂ ਨੇ ਦਿੱਤਾ ਇਹਨਾਂ ਨੂੰ, ਹੈ ਤਾਂ ਇਹ 1.5-2% ਹੀ ਨੇ, ਇਹ ਨਹੀਂ ਚੁੱਪ ਕਰਦੇ। ਇਸ ਕਰਕੇ ਅਸੀਂ ਤਾਂ ਵਾਰ-ਵਾਰ ਇੱਕ ਰਿਕੁਐਸਟ ਕਰਦੇ ਹਾਂ ਵੀ ਦੇਖੋ ਇਸ ਚੀਜ਼ ਨੂੰ ਨਜਿੱਠਣਾ ਚਾਹੀਦਾ ਭਾਰਤ ਸਰਕਾਰ ਨੂੰ। ਉਹ ਸਾਡੀ ਚੁਣੀ ਹੋਈ ਸਰਕਾਰ ਹੈ। ਚਲੋ ਅਸੀਂ ਭਾਵੇਂ ਗਲਤੀ ਨਾਲ ਚੁਣੀ ਆ, ਹੁਣ ਤਾਂ ਸਾਨੂੰ ਉਹ 4 ਸਾਲ ਕੱਢਣੇ ਹੀ ਪੈਣੇ ਨੇ। ਅਸੀਂ ਇਹੀ ਰਿਕੁਐਸਟ ਕਰਾਂਗੇ, ਬਾਕੀ ਠੀਕ ਹੈ ਜੀ। ਬੋਲੇ ਸੋ ਨਿਹਾਲ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਤੁਸੀਂ ਜਿਹੜਾ ਅੱਜ ਕਿਸਾਨਾਂ ਵੱਲੋਂ ਜਿਹੜਾ ਰੇਲ ਰੋਕੋ ਚੱਕਾ ਜਾਮ ਕੀਤਾ ਗਿਆ, ਤੁਸੀਂ ਉਹਨਾਂ ਦਾ ਸਮਰਥਨ ਕਰ ਰਹੇ ਹੋ ਕਿਸਾਨਾਂ ਦਾ? असल में ये सब हिंदुस्तान की लोगों की गलती है, क्योंकि वो बदतमीज़ को अगर प्रेसिडेंट बनाएंगे तो वो तो अपनी बदतमीज़ी दिखाएगा ही दिखाएगा। ये तो इंसान के ऊपर डिपेंड करता है। जब भी कोई पार्लियामेंट में किसी को कोऑपरेट करते हैं, किसी को सिलेक्शन किया जाता है, चुना जाता है, कोऑपरेट किया जाता है किसी भी फील्ड के लिए, तो पहले उसके टेस्ट होते हैं हर चीज़ के। अगर कोई बच्चा पास होता है, अब बदतमीज़ लोगों के हाथ में हुकूमत दे दी जाएगी, उसको नॉलेज ही नहीं है किसी चीज़ को, उसको पता ही नहीं है किसान एक्ट क्या होता है, उसको पता ही नहीं है स्टडी मामलात का क्या होता है, उसको पता ही नहीं 12वीं क्लास का सिलेबस क्या होता है, कॉलेज के बरनामा क्या होता है। स्कूल, कॉलेज, यूनिवर्सिटी में फ़र्क होता है हर फील्ड में, हर क्लास में। अब जब ऐसे लोगों को, अनपढ़ लोगों के हाथ में हुकूमत जाएगी, गवर्नमेंट जाएगी, किसान के हाथ में जाएगी, तो वो तो अपनी अकल के मुताबिक चलाएगा। एक्चुअली उसके पास छोटी सी अकल नहीं, बहुत बड़ी, लेकिन उसने उसको यूज़ तो छोटा ही किया है, तो इसलिए वो तो परेशानियां देगा। अब इसको चाहिए, हिंदुस्तान की जो आवाम है, जहाँ के जो लोग हैं, जो सोसाइटी है, माशरा जो है, इनको चाहिए कि जो उनके साथ ये घटना हो रही है, जो हालात अब आ रहे हैं मद्देनज़र, हम देख रहे हैं सिचुएशन गुड नहीं है, चाहिए कि ऐसे लोगों को मुतज़ल्ज़िल कर दे, गिरा दे, डिस्ट्रॉयड कर दे, अपनी ताकतों को इकट्ठा करके एक जगह इज्तिमा इकट्ठा हो जाए। जैसे अब ट्रेनों को रोका, इसी तरह एक ही बार में ऐसा कर्फ्यू लगाया जाए कि पूरे हिंदुस्तान के जितने भी बदतमीज़ लोग हैं, एक ही बार में उनको ढेर कर दिया जाए। और फिर ਅਸੀਂ ਦੇਖ ਰਹੇ ਹਾਂ ਜਿਹੜੀ ਸਰਕਾਰ ਹੈ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਕੋਈ ਵੀ ਪੱਕਾ ਹੱਲ ਕੱਢ ही नहीं रही है किसानों लिए। तो ये एक्चुअली सब ये मैंने बोला फर्स्टली कि ये अपने ही लोगों की गलतियाँ हैं कि कभी वो मुसलमान के नाम पे मुसलमानों को परेशान, कभी हिंदुओं के नाम पे हिंदुओं को परेशान, यानी कि वो मज़हब वाली धार्मिक रंगत देने की कोशिश। हाँ, ये असल में भेदभाव कर रहा है, एक दूसरे के खिलाफ खड़ा करके उसी के बल पे एयरबेस यूज़ कर रहा है उसका, जो उसकी सुपर पावर होती है। जैसे मुसलमान को सुन्नी के सुन्नी को, शियों के शियों को, क्रिश्चियन के क्रिश्चियन को, ईसाई के ईसाई को, सिख के, ये चाल चल रहा है। और इसको पता नहीं कि हिंदुस्तान के लोग कितने चालाक, पढ़े लिखे, इंटेलिजेंट होते हैं। बट ये है कि ये शराफत है हिंदुस्तान के लोगों की कि बदतमीज़ लोग को मोदी जैसे बदतमीज़ को प्रेसिडेंट बना दिया, तो उसको चाहिए कि उसके ऊपर वाजिब ये है कि वो बाप की हैसियत रखता है हमारे हिंदुस्तान में, उसको चाहिए कि अपने बेटों बेटियों का ख्याल रखे, उसके सब ज़ेरे साया सबको उसका रिस्क पहुंचना चाहिए। बिल्कुल भी बाप का काम ये होता है कि जो घर में पल रहे हो उन सबको रिस्क पहुंचाए। अगर मोदी पीएम है तो उसकी जिम्मेदारी ये बनती है कि वो एक बाप की हैसियत रखता है, एक सायेदार दरख्त की तरह है। अब जो भी उसके साये में आ गया हिंदुस्तान का वो पीएम है, उसको चाहिए कि वो हर किसी की तरफ ध्यान दे, पूरी अथॉरिटीज़ दे उसको जहाँ तक दे सकता है। अगर नहीं दे रहा है तो जालिम है, वो बदतरीन शख्स है कि जिसकी वजह से लोग परेशान हो रहे हैं, उसका ना दुनिया में ठिकाना है ना कहीं पे भी नहीं है। और ऐसे लोग जल्द से जल्द निस्तो नाबूद हो जाते हैं, मिट जाते हैं, डिस्ट्रॉयड हो जाते हैं, तबाह बर्बाद हो जाते हैं। आज ये किसानों के साथ कर रहा है, अभी अनकरीब ये खुद मारा जाएगा और इसको पता नहीं है, इतने बदतर इसके हालात होंगे
कि हुकूमत में फिर कोई भी ऐसा बदतमीज़ शख्स उभर के नहीं आएगा कि मैं प्रेसिडेंट बनूंगा, क्योंकि अल्हम्दुलिल्लाह दिस टाइम एक्चुअली स्टूडेंट प्रोटेस्ट कर रहे हैं, मीडिया से बहुत ज़्यादा सोशल वर्क किया जा रहा है और इंशाल्लाह आने वाले टाइम में अच्छे ही लोग प्रेसिडेंट होंगे। हाँ सर, तुसी आए कितों? हम दिल्ली से कश्मीर के लिए जा रहे हैं एजुकेशन के लिए, लेकिन ये बदतमीज़ गवर्नमेंट ने इतने बुरे हालात कर दिए, सबसे ज़्यादा पढ़े लिखों के लिए इसने मुसीबत कर दी है। और किसान तो बेचारे कम नॉलेजेबल हैं, तो इसलिए उनको तो हमसे भी ज़्यादा तकलीफ़ हो रही है, क्योंकि ये चाहता है कि अमेरिका जैसा, लंदन जैसा, यूएस जैसा बना दे, तो ये ख्याल निकाल दे खुद जब जैसा है तो हिंदुस्तान भी वैसा ही रहेगा। हाँ, लेकिन ये कि ये लोगों की मदद से हिंदुस्तान को सक्सेसफुल कर सकता है। इसको चाहिए कि ये सब चीज़ों से परहेज़ करे, एहतियात करे, वरना जालिम 2-4 साल बस अनकरीब कुछ दिन ही हुकूमत करता है और उसके बाद वो बर्बाद हो जाता है। उसका अंजाम अनकरीब होने वाला है और उसको होशियार होना चाहिए इन बातों से। जिस तरह ਅਸੀਂ ਦੇਖਦੇ ਹਾਂ ਕਿ ਭਾਰਤ ਵਿੱਚ ਇੱਕ ਖੂਬਸੂਰਤੀ ਹੈ ਕਿ ਇਸ ਵਿੱਚ ਹਰੇਕ ਧਰਮ ਦੇ ਲੋਕ ਰਹਿੰਦੇ ਨੇ, ਏਕਤਾ ਦੀ ਜਿਹੜੀ ਹੈ ਮਿਸਾਲ ਦਿੱਤੀ ਜਾਂਦੀ ਹੈ, ਪਰ ਲਗਾਤਾਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਕੋਈ ਵੀ ਮੁੱਦਾ ਦੇਸ਼ ਦੇ ਵਿੱਚ ਆਉਂਦਾ ਤਾਂ ਉਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਧਾਰਮਿਕ ਰੰਗ ਦੇ ਕੇ ਉਸ ਮੁੱਦੇ ਨੂੰ ਦਬਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਪਰ ਇਸ ਵੇਲੇ ਤੁਸੀਂ ਮੇਰੇ ਨਾਲ ਦੇਖਿਆ ਕਿ ਇੱਕ ਜਿਹੜੇ ਨੇ ਮੁਸਲਿਮ ਪਰਿਵਾਰ ਦੇ ਲੋਕ ਨੇ ਜਿਹੜੇ ਕਿ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਨੇ, ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਹੈ ਲਗਾਤਾਰ ਕਿਸਾਨ ਅੰਦੋਲਨ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜਿਹੜੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਬਹਿ ਕੇ ਜਲਦ ਤੋਂ ਜਲਦ ਇਸ ਕਾਨੂੰਨਾਂ ਦਾ ਹੱਲ ਕੱਢਣਾ ਚਾਹੀਦਾ ਹੈ। ਅੱਜ ਸੰਯੁਕਤ ਮੋਰਚੇ ਵੱਲੋਂ ਜਿਹੜਾ ਕਾਲ ਦਿੱਤੀ ਗਈ ਸੀਗੀ ਰੇਲ ਰੋਕੋ ਜਿਹੜੀ ਹੈ, ਪਰ ਲਗਾਤਾਰ ਜਿਹੜੀ ਰੇਲਵੇ ਪ੍ਰਸ਼ਾਸਨ ਨੇ ਕਿਹਾ ਸੀਗਾ ਕਿ ਜਿਹੜੀਆਂ ਰੇਲਾਂ ਨੇ ਉਹ ਚੱਲਣਗੀਆਂ, ਜਿਹੜੇ ਕਿ ਜਿਸ ਕਰਕੇ ਜਿਹੜਾ ਆਮ ਯਾਤਰੀ ਪਰੇਸ਼ਾਨ ਹੋ ਰਿਹਾ ਹੈ। ਪਰ ਜਿਹੜੇ ਯਾਤਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਿਹੜੇ ਨੇ ਸਾਡੇ ਦੇਸ਼ ਦਾ ਢਿੱਡ ਭਰਦੇ ਨੇ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਕਿਸਾਨਾਂ ਦਾ ਸਮਰਥਨ ਕਰ ਰਹੇ ਹਾਂ, ਜੋ ਕਿ ਲਗਾਤਾਰ 4 ਮਹੀਨੇ ਤੋਂ ਆਪਣੇ ਹੱਕਾਂ ਵਾਸਤੇ ਉੱਥੇ ਡਟੇ ਹੋਏ ਨੇ। ਉਹਦੇ ਵਿੱਚ ਬਜ਼ੁਰਗ ਸ਼ਾਮਲ ਨੇ, ਬੱਚੇ ਸ਼ਾਮਲ ਨੇ। ਲਗਾਤਾਰ ਜਿਹੜਾ ਅਸੀਂ ਜ਼ਿਆਦਾਤਰ ਦੇਖ ਰਹੇ ਹਾਂ ਕਿ ਜਿਹੜੇ ਯਾਤਰੀ ਨੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ। ਜਿਸ ਤਰ੍ਹਾਂ ਅੱਜ ਕਿਸਾਨਾਂ ਵੱਲੋਂ ਰੇਲ ਰੋਕੋ ਚੱਕਾ ਜਾਮ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ, ਇਸ ਵੇਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਇਹ ਤਾਂ ਗਲਤ ਹੈ, ਪਰੇਸ਼ਾਨੀ ਹੈ, ਸਾਨੂੰ ਤਾਂ ਪਰੇਸ਼ਾਨੀ ਹੈ ਨਾ, ਠੀਕ ਹੈ ਨਾ, ਲੋਕਾਂ ਦੀ ਪਰੇਸ਼ਾਨੀ ਹੈ। ਮੇਰੇ ਦੋਸਤ ਨੇ ਜਿਹੜੇ ਇਹਨੇ ਦੂਰ ਜਾਣਾ ਪਹਾੜੀ ਇਲਾਕੇ ਤੇ, ਉਹ ਕਿੱਦਾਂ ਜਾਣਗੇ? ਪਰੇਸ਼ਾਨੀ ਹੈ ਬਸ। ਕੀ ਤੁਹਾਨੂੰ ਨਹੀਂ ਲੱਗਦਾ ਜੇ ਕਿਸਾਨਾਂ ਨੇ ਚੱਕਾ ਜਾਮ ਦਾ ਜਿਹੜਾ ਪੂਰੇ ਦੇਸ਼ ਭਰ ਵਿੱਚ ਐਲਾਨ ਕੀਤਾ ਸੀ, ਤੇ ਸਰਕਾਰ ਨੂੰ ਜਿਹੜਾ ਗੱਡੀਆਂ ਦੇ ਪਾਬੰਦ ਉਸ ਦਿਨ ਦੀ ਜਿਹੜੀ ਹੈ ਰੱਦ ਕਰ ਦੇਣੀਆਂ ਚਾਹੀਦੀਆਂ ਸੀਗੀਆਂ? ਨਹੀਂ ਦੇ ਨਾਲ ਦੇ ਜਿਨ੍ਹਾਂ ਨੇ ਟਿਕਟਾਂ ਬੁੱਕ ਕਰਵਾਈਆਂ ਨਾ, ਉਹਨਾਂ ਦੀ ਪਰੇਸ਼ਾਨੀ ਹੋਣੀ ਹੈ, ਆਪਣਾ ਟਾਈਮ ਵੇਸਟ ਹੋਣਾ, ਉਹਦਾ ਕੋਈ ਹੱਲ ਨਹੀਂ ਹੈਗਾ। ਪਰ ਇਸ ਤਰ੍ਹਾਂ ਵੀ ਤੇ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ। 4 ਘੰਟੇ ਹੋ ਗਏ ਨੇ ਉਹਨਾਂ ਨੂੰ ਇੱਥੇ ਰਹਿਣਾ, 3 ਘੰਟੇ ਇੱਥੇ ਰਹਿਣਾ ਪਏਗਾ। ਇਹ ਗਲਤ ਹੈਗਾ, ਇੱਦਾਂ ਹੋਣਾ ਨਹੀਂ ਚਾਹੀਦਾ ਜੀ। ਕੀ ਨਾਮ ਸਰ ਤੁਹਾਡਾ? ਗਗਨ। ਸਰ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾ ਰਹੇ ਹੋ? ਪਾਨੀਪਤ ਤੋਂ ਆਏ ਹਾਂ ਅਸੀਂ, ਕਟਰਾ ਜਾਂਦੇ ਪਏ ਵੈਸ਼ਨੋ ਦੇਵੀ। ਅੱਜ ਕਿਸਾਨਾਂ ਵੱਲੋਂ ਜਿਹੜਾ ਰੇਲ ਰੋਕੋ ਚੱਕਾ ਜਾਮ ਦੀ ਜਿਹੜੀ ਐਲਾਨ ਕੀਤਾ ਗਿਆ ਸੀ, ਕੀ ਤੁਸੀਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹੋ? किस तरह देख रहे हो इस अंदोलन को? साथ तो दे रहे हैं, हम वेटिंग भी कर रहे हैं, प्रॉब्लम भी आ रही है, बट कुछ कर नहीं सकते, हेल्पलेस है हम, बट फिर भी अब कुछ कर नहीं सकते। जो इन्होंने करा है हम उनके साथ हैं, लेट्स सी बाकी क्या होता है। हाँ जी सर, ਤੁਸੀਂ ਕਿਸਾਨ ਅੰਦੋਲਨ ਜਿਹੜਾ ਅੱਜ ਇਸ ਵੇਲੇ 12 ਤੋਂ 4 ਜਿਹੜਾ ਉਹਨਾਂ ਵੱਲੋਂ ਰੇਲ ਰੋਕੋ ਦਾ ਕਿਹਾ ਗਿਆ ਸੀਗਾ, ਐਲਾਨ ਕੀਤਾ ਗਿਆ ਸੀ, ਕਿਸ ਤਰ੍ਹਾਂ ਦੇਖ ਰਹੇ ਹੋ ਉਸ ਚੀਜ਼ ਨੂੰ? ਸਮਰਥਨ ਕਰਦੇ ਹੋ ਇਸ ਚੀਜ਼ ਦਾ? ਸਾਨੂੰ ਇਸ ਟਾਈਮ ਬੜੀ ਦਿੱਕਤ ਆ ਰਹੀ ਹੈ ਜੀ। ਅਸੀਂ ਪਾਣੀਪਤ ਤੋਂ ਸਵੇਰੇ ਚੱਲ ਰਹੇ ਹਾਂ ਜੀ 6 ਵਜੇ ਦੇ ਜੀ। ਸਾਡੀ ਟ੍ਰੇਨ 2 ਵਜੇ ਪਹੁੰਚਦੀ ਸੀ, ਜਿਹੜੀ ਹਾਲੇ ਤੱਕ ਪਹੁੰਚੀ ਕੋਈ ਨਹੀਂ ਹੈਗੀ। ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿ 12 ਤੋਂ ਲੈ ਕੇ 4 ਵਜੇ ਤੱਕ ਦਾ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਕਰ ਰੱਖਿਆ। ਸਾਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ। ਅਸੀਂ ਇਸ ਟਾਈਮ ਕਟਰਾ ਜਾਣਾ ਸੀ, ਅਸੀਂ ਖੁਦ ਪਰੇਸ਼ਾਨ ਬੈਠੇ ਹਾਂ ਇਸ ਟਾਈਮ ਜੀ। ਕੀ ਤੁਹਾਨੂੰ ਲੱਗਦਾ ਹੈ ਸਰਕਾਰ ਜਿਹੜੀ ਹੈ ਲਗਾਤਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਲਗਾਤਾਰ ਉਹਨੂੰ ਅਣਗੌਲਾ ਕਰ ਰਹੀ ਹੈ? ਇਸ ਕਰਕੇ ਜਿਹੜੇ ਕਿਸਾਨਾਂ ਨੇ ਇੱਕ ਜਿਹੜਾ ਆਪਣਾ ਹਥਿਆਰ ਰੱਖਿਆ ਇਸ ਚੀਜ਼ ਨੂੰ ਕਿ ਸ਼ਾਂਤਮਈ ਢੰਗ ਨਾਲ ਉਹਨਾਂ ਦਾ ਅੰਦੋਲਨ ਚੱਲ ਰਿਹਾ ਸੀ, ਅੱਜ ਉਹਨਾਂ ਵੱਲੋਂ ਜਿਹੜਾ 12 ਤੋਂ 4 ਰੇਲ ਰੋਕੋ ਅੰਦੋਲਨ ਕੀਤਾ ਗਿਆ। ਇਹ ਮਾਮਲਾ ਜੀ ਸਰਕਾਰ ਦਾ ਹੈਗਾ ਜੀ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜੀ, ਜਿਹੜੇ ਕਿਸਾਨ ਲੋਕ ਬੈਠੇ ਨੇ ਇਹ ਸਾਡੇ ਅੰਨਦਾਤਾ ਨੇ, ਜਿਹੜੇ ਪੂਰੇ ਹਰਿਆਣਾ ਨੂੰ, ਪੰਜਾਬ ਨੂੰ, ਪੂਰੇ ਸਟੇਟ ਨੂੰ ਜਿਹੜਾ ਧਿਆਨ ਕਰਦੇ ਨੇ। ਔਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਪਾਸੇ ਜਿਹੜਾ ਧਿਆਨ ਦੇਵੇ, ਕੁਛ ਨਾ ਕੁਛ ਆਪਸ ਵਿੱਚ ਕੰਪਰੋਮਾਈਜ਼ ਕਰਕੇ, ਤਾਂ ਕਿ ਪਬਲਿਕ ਵੀ ਪਰੇਸ਼ਾਨ ਨਾ ਹੋਵੇ, ਸਾਡੇ ਕਿਸਾਨ ਲੋਕ ਭਰਾ ਵੀ ਪਰੇਸ਼ਾਨ ਨਾ ਹੋਣ, ਆਪਣਾ ਜਿਵੇਂ ਵੀ ਹੈਗਾ ਉਹਨੂੰ ਨਿਪਟਾਰਾ ਕਰਨ। ਤੁਹਾਡਾ ਪਰਿਵਾਰ ਅੱਜ ਜਿਹੜਾ ਸੋਨੀਪਤ ਤੋਂ ਤੁਸੀਂ ਆਏ ਹੋ ਤੇ ਕਟਰਾ ਜਾ ਰਹੇ ਹੋ, ਲਗਾਤਾਰ ਜਿਹੜਾ ਕਿਸਾਨ ਪਾਨੀਪਤ ਸੇ ਆਏ ਹੋ ਤੇ ਜਿਹੜਾ ਤੁਸੀਂ ਕਟਰਾ ਜਾਣਾ ਚਾਹੁੰਦੇ ਹੋ, ਪਰ ਜਿਹੜਾ ਇੱਥੇ ਕਿਸਾਨਾਂ ਵੱਲੋਂ ਰੇਲ ਰੋਕੋ ਚੱਕਾ ਜਾਮ ਕੀਤਾ ਗਿਆ ਹੈ, ਕਿਸਾਨਾਂ ਦਾ ਸਮਰਥਨ ਕਰਦੇ ਹੋ ਤੁਸੀਂ? नहीं, अच्छा तो नहीं है कि ऐसे करना, बहुत प्रॉब्लम फेस करनी पड़ रही है।
यहाँ पे 4 आवर्स रुकना बहुत मुश्किल है हमारे लिए। हमारे जो स्कूल्स हैं वो भी हो रहे हैं, तो मिस नहीं करना चाहते हम ये सब। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਸਰਕਾਰ ਇਹਦਾ ਪੱਕਾ ਤੋਂ ਜਲਦੀ ਹੱਲ ਕੱਢ ਦੇਵੇ ਇਸ ਚੀज़ ਦਾ? हाँ, करना चाहिए उनको, क्योंकि सारे प्रॉब्लम फेस कर रहे हैं। जिनको एमरजेंसी हो रही है वो तो बहुत रुके, जिनको माँ से भी ज़्यादा एमरजेंसी है उनको तो बहुत प्रॉब्लम फेस करनी पड़ रही है। जल्दी सोल्यूशन। ਜਿਸ ਤਰ੍ਹਾਂ ਅਸੀਂ ਕਈ ਪਰਿਵਾਰਾਂ ਨਾਲ ਗੱਲਬਾਤ ਕੀਤੀ ਇੱਥੇ, ਜੋ ਕਿ ਯਾਤਰੀ ਜਿਹੜੇ ਨੇ ਇੱਥੋਂ ਆਪਣੇ ਜਿਹੜੇ ਜਾ ਰਹੇ ਨੇ ਆਪਣੇ ਮੰਜ਼ਿਲ ਵੱਲ, ਪਰ ਉਹਨਾਂ ਨੂੰ ਜਿਹੜਾ ਇੱਥੇ 12 ਤੋਂ 4 ਰੁਕਣਾ ਪੈ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਨਾਲ ਬਹਿ ਕੇ ਆਪਣਾ ਹੱਠੀ ਰਵੱਈਆ ਛੱਡ ਕੇ ਜਲਦੀ ਤੋਂ ਜਲਦੀ ਇਹਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ, ਜਾਂ ਫਿਰ ਜਿਸ ਤਰ੍ਹਾਂ ਵੀ ਹੋਵੇ ਇਸ ਦਾ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ। ਹਾਂਜੀ ਮੈਮ, ਕੀ ਨਾਮ ਹੈ ਤੁਹਾਡਾ? ਸੋਨੀਆ ਸ਼ਰਮਾ। ਹਾਂਜੀ, ਤੁਸੀਂ ਸੋਨੀਆ ਜੀ ਤੁਸੀਂ ਕਿੱਥੋਂ ਆਏ ਹੋ? मैं जी ਫਿਰੋਜ਼ਪੁਰ ਤੋਂ ਆਉਂਦੇ ਪਏ ਹਾਂ। ਇਸ ਟਾਈਮ ਅਸੀਂ ਮਤਲਬ ਕਿ ਸਵੇਰੇ ਬੱਸਾਂ 'ਚ ਬਿਸਨਤ ਕਰਕੇ ਪਹੁੰਚੇ ਹਾਂ, ਲੇਕਿਨ ਅੱਗੇ ਦਾ ਪਤਾ ਨਹੀਂ ਸੀ ਵੀ ਇਸ ਤਰ੍ਹਾਂ ਦੇ ਹਾਲਾਤ ਹੋਣਗੇ। ਲੇਕਿਨ ਹਾਲਾਤ ਤਾਂ ਇਹ ਅੱਜ ਦੇ ਨਹੀਂ ਹੈ, ਇਹ 4 ਮਹੀਨੇ ਤੋਂ ਚੱਲ ਰਹੇ ਹੈ। ਇਸ ਹਾਲਾਤ ਦਾ ਵੇਟ ਕਿਉਂ ਕੀਤਾ ਜਾ ਰਿਹਾ ਵੀ ਅੱਜ ਇੰਨੀ ਪਰੇਸ਼ਾਨੀ ਦੀ ਕੌਣ ਵਜ੍ਹਾ ਹੈ? ਗੌਰਮੈਂਟ ਸਾਡੀ। ਇਹ ਜਨਤਾ ਨਹੀਂ, ਇਹ ਸਾਡੇ ਕਿਸਾਨ ਨਹੀਂ, ਗੌਰਮੈਂਟ ਸਾਡੀ। ਜੇ 4 ਮਹੀਨੇ ਤੋਂ ਸੁਣਵਾਈ ਹੁੰਦੀ, ਅੱਜ ਕੋਈ ਇੱਕ ਔਰਤ ਹੈ ਜੇ ਉਸ ਨੂੰ ਡਿਲੀਵਰੀ ਹੋਣ ਵਾਲੀ ਹੈ, ਕੋਈ ਜਿਹਦਾ ਕਿਸੇ ਦੀ ਕੰਟੈਕਟ ਆਪਰੇਸ਼ਨ ਹੈ, ਕਿਸੇ ਦਾ ਕਿੰਨੀ ਚੀਜ਼ਾਂ ਤੋਂ, ਕੋਈ ਜੋਬ ਤੋਂ ਰੁਕਿਆ ਹੋਇਆ, ਕੋਈ ਕਿਸੇ ਪਰੇਸ਼ਾਨੀ ਦੇ ਕਰ ਰਹੇ ਨਾ, ਇਹ ਸਾਡੀ ਜਨਤਾ ਨਹੀਂ, ਇਹ ਸਾਡੀ ਗੌਰਮੈਂਟ। ਇਹ ਵੇਟ ਕਰ ਰਹੀ ਹੈ ਕਿ ਸਾਡੀ ਖਾਮੋਸ਼ੀ ਦਾ ਨਾ ਫਾਇਦਾ। 4 ਮਹੀਨੇ ਥੋੜ੍ਹੇ ਨਹੀਂ ਹੁੰਦੇ। 4 ਘੰਟੇ ਤੁਸੀਂ ਕਹਿ ਰਹੇ ਹੋ ਨਾ, 4 ਘੰਟੇ ਟ੍ਰੇਨ ਰੁਕੇਗੀ। 11 ਵਜੇ ਅਸੀਂ ਤੇ ਜਲੰਧਰ ਪਹੁੰਚੇ ਹਾਂ ਜੀ, ਤੇ ਇਹ ਕਹਿੰਦੇ ਪਏ ਸ਼ਾਮੀ 4 ਵਜੇ ਚਲੇਗੀ। ਇਹ 4 ਘੰਟਿਆਂ ਦੀ ਜਿਹੜੀ ਕਿੰਨੀ ਤਕਲੀਫ ਸਹਿਣਗੇ, ਤਾਂ ਜਿਹੜੇ ਉਹ 4 ਮਹੀਨੇ ਤੋਂ ਬੈਠੇ ਨੇ ਉਹਨਾਂ ਦਾ ਵੀ ਦਰਦ ਸਮਝਿਆ ਜਾਏ ਨਾ। ਦਰਦ ਤੇ ਦਰਦ ਹੈ, ਚਾਹੇ 1 ਘੰਟੇ ਦਾ। ਕਹਿੰਦੇ ਨੇ ਜਦੋਂ ਤੱਕ ਆਪ ਤੇ ਨਹੀਂ ਬੀਤਦੀ ਤੇ ਆਪਾਂ ਨੂੰ ਸਮਝ ਨਹੀਂ ਆਉਂਦੀ, ਤੇ ਸਮਝਣਾ ਚਾਹੀਦਾ। ਮੋਦੀ ਸਰਕਾਰ ਤੇ ਕਹਿੰਦੇ ਅਸੀਂ ਬਹੁਤ ਜਿਹੜੀ ਸੁਣਵਾਈ ਕਰਦੇ ਹਾਂ, ਹਰ ਗਰੀਬਾਂ ਦੀ ਸੁਣਵਾਈ ਕਰਦੇ ਆ, ਤੇ ਸਾਡੇ ਜਿਹੜੀ ਜਨਤਾ ਬੈਠੀ ਕਿਹੜੀ ਸ਼ਹਿਨशाह ਹੈ? ਵੀ ਤਾਂ ਗਰੀਬ ਹੈ। ਸ਼ਹਿਨशाह ਤਾਂ ਤੁਸੀਂ ਸਾਡੇ ਹੱਕ ਲੈ ਕੇ ਬਣੇ ਦੇ ਹੋ। ਸ਼ਹਿਨशाह ਤਾਂ ਤੁਸੀਂ ਵੀ ਨਹੀਂ ਹੋ, ਸਾਡੇ ਹੱਕ ਤੁਸੀਂ ਬਣ ਰਹੇ ਹੋ। ਅਸੀਂ ਤੁਹਾਨੂੰ ਵੋਟਾਂ ਦਿੰਦੇ ਹਾਂ, ਤੁਸੀਂ ਤਾਂ ਸ਼ਹਿਨशाह ਬਣ ਰਹੇ ਹੋ। ਉਹ ਦਰਜਾ ਸਾਡਾ ਵੀ ਹੈ। ਅਸੀਂ ਕਿਸਾਨ ਅੰਨਦਾਤਾ ਅੰਨ ਦਿੰਦੇ ਹਾਂ। ਸਭ ਤੋਂ ਬੜੀ ਪੂੰਜੀ ਗਰੀਬ ਦੇ ਘਰ ਕੀ ਹੁੰਦੀ ਹੈ? ਰੋਜੀ, ਜਿਹਨੂੰ ਰੋਟੀ ਕਹੀ ਜਾਂਦੀ ਹੈ। ਜੇ ਰੋਟੀ ਨਾ ਹੋਵੇ ਨਾ, ਤੇ ਬਿਮਾਰ ਨੂੰ ਵੀ ਡਾਕਟਰ ਕਹਿੰਦਾ ਨਹੀਂ ਉਠਾ ਪਾ ਸਕਦੇ। ਜਿਹਨੂੰ ਖੁਰਾਕ ਕਹਿੰਦੇ ਨਾ, ਆਪਣੇ ਕਹਿੰਦੇ ਪੰਜਾਬੀ ਘਰ ਕਿਹਾ ਜਾਂਦਾ ਕਿ ਕੁਛ ਨਾ ਹੋਵੇ, ਗਰੀਬ ਦੇ ਘਰ 2 ਟਾਈਮ ਦੀ ਰੋਟੀ ਮਿਲ ਜਾਏ ਨਾ ਨੂਨ ਨਾਲ, ਉਹ ਵੀ ਬੜੀ। ਤੁਸੀਂ ਸਾਡਾ ਉਹ ਵੀ ਹੱਕ ਛੀਨ ਰਹੇ ਹੋ। ਅਸੀਂ ਬਹੁਤ ਕੁਝ ਛੀਨੇ ਆ, ਅਸੀਂ ਚੁੱਪ ਰਹੇ, ਇੱਕ ਦੀ ਆਵਾਜ਼ ਨਹੀਂ ਜੀ। ਮੈਂ ਕਹਿੰਦੀ ਸਾਡੀ ਜਨਤਾ ਹੀ ਕਮਜ਼ੋਰ ਹੈ ਜਿਹੜੀ ਕਿ ਆਵਾਜ਼ ਨਹੀਂ ਉਠਾਉਂਦੀ। ਤੁਸੀਂ ਸਭ ਕੁਝ ਮਹਿੰਗਾ ਕੀਤਾ, ਅਸੀਂ ਚੁੱਪ ਰਹੇ। ਜਿਹੜੇ 4 ਸਾਲ ਦੇ ਦੌਰਾਨ ਅਸੀਂ ਦੇਖਦੇ ਪਏ ਨਾ ਸਾਡੇ ਨਾਲ ਜਿਹੜੀ ਬੀਤ ਰਹੀ ਹੈ, ਇੱਕ ਆਮ ਇਨਸਾਨ ਦੇ ਨਾਲ, ਗਰੀਬ ਬੰਦਾ ਹੈ, ਜਿਹੜਾ ਬੰਦਾ ਮਜ਼ਦੂਰੀ ਕਰਕੇ ਸ਼ਾਮੀ ਆ ਕੇ ਜਿਹਨੇ ਖਾਣਾ ਹੈ, ਉਹ ਕਿੱਥੋਂ ਖਾਏਗਾ? 750 ਦਾ ਸਿਲੰਡਰ ਕਰਤਾ। ਜੇ ਉਹਨੂੰ ਆਟੋ 'ਚ ਪਹੁੰਚਾਉਂਦੇ ਘਰ ਵੀ ਆ ਗਿਆ, ਉਹ ਤਾਂ 900 ਦਾ ਹੋ ਗਿਆ। ਜੇ ਛੋਟੀ ਚੀਜ਼ਾਂ ਤੇ ਆਓ ਸੀ ਤੁਸੀਂ ਬਾਕੀ ਅਸੀਂ ਤੁਹਾਨੂੰ ਕੁਛ ਨਹੀਂ, ਚਲੋ ਕੋਈ ਗੱਲ ਨਹੀਂ, ਅਸੀਂ ਸਵੀਕਾਰ ਕੀਤਾ, ਆਪਣੇ ਹਰ ਇੱਕ ਹੱਕ ਦਿੱਤੇ, ਚਲੋ ਕੋਈ ਗੱਲ ਨਹੀਂ, ਸਾਡਾ ਕਾਨੂੰਨ ਹੈ। ਔਰ ਰੋਟੀ ਤੇ ਨਾ, ਥਾਲੀ ਤੇ ਤਾਂ ਨਾ ਹਮਲਾ ਬੋਲੋ। ਤੁਸੀਂ ਤਾਂ ਸਾਡੇ ਕੋਲ ਥਾਲੀ ਵੀ ਖੋ ਰਹੇ ਰੋਟੀ ਦੀ। ਹੱਕ ਹੈ ਉਹਨਾਂ ਦਾ, ਹੱਕ ਉਹਨਾਂ ਨੂੰ ਦਿੱਤਾ ਜਾਵੇ। ਕਿਉਂਕਿ ਕਹਿੰਦੇ ਨਾ, ਤੁਸੀਂ ਇੱਕ ਆਮ ਇਨਸਾਨ ਕੋਲ ਰੋਟੀ ਛੀਨੋ ਤੇ ਉਹ ਭੁਖਲਾ ਜਾਂਦਾ ਹੈ। ਇਹ ਤੇ ਵਿਧਾਤਾ ਹੈ ਅਨਾਜ ਦਾ, ਤੇ ਇਹ ਕਿਉਂ ਨਹੀਂ ਭੁਖਲਾ? ਇਹ ਹਲੇ ਸਾਡੀ ਖਾਮੋਸ਼ੀ ਹੈ, ਸ਼ਰੀਫੀ ਜਿਸ ਨੂੰ ਕਹਿੰਦੇ ਆਪਾਂ। ਇੱਕ ਸਾਡੀ ਸੁਣਵਾਈ ਕੀਤੀ ਜਾਵੇ। ਰਿਕੁਐਸਟ ਹੈ ਮੋਦੀ ਸਾਹਿਬ ਜੀ, ਕੋਈ ਵੀ ਜੋ ਵੀ ਸੁਣ ਰਿਹਾ ਹੈ, कि रिक्वेस्ट है कि नहीं सुनवाई करो। कहते ना एक से भला, जब एक के साथ 2 जुड़ जाते हैं वो 11 हो जाते ने। तुसी उस दिन इंतजार ना करो भी 2 ही दिख रहे हैं, जिस दिन 11 हो गए ना, क्योंकि रोटी का सवाल है। इंसान जो भज्या नट्ठा फिर रहा ना गड्डी के अंदर, इतों तो शहर बदल रहा, रोटी पिछे भज रहा है। मैं रहने वाली जी पंजाब दी हाँ, फिरोजपुर की वासी हाँ मैं जम्मू जा रही सी इस टाइम, तो लेकिन परेशानी तो है, तो लेकिन असी यही परेशानी आम सब समझे ना, जी असी 4 घंटे की परेशानी सह रहे हैं। ये तो बेचारे देखो किन्ने बुजुर्ग ने, देखो वो साढ़े दादा की उम्र दे, कोई किस तरह उन्होंने तकलीफ नहीं होगी, बीमार नहीं होंगे, उन्होंने बीपी नहीं बदते होंगे। बहुत ज़्यादा देर हो चुकी है, इस वेले 4 महीने हो चुके हैं, पर जो साढ़े बीजेपी के कई मंत्री ने उन्होंने तो कहना है कि जो साड़ी जनता ही पागल है, जी इन्हों गद्दियों पर बिठा के अपने आप की जेबां कटा रही है। आज बोलते हैं ना कि इस जनता कह रही है, मैं इन्नी ज़्यादा समझते नहीं मैनू, पर इन्नी नॉलेज तो मैनू भी है ना, जे मेरा हक है, कोई मेरा हक छीने मैं किसी को छीनने नहीं देवांगी। इन्हों का हक कोई नहीं छीन सकता, क्योंकि
ਹਾਲੇ ਸਮਝ ਨਹੀਂ ਆ ਰਹੀ ਜਨਤਾ ਨੂੰ। ਜਨਤਾ ਥੋੜੀ ਰੋਟੀ ਛੀਨ ਰਹੇ ਥਾਲੀ ਚੋਂ। ਹਾਲੇ ਤੇ ਪਿਆਜ਼ ਹੀ ਦੇਖ ਲਓ, ਜਿਹਨੂੰ 50 ਰੁਪਏ ਕਿਲੋ ਕਰਤਾ, ਜੇ ਆਟਾ 50 ਰੁਪਏ ਕਿਲੋ ਹੋ ਗਿਆ ਤੇ ਤਿੰਨ ਡੰਗ ਦੀ ਰੋਟੀ ਬਣਦੀ ਹੈ ਤੇ ਗਰੀਬ 150 ਰੁਪਏ ਕਿੱਥੋਂ ਲੈ ਕੇ ਆਏਗਾ ਇੱਕ ਟਾਈਮ ਦੀ ਰੋਟੀ ਤਾਈਂ। ਤੇ ਬਾਕੀ ਦਾਲ ਭਾਜੀ ਤੁਸੀਂ ਆਪ ਸਮਝਦਾਰ ਹੋ, ਸਮਝੋ ਜਾਗ ਜਾਓ। ਇਹ ਜੋ ਰੌਲਾ ਪੈ ਰਿਹਾ ਨਾ, ਇਹ ਸਾਡੇ ਤਾਈਂ ਪੈ ਰਿਹਾ। ਇਹ ਸਾਨੂੰ ਸਾਥ ਦੇ ਕੇ ਸਾਥ ਖੜੋਣਾ ਪਏਗਾ ਚੀਤਾਂ, ਠੀਕ ਹੈ। ਕਹਿੰਦੇ ਕਮਜ਼ੋਰ ਕੋਈ ਨਹੀਂ ਹੁੰਦੀ, ਨਾਰੀ ਜਿਸ ਨੂੰ ਨਾਰੀ ਕਿਹਾ ਜਾਂਦਾ। ਇਹ ਸਾਡੀ ਨਾਰੀ ਨਹੀਂ, ਕਮਜ਼ੋਰ ਨਹੀਂ ਹੈ। ਸਾਡੀ ਪੰਜਾਬ ਹੈ ਜਿਹੜਾ ਮਾਂ ਬੋਲੀ 'ਚ ਇੰਨੀ ਸ਼ਕਤੀ ਨਾ, ਜਿਹੜੀ ਆਵਾਜ਼ ਇੱਥੇ ਉਠਾਏਗੀ ਨਾ ਤੇ ਦਿੱਲੀ ਤੱਕ ਜਾਏਗੀ ਇਹਦੀ ਗੂੰਜ। ਪਰ ਇਹਦੀ ਖਾਮੋਸ਼ੀ ਨਾ ਉਠਾਓ। ਮਾਂ ਕਹਿੰਦੀ ਹੈ ਜਦ ਤੱਕ ਬੱਚੇ ਨੂੰ ਬਖਸ਼ਦੀ ਨਾ, ਤੇ ਜਦੋਂ ਮਾਂ ਫਿਰ ਲੈਣ ਤੇ ਆਂਦੀ ਨਾ, ਚੰਗੀ ਤਰ੍ਹਾਂ ਲੈ ਲੈਂਦੀ ਹੈ ਸਭ ਕੁਝ। ਕਿਉਂਕਿ ਅਸੀਂ ਧਰਤੀ ਤੋਂ ਤੁਸੀਂ ਵੀ ਬਸਰ ਕਰ ਰਹੇ ਹੋ। ਜੇ ਤੁਸੀਂ ਅਨਾਜ ਨੂੰ ਖਾ ਰਹੇ ਹੋ ਨਾ, ਇਸੇ ਧਰਤੀ 'ਤੇ ਤੁਸੀਂ ਵੀ ਬਸਰ ਕਰ ਰਹੇ ਹੋ, ਚਾਹੇ ਮਿਨਿਸਟਰ ਹੈ, ਚਾਹੇ ਰਾਜਾ ਹੈ, ਚਾਹੇ ਕੁਝ ਵੀ ਹੈ। ਸਮਝੋ ਜਨਤਾ ਦੀ ਆਵਾਜ਼ ਨੂੰ ਸਮਝੋ ਨਾ, ਮਤਲਬ ਕਿ ਜਨਤਾ ਨੂੰ ਨਾ ਕਰੋ। ਤੁਸੀਂ ਤਾਂ ਠੀਕ ਹੈ ਪਰੇਸ਼ਾਨੀ, ਚਲੋ ਕਿਆ ਤਾਂ ਕਈ ਕਹਿ ਰਹੇ ਹੁੰਦੇ ਸਾਨੂੰ ਪਰੇਸ਼ਾਨੀ। ਅਰੇ ਬਾਬਾ ਆਪਣੀ ਪਰੇਸ਼ਾਨੀ ਨੂੰ ਸਮਝੋ, ਉਹਨਾਂ ਦੀ ਪਰੇਸ਼ਾਨੀ ਨੂੰ ਦੇਖੋ ਨਾ। ਸਿਰਫ ਮੈਂ ਹੈ ਕਿ ਕੋਈ ਗੱਲ ਆ ਜਾਂਦੀ ਕਿ ਇੱਕ ਇਨਸਾਨ ਦੀ ਗੱਲ ਨਹੀਂ ਹੈ। ਸ਼ਕਤੀ ਤੇ ਇੱਕ ਦੀ ਵੀ ਬੜੀ ਹੁੰਦੀ ਹੈ ਜੇ ਖੜੋ ਜਾਏ ਤੇ ਇੱਕ। ਲੇਕਿਨ ਕਮਜ਼ੋਰੀ ਇਹ ਹੈ ਕਿ ਸਾਡੇ ਨਾ ਭੈਣ ਭਰਾ ਸਮਝੋ। ਕਿਉਂਕਿ ਅੱਜ ਇਸ ਟਾਈਮ ਸਾਨੂੰ ਕੀ ਪਤਾ ਸੀਗਾ ਵੀ ਇਹ ਹਾਲਾਤ ਹੋਣਗੇ। ਆਪਾਂ ਕਿਹੜਾ ਰੋਟੀ ਲੈ ਕੇ ਆਏ ਘਰੋਂ। ਅਸੀਂ ਸਵੇਰ ਦੇ 6 ਵਜੇ ਨਿਕਲੇ ਹਾਂ, ਬੱਸਾਂ ਪਕੜੀਆਂ, ਸਿੱਧੀ ਬਾਹਰ ਦੀ ਰੂਟ ਦੀ ਬੱਸ ਪਕੜੀ, ਚੰਡੀਗੜ੍ਹ ਲੁਧਿਆਣੇ ਉਤਰੇ ਹਾਂ, ਲੁਧਿਆਣੇ ਤੋਂ ਟ੍ਰੇਨ ਫੜੀ ਹੈ। ਸਾਨੂੰ ਨਹੀਂ ਪਤਾ ਸੀ ਵੀ ਸਾਡੇ ਨਾਲ ਇਸ ਤਰ੍ਹਾਂ ਹੋਏਗਾ ਅੱਗੇ ਜਾਂ ਕੁਝ ਹੋਏਗਾ। ਲੇਕਿਨ ਇਹਨਾਂ ਨੂੰ ਪਤਾ ਸੀ, ਗੌਰਮੈਂਟ ਨੂੰ ਪਤਾ ਸੀ ਬਈ ਇਹ ਹੋਏਗਾ। ਤੇ ਟਿਕਟਾਂ ਕਿਉਂ ਦਿੱਤੀ ਗਈਆਂ ਜਨਤਾ ਨੂੰ? ਕਿਉਂ ਦਿੱਤੀ ਗਈਆਂ ਟਿਕਟਾਂ? ਕਿਉਂ ਰਿਜ਼ਰਵੇਸ਼ਨ ਕਰਵਾਏ ਗਏ? ਜਦ ਇਹਨਾਂ ਨੂੰ ਸਭ ਕੁਝ ਪਤਾ ਹੈ। ਇਹ ਹਰ ਪਾਸੇ ਲੁੱਟਣ ਨੂੰ ਫਿਰਦੇ ਆ। ਉਧਰ ਟਿਕਟਾਂ ਦਾ ਵੀ ਲੁੱਟ ਲਿਆ, ਉਧਰ ਜਨਤਾ ਨੂੰ ਵੀ ਘਾਟਾ ਕਰਾਤਾ। ਆਪਣਾ ਜੇਬ ਭਰਨ ਦੀ ਸੋਚ ਰਹੇ ਹੋ, ਗਰੀਬ ਦੀ ਵੀ ਸੋਚੋ। ਇਹ ਕਿੱਥੋਂ ਉਹਨਾਂ ਨੇ ਟਿਕਟਾਂ ਕੀਤੀਆਂ ਨੇ, ਕਿਹੜੇ ਜਿਹਨਾਂ ਦੀ ਦਿਹਾੜੀਆਂ ਅੱਜ ਗਈਆਂ, ਉਹ ਦਿਹਾੜੀਆਂ ਦੇ ਦੇਣਗੇ ਸਾਨੂੰ? ਇਹ ਦੇ ਦੇਣਗੇ ਸਾਨੂੰ? ਰੋਟੀ ਦਿਓ ਨਾ। ਜੇ ਤੁਸੀਂ ਕਿਸਾਨ ਨੂੰ ਕਹਿ ਰਹੇ ਹੋ ਤੁਹਾਡੀ ਇੰਨੀ ਸ਼ਕਤੀ ਨਾ, ਪੂਰੀ ਟ੍ਰੇਨ ਰੁਕੀ ਹੋਈ ਹੈ, ਗੌਰਮੈਂਟ ਭੇਜੋ ਆਪਣੇ ਚਾਰਜ, ਭੇਜੋ ਆਪਣੀ ਗੱਡੀਆਂ, ਸਾਨੂੰ ਰੋਟੀ ਦਿਓ ਉੱਥੇ ਲਿਆ ਕੇ। ਤੇ ਮੰਨੀਆਂ ਸਾਡੀ ਸਰਕਾਰ ਬਹੁਤ ਪਾਵਰਫੁੱਲ ਹੈ। ਇੱਕ ਬੰਦੇ ਨੂੰ ਰੋਟੀ ਤੁਸੀਂ ਥਾਲੀ 'ਚ ਦੇ ਨਹੀਂ ਸਕਦੇ। ਮੈਂ ਫਿਰ ਮੰਨਾਂ, ਮੈਂ ਇੰਨੀ ਗੱਲ ਨੂੰ ਅੱਜ ਗਰਵ ਨਾਲ ਕਹਿੰਦੀ ਹਾਂ। ਮੈਂ ਇਸ ਦੇਸ਼ ਦੀ ਬੱਚੀ ਹਾਂ, ਪੰਜਾਬ ਦੀ ਰਹਿਣ ਵਾਲੀ ਹਾਂ। ਮੈਂ ਇਸ ਚੀਜ਼ ਨੂੰ ਫਕਰ ਨਾਲ ਕਹਿੰਦੀ, ਮੈਂ ਮੰਨ ਜਾਵਾਂਗੀ। ਅੱਜ ਟ੍ਰੇਨ ਰੁਕੀ ਪਈ ਹੈ, ਕਿੰਨੇ ਕੋਚ ਗਿਣ ਲਓ, ਇੰਨੇ ਕੋਚ ਨੂੰ ਰੋਟੀ ਭੇਜ ਦਿਓ ਤੇ ਮੰਨ ਜਾਵਾਂਗੀ ਹਾਂ ਮੋਦੀ ਸਰਕਾਰ ਹੈ। ਸਰਕਾਰ ਵੱਲੋਂ ਤਾਂ ਜਿਹੜਾ ਤੁਸੀਂ ਗੱਲ ਕੀਤੀ ਕਿ ਰੋਟੀ ਦੀ ਨਹੀਂ ਕਹੀ ਗਈ, ਪਰ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੇ ਹੱਲੇ ਵੀ ਇਹੀ ਕਿਹਾ ਕਿ ਜਿਹੜੇ ਸਾਡੇ ਯਾਤਰੀ ਨੇ ਅਸੀਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਾਂਗੇ, ਲੰਗਰ ਪਾਣੀ ਉਹਨਾਂ ਨੂੰ ਪੂਰਾ ਦਿੱਤਾ ਜਾਏਗਾ। ਉਹਨਾਂ ਨੇ ਤਾਂ ਦੇਣਾ ਜੀ, ਉਹ ਤੇ ਸਾਡੇ ਫਿਰ ਗੱਲ ਉੱਥੇ ਆ ਜਾਂਦੀ, ਉਹ ਤੇ ਸਾਡੇ ਵਿਧਾਤਾ ਨੇ, ਅੰਨਦਾਤਾ ਨੇ ਤੇ ਆਪਣੇ ਬੱਚੇ ਨੂੰ ਅੰਨ ਦੇਣਾ ਹੀ ਆ। ਮਾਂ ਹੈ ਉਹ ਸਾਡੀ, ਮਾਂ ਆਪਣੇ ਬੱਚੇ ਨੂੰ ਭੁੱਖਾ ਨਹੀਂ ਦੇਖ ਸਕਦੀ। ਤੇ ਜਿਹੜੇ ਪਿਓ ਬਣੀ ਬੈਠੇ ਸਾਡੇ ਸਿਰਾਂ ਤੇ, ਇਹਨਾਂ ਦਾ ਹੱਕ ਨਹੀਂ ਆ? ਇਹਨਾਂ ਦਾ ਵੀ ਹੱਕ ਹੈ, ਦੋ ਨਾ ਸਾਨੂੰ। ਆ ਟ੍ਰੇਨ ਰੁਕੀ ਪਈ ਹੈ, ਭੁੱਖੇ ਤੇ ਆਏ ਬੈਠੇ, ਦੋ ਨਾ ਰੋਟੀ। ਉਹ ਬੋਲ ਰਹੇ ਸਾਡੇ ਤਾਂ ਹੀ ਬੋਲ ਰਹੇ ਨੇ, ਦੋ ਰੋਟੀ ਸਾਨੂੰ ਲਿਆ ਕੇ। ਰੋਟੀ ਕੌਣ ਦਿੰਦਾ? ਇੰਨਾ ਹੱਕ ਹੈ? ਸ਼ਰਮ ਕਰ ਰਹੇ ਲੋਕ, ਜਨਤਾ ਸਾਡੀ ਮੂੰਹ ਰੱਖਿਆ, ਸ਼ਰਮ ਕਿਉਂ ਕਰਦੀ ਹੈ? ਰੋਟੀ ਖਾਂਦੇ ਨਹੀਂ ਸ਼ਰਮ ਕਰੀ, ਥਾਲੀ ਰੋਟੀ ਤੇ ਲੇਟ ਹੋ ਜਾਏਗੀ ਨਾ। ਰੋਟੀ ਲੇਟ ਕਿਉਂ ਹੋ ਗਈ ਹੈ? ਤੇ ਇਹ ਵੀ ਲੇਟ ਹੋ ਰਹੇ ਨੇ। 4 ਮਹੀਨਾ ਥੋੜਾ ਨਹੀਂ ਹੁੰਦਾ। ਕਿੰਨੀ ਜਾਨਾਂ ਗਈਆਂ, ਅਸੀਂ ਨਿਊਜ਼ ਸੁਣਦੇ ਹਾਂ, ਸਭ ਕੁਝ ਦੇਖਦੇ ਹਾਂ। ਲੇਕਿਨ ਕਹਿੰਦੇ ਨੇ ਜਦ ਤੱਕ ਆਪ ਬੀਤ ਰਹੀ ਨਾ ਮਨ 'ਚ ਕਿਉਂ ਪਰੇਸ਼ਾਨੀ ਹੋ ਰਹੀ, ਇਹਨਾਂ ਨੂੰ ਵੀ ਤਾਂ ਹੋ ਰਹੀ ਹੋਣੀ। ਇਹਨਾਂ 'ਚ ਕੋਈ ਬਿਮਾਰ ਨਹੀਂ ਹੋਏਗਾ, ਇਹਨਾਂ 'ਚ ਕੋਈ ਤਕਲੀਫ ਨਹੀਂ ਹੋਏਗੀ? ਘਰ ਛੱਡ ਕੇ ਕਿੱਥੋਂ ਕਿਤੇ ਕਿਰਾਇਆ ਭਾੜਾ ਲਗਾ ਕੇ ਇੱਥੇ ਪਹੁੰਚੇ ਨੇ। ਇਹਨਾਂ ਨੂੰ ਸ਼ੌਂਕ ਨਹੀਂ ਮਾਲਿਕ, ਇਹਨਾਂ ਦੀ ਸੁਣਵਾਈ ਕੀਤੀ ਜਾਵੇ। ਮੈਂ ਇਹੀ ਕਹਾਂਗੀ ਬਈ ਹੈ ਤਾਂ ਕਿਸੇ ਯੋਗ ਨਹੀਂ, ਪਰ ਵੀ ਯੋਗ ਨਹੀਂ ਹੋ ਬਣਾਇਆ ਤੁਸੀਂ, ਰੱਬ ਨੇ ਸਾਨੂੰ ਬਣਾਇਆ। ਤੁਸੀਂ ਇਨਸਾਨ ਹੋ ਕੇ ਇਨਸਾਨ ਦਾ ਫਾਇਦਾ ਨਾ ਚੱਕੋ। ਜਦੋਂ ਆਪ ਨੂੰ ਪਤਾ ਸੀ ਵੀ ਟ੍ਰੇਨਾਂ ਰੁਕਣਗੀਆਂ, ਸਭ ਕੁਝ ਹੋਏਗਾ, ਤੇ ਜਨਤਾ ਨੂੰ ਕਿਉਂ ਫਿਰ ਉਹ ਕੀਤਾ ਗਿਆ? ਇਹਨਾਂ ਦਾ ਕਸੂਰ ਨਹੀਂ ਗਿਣਾਂਗੇ, ਕਸੂਰ ਤੁਹਾਡਾ ਹੈ। ਤੁਹਾਨੂੰ ਜਦੋਂ ਪਤਾ ਸੀ ਟ੍ਰੇਨਾਂ ਰੱਦ ਹੋਣਗੀਆਂ, ਟ੍ਰੇਨਾਂ ਰੁਕਣਗੀਆਂ, ਜਨਤਾ ਨੂੰ ਕਿਉਂ ਭਟਕਾਇਆ ਗਿਆ? ਉਧਰੋਂ ਵੀ ਜੇਬ ਗਰਮ ਕਰ ਲਈ ਹੈ ਪੈਸਿਆਂ ਤੋਂ, ਟਿਕਟਾਂ ਤੋਂ, ਔਰ ਜਦੋਂ ਸਾਨੂੰ ਰੋਟੀ ਤੋਂ ਵੀ ਵਾਂਝਾ ਕੀਤਾ। ਦੋ ਸਾਨੂੰ ਰੋਟੀ, ਟ੍ਰੇਨਾਂ ਰੁਕਵਾਤੀਆਂ ਤਾਂ ਰੋਟੀ ਦੋ ਨਾ। ਉਹ ਤਾਂ ਸਰਕਾਰ ਸਾਨੂੰ ਦੇਗੀ, ਉਹਦਾ ਅੰਦਾਜ਼ਾ ਸਾਡਾ। ਤਾਂ ਤੁਸੀਂ ਵੀ, ਤੁਹਾਡਾ ਵੀ ਤਾਂ ਹੱਕ ਬਣਦਾ ਮੋਦੀ ਸਰਕਾਰ, ਦੋ ਰੋਟੀ। ਕਿਸਾਨਾਂ ਵੱਲੋਂ ਜਦੋਂ ਰੇਲ ਰੋਕੋ ਚੱਕਾ ਜਾਮ ਦੀ ਜਿਹੜੀ ਹੈ ਉਹਨਾਂ ਦਾ ਐਲਾਨ ਕੀਤਾ ਗਿਆ ਸੀ, ਪਰ ਜਿਹੜੀ ਰੇਲਵੇ ਪ੍ਰਸ਼ਾਸਨ ਨੇ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਗੱਡੀਆਂ ਨੇ ਉਹ ਆਮ ਵਾਂਗ ਹੀ ਚੱਲਣਗੀਆਂ। ਉਹ ਕਿਸ ਤਰ੍ਹਾਂ ਚੱਲਣਗੀਆਂ ਜੀ? ਦੇਖੋ ਮੇਰੀ ਗੱਲ ਸੁਣੋ, ਤਾਂ ਘਾਟਾ ਜਨਤਾ ਨੂੰ ਹੋ ਰਿਹਾ ਤੇ ਉਹ ਵਾਅਦਾ ਕਿਉਂ ਕਰਨਗੇ? ਵਾਅਦਾ ਸਾਡੀ ਜੇਬ ਤੋਂ ਲੈ ਕੇ ਕਰਦੇ ਨਾ। ਜਿਹੜੇ ਕਿਹੜੇ ਟ੍ਰੇਨ ਚੱਲਣਗੇ, ਟ੍ਰੇਨਾਂ 'ਚ ਅਸੀਂ ਬੈਠਾਂਗੇ, ਸਵਾਰੀ ਬੈਠੇਗੀ, ਤਾਂ ਹੀ ਉਹਨਾਂ ਦਾ ਵਾਅਦਾ ਹੁੰਦਾ ਨਾ। ਜਨਤਾ ਤੋਂ ਵਾਅਦਾ ਹੈ ਨਾ ਜੀ। ਜੇ ਜਨਤਾ ਹੀ ਪਰੇਸ਼ਾਨ ਹੋ ਰਹੀ ਹੈ ਤੇ ਫਿਰ ਉਹਨਾਂ ਨੂੰ ਸਾਡੇ ਤੇ ਸਹੂਲਤ ਲੈਣੀ ਚਾਹੀਦੀ ਨਾ, ਗੌਰਮੈਂਟ ਨੂੰ ਵੀ ਲੈਣੀ ਚਾਹੀਦੀ ਹੈ ਕਿ ਸਾਡੀ ਜਨਤਾ ਨੂੰ ਦੇਖੋ, ਕਈ ਬੱਚੇ ਕੋਈ ਕਿੱਧਰ ਘੋਟ ਰਹੇ, ਇਹਨਾਂ ਨੂੰ ਰੋਟੀ ਨਹੀਂ ਚਾਹੀਦੀ? ਅਸੀਂ ਆਪਣੇ ਘਰੋਂ ਸਵੇਰ ਚਾਹ ਪੀ ਕੇ ਨਿਕਲੇ ਹਾਂ ਜੀ, ਇਹ ਵੇਲਾ ਹੋ ਰਿਹਾ, ਸ਼ਾਮਾਂ ਨੂੰ 4 ਵਜੇ ਕਹਿੰਦੇ ਪਏ ਗੱਡੀ ਚਲੇਗੀ, ਚੱਲੇ ਨਾ ਚੱਲੇ ਉਹ ਵੀ ਕੋਈ ਉਮੀਦ ਨਹੀਂ ਹੈ, ਠੀਕ ਹੈ ਜੀ। ਤੇ ਜਦੋਂ ਇਹਨਾਂ ਨੂੰ ਪਤਾ ਸੀ ਵੀ ਸਾਨੂੰ ਇੰਨੇ ਜਨਤਾ ਨੂੰ ਹੋਏਗਾ, ਤੇ ਇਹਨਾਂ ਨੇ ਸੋਚਿਆ ਕਿਉਂ ਨਹੀਂ ਸੀ ਸਾਡਾ? ਇਹ ਹੱਕ ਦਾ ਬੰਦਾ ਗੌਰਮੈਂਟ,
ਸਭ ਤੋਂ ਵੱਡੀ ਸਾਡੀ ਚੋਰ ਹੀ ਗਵਰਨਮੈਂਟ। ਮੈਂ ਸਾਫ਼ ਕਹਾਂਗੀ, ਮੈਂ ਨਾ ਕਿਸੇ ਪਾਰਟੀ ਤੋਂ ਕੁਛ ਨਹੀਂ ਲੈਣਾ, ਚੋਰ ਨੇ ਸਾਰੇ, ਚੋਰ ਸਭ ਤੋਂ ਵੱਡੇ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਭਾਰਤੀ ਸੰਯੁਕਤ ਮੋਰਚੇ ਵੱਲੋਂ ਅੱਜ ਰੇਲ ਰੋਕੋ ਜਿਹੜਾ ਚੱਕਾ ਜਾਮ ਦੇ ਜਿਹੜੇ ਐਲਾਨ ਕੀਤਾ ਗਿਆ ਸੀ, ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਅੱਜ ਜਿਹੜਾ ਕਿਸਾਨ ਸੰਯੁਕਤ ਮੋਰਚੇ ਵੱਲੋਂ ਇੱਕ ਇਹ ਜਿਹੜੀ ਰੇਲ ਬੰਦ ਦੀ ਕਾਲ ਸੀਗੀ ਉਹ ਆਈ ਹੈ, ਕਿਉਂਕਿ ਜਦੋਂ ਤੋਂ ਖੇਤੀ ਕਾਨੂੰਨ ਪਾਸ ਹੋਏ ਨੇਗੇ ਜਾਂ ਕਹਿ ਲਓ ਖੇਤੀ ਕਾਨੂੰਨ ਲਾਗੂ ਹੋਏ ਨੇਗੇ ਤਾਂ ਜਿਹੜੇ ਕਿਸਾਨ ਨੇ, ਪੰਜਾਬ ਦੇ ਕਿਸਾਨ ਜ਼ਿਆਦਾਤਰ, ਵੈਸੇ ਤਾਂ ਸਾਰੇ ਭਾਰਤ 'ਚ ਹੀ ਕਿਸਾਨ ਲੜ ਰਹੇ ਨੇ ਇਹਨਾਂ ਕਾਨੂੰਨਾਂ ਦੇ ਖਿਲਾਫ, ਪਰ ਜਿਹੜੀ ਪੰਜਾਬ ਦੇ ਵਿੱਚ ਇਹ ਮੂਵਮੈਂਟ ਜ਼ਿਆਦਾ ਗਈ। ਜਿਹੜੀ ਵੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆਉਂਦੀ ਆ ਉਹ ਸਾਰੀਆਂ ਕਾਲਾਂ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਂਦਾ, ਚਾਹੇ ਉਹ DC ਦਫ਼ਤਰਾਂ ਦਾ ਘਿਰਾਓ ਹੋਵੇ ਜਾਂ ਰੋਡ ਜਾਮ ਹੋਣ ਜਾਂ ਰੇਲਵੇ ਟਰੈਕ। ਅੱਜ ਇੱਥੇ ਜਿਹੜਾ ਇਹ ਰੇਲ ਰੋਕੋ ਕੀਤਾ ਗਿਆ, ਪਰ ਜਿਹੜੀ ਮੋਦੀ ਸਰਕਾਰ ਹੈਗੀ ਨਾ ਟਸ ਤੋਂ ਮਸ ਨਹੀਂ ਹੋ ਰਹੀ। ਅੱਜ ਅਸੀਂ ਪੰਜਾਬੀ ਟ੍ਰਿਬਿਊਨ ਦੀ ਅਖਬਾਰ ਦੇ ਪੜ੍ਹੀ, ਜਿਹਦੇ ਤੋਂ ਫਰੰਟ ਪੇਜ 'ਤੇ ਸੀਗਾ ਕਿ ਇਹਦੇ ਵਿੱਚ ਛੋਟੇ ਕਿਸਾਨਾਂ ਨੂੰ ਲਾਭ ਹੋਵੇਗਾ। ਮਤਲਬ ਜਿਹੜੀ ਸਰਕਾਰ ਆ ਨੱਕ ਵਿੱਚ ਦਮ ਹੋਣ ਤੇ ਹਲੇ ਵੀ ਲੋਕਾਂ ਨੂੰ ਨਾ ਮਤਲਬ ਭਰਮਾਉਣ ਲੱਗੀ ਹੋਈ ਹੈਗੀ ਹੈ ਨਾ। ਹਲੇ ਵੀ ਇਹ ਕਹਿ ਰਹੇ ਨੇ ਕਿ ਇਹ ਕਾਨੂੰਨ ਤੁਹਾਡੇ ਫਾਇਦੇ ਲਈ ਨੇ। ਤਾਂ ਤੁਸੀਂ ਹੁਣ ਇੱਕ ਕੀ ਦੇਖਣਾ ਹੋਵੇ ਤਾਂ ਜੇ ਕਹਿਣਾ ਹੋਵੇ ਮੋਦੀ ਸਰਕਾਰ ਨੂੰ ਇੱਕ ਪਿੱਛਲ ਮੋੜਾ, ਕਿਉਂਕਿ ਜਿਹੜੇ ਲੋਕ ਨੇ ਸੜਕਾਂ 'ਤੇ ਬੈਠੇ ਨੇ ਇਕੱਲੇ ਪੰਜਾਬ ਦੇ ਲੋਕ ਹੀ ਨਹੀਂ, ਬਿਹਾਰ, ਯੂਪੀ ਹੈ ਨਾ, ਤੇ ਉਧਰੋਂ ਤੇਲੰਗਾਨਾ ਵਾਲੀ ਸਾਈਡ ਤੋਂ ਬਹੁਤ ਵੱਡੀਆਂ ਮਹਾ ਪੰਚਾਇਤਾਂ ਹੋ ਰਹੀਆਂ ਨੇ ਜਾਂ ਰੈਲੀਆਂ ਹੋ ਰਹੀਆਂ ਨੇ ਸਰਕਾਰ ਦੇ ਖਿਲਾਫ। ਪਰ ਜਿਹੜੀ ਇੱਕ ਕਹਿੰਦੇ ਨੇ ਹੁੰਦੇ ਸਰਕਾਰ ਅਡਾਨੀਆਂ ਬਾਨੀਆਂ ਨੂੰ ਬਚਾਉਣ ਲੱਗੀ ਹੋਈ ਹੈ ਲਗਾਤਾਰ, ਕਿਉਂਕਿ ਚੁਣਿਆ ਹੋਇਆ ਉਹਨਾਂ ਦਾ, ਇਸ ਕਰਕੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਲੱਗੀ ਹੋਈ ਆ। ਉਹ ਬਹੁਤ ਸਾਰੇ ਲੋਕਾਂ ਦੀ ਇੰਨੇ ਕਿਸਾਨ ਮਰ ਰਹੇ ਨੇ ਉਹਨੂੰ ਇਹ ਨਹੀਂ ਦਿਖ ਰਿਹਾ, ਪਰ ਉਹਨਾਂ ਨੂੰ ਉਹ ਸਿਰਫ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਦਿਖ ਰਹੇ ਨੇਗੇ। ਠੀਕ ਹੈ, ਕਹਿੰਦੇ ਨੇ ਜਦੋਂ ਦੇਸ਼ ਦੀ ਜਨਤਾ ਹੀ ਖੁਸ਼ ਨਾ ਹੋਵੇ ਤਾਂ ਦੇਸ਼ ਦੇ ਰਾਜਾ ਦਾ ਕੋਈ ਫਾਇਦਾ ਨਹੀਂ ਹੁੰਦਾ। ਪਰ ਜਿਹੜੀ ਸਾਡੇ ਦੇਸ਼ ਦਾ ਰਾਜਾ ਸਰਕਾਰ ਹੈ ਲਗਾਤਾਰ ਜਿਹੜੀ ਜਨਤਾ ਦੀ ਆਵਾਜ਼ ਨੂੰ ਅਣਗੌਲਾ ਕਰ ਰਹੀ ਹੈ, ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾਂ ਨੂੰ ਲਗਾਤਾਰ ਜਿਹੜੇ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਜਾ ਰਹੇ ਨੇ, ਜਦਕਿ ਸਾਡੇ ਦੇਸ਼ ਦੀ ਜਨਤਾ ਦੀ ਇੱਕੋ ਹੀ ਮੰਗ ਹੈ ਕਿ ਇਹਨਾਂ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ। ਜਿਸ ਤਰ੍ਹਾਂ ਭਾਰਤੀ ਸੰਯੁਕਤ ਮੋਰਚੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਗੱਡੀਆਂ ਦੇ ਵਿੱਚ ਯਾਤਰੀ ਸਫ਼ਰ ਕਰ ਰਹੇ ਹੋਣਗੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਏਗਾ। ਇਸ ਦੇ ਨਾਲ ਹੀ ਉਹਨਾਂ ਨੂੰ ਲੰਗਰ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਏਗਾ। ਤੁਸੀਂ ਦੇਖ ਸਕਦੇ ਹੋ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਇੱਥੇ ਯਾਤਰੀਆਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਜਿਹੜੇ ਸਾਡੇ ਯਾਤਰੀ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹਨਾਂ ਨੂੰ ਪਰੇਸ਼ਾਨੀ ਦਿੱਕਤ ਨਾ ਹੋਵੇ। ਤੇ ਤੁਸੀਂ ਦੇਖਿਆ ਕਿ ਅੱਜ ਜਿਹੜਾ ਸੰਯੁਕਤ ਮੋਰਚੇ ਵੱਲੋਂ 12 ਤੋਂ 4 ਰੇਲ ਰੋਕੋ ਪੂਰੇ ਦੇਸ਼ ਭਰ ਵਿੱਚ ਚੱਕਾ ਜਾਮ ਦੀ ਜਿਹੜਾ ਐਲਾਨ ਕੀਤਾ ਗਿਆ ਸੀ, ਉਹ ਅੱਜ ਜਲੰਧਰ ਸ਼ਹਿਰ ਦੇ ਵਿੱਚ ਪੂਰਾ ਸਫਲਤਾ ਨਾਲ ਚੱਲ ਰਿਹਾ ਹੈ। ਕੁਝ ਯਾਤਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਜ਼ਿਆਦਾਤਰ ਯਾਤਰੀ ਇਹੀ ਕਹਿੰਦੇ ਨੇ ਕਿ ਜਿਹੜੀ ਸਰਕਾਰ ਹੈ, ਸਰਕਾਰ ਨੂੰ ਜਿਹੜੇ ਕਿਸਾਨਾਂ ਦੇ ਨਾਲ ਬੈਠ ਕੇ ਆਪਣਾ ਹਠੀ ਰਵੱਈਆ ਛੱਡ ਕੇ ਜਿਹੜਾ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਉਣਾ ਚਾਹੀਦਾ ਹੈ। ਲਗਾਤਾਰ ਕਿਸਾਨ ਜਿਹੜੇ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਨੇ। ਨਾਲ ਦੀ ਨਾਲ ਉਹਨਾਂ ਨੂੰ MSP ਨੂੰ ਜਿਹੜੇ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੇ ਲਈ ਉਹਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ। ਅੱਜ ਉਹਨਾਂ ਵੱਲੋਂ ਜਿਹੜਾ ਰੇਲਾਂ ਰੋਕ ਕੇ ਆਪਣਾ ਮੁਜ਼ਾਹਰਾ ਕੀਤਾ ਗਿਆ, ਆਪਣਾ ਰੋਸ ਜਤਾਇਆ ਗਿਆ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV ਚੈਨਲ। ਮੈਂ ਅੰਸ਼ੁਲ ਚੱਡਾ, ਕੈਮਰਾਮੈਨ ਨਵੀ ਦੇ ਨਾਲ।